नहीं आ रहा, थोड़ा जा हल्का जा लाउडली कर लो साउंड। फेस नहीं आ रहा, वीडियो। हाँ जी, ठीक है, करो स्टार्ट कर दो। हाँ जी। वाहिगुरु जी का खालसा, वाहिगुरु जी की फतेह। ਅੱਜ ਦਾ ਜੋ ਟੌਪਿਕ ਹੈ ਜਪਜੀ ਸਾਹਿਬ। ਗ੍ਰੰਥ ਸਾਹਿਬ ਦੀ ਸ਼ੁਰੂਆਤ ਜਪਜੀ ਸਾਹਿਬ ਤੋਂ ਹੁੰਦੀ ਹੈ ਔਰ ਇਸ ਬਾਣੀ ਦੇ ਵਿੱਚ ਨਿਤਨੇਮ ਦੀ ਬਾਣੀ ਵੀ ਹੈ ਔਰ ਇਸ ਬਾਣੀ ਦੇ ਵਿੱਚ ਸਿੱਖ ਧਰਮ ਜਾਂ ਗੁਰਮਤ ਦੇ ਸਾਰੇ ਜਿੰਨੇ ਵੀ ਸੰਕਲਪ ਨੇ ਇੰਪੋਰਟੈਂਟ ਉਹ ਇਹਦੇ ਵਿੱਚ ਮੌਜੂਦ ਨੇ। ਪਰਮਾਤਮਾ ਦਾ ਸੰਕਲਪ ਉੱਥੋਂ ਹੀ ਹੈ, ਸ਼ੁਰੂ ਹੈ ਬਾਣੀ। ਉਸ ਤੋਂ ਬਾਅਦ ਇੱਕ ਆਦਰਸ਼ ਮਨੁੱਖ ਔਰ ਸਚਿਆਰ ਪਦ ਦੀ ਪ੍ਰਾਪਤੀ, ਸਚਿਆਰ ਕਿਵੇਂ ਬਣਨਾ ਹੈ, ਪੰਜ ਖੰਡ ਦੀ ਪੂਰੀ ਯਾਤਰਾ ਉਹ ਜਪਜੀ ਸਾਹਿਬ ਦੇ ਵਿੱਚ ਹੈ। ਇਸ ਟੌਪਿਕ ਦੇ ਉੱਤੇ ਚੇਅਰਮੈਨ ਸਰ ਗੱਲ ਕਰਨਗੇ। ਉਹਨਾਂ ਦੀ PhD ਦਾ ਵੀ ਜਪਜੀ ਸਾਹਿਬ ਮਨੁੱਖੀ ਵਿਕਾਸ ਵਿੱਚ ਜਪ ਬਾਣੀ ਦਾ ਯੋਗਦਾਨ, ਉਹਨਾਂ ਦਾ PhD ਦਾ ਥੀਸਿਸ ਵੀ ਇਸ ਟੌਪਿਕ ਦੇ ਉੱਤੇ ਹੈ। ਤੇ ਮੈਂ ਸਰ ਨੂੰ ਰਿਕੁਐਸਟ ਕਰਾਂਗੀ ਕਿ ਉਹ ਜਪਜੀ ਸਾਹਿਬ ਦੀ ਬਾਣੀ ਦੇ ਉੱਤੇ ਡਿਟੇਲ ਨਾਲ ਗੱਲ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਦੱਸਿਆ ਗਿਆ ਕਿ ਅੱਜ ਦਾ ਸਾਡਾ ਜਿਹੜਾ ਸਬਜੈਕਟ ਹੈ, ਅੱਜ ਦਾ ਵਿਸ਼ਾ ਜਪਜੀ ਸਾਹਿਬ। ਗੁਰੂ ਗ੍ਰੰਥ ਸਾਹਿਬ ਵਿੱਚ ਜਪਜੀ ਦੀ ਜਿਹੜੀ ਹੈ ਜਪਜੀ ਜਿਹੜਾ ਉਹ ਆਰੰਭ ਹੀ ਜਪਜੀ ਤੋਂ ਹੁੰਦਾ, ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਉਚਾਰਿਆ। ਜਪਜੀ ਸਾਹਿਬ ਵਿੱਚ ਆਰੰਭ ਤੋਂ ਮੂਲ ਮੰਤਰ ਹੈ, ਉਸ ਤੋਂ ਬਾਅਦ ਇੱਕ ਸ਼ਲੋਕ ਹੈ, 38 ਪੌੜੀਆਂ ਨੇ ਔਰ ਫਿਰ ਅੰਤ ਵਿੱਚ ਇੱਕ ਸ਼ਲੋਕ ਹੈ। ਥੋੜੇ ਵਿੱਚ ਧਰਮ ਦਾ ਸਾਰਾ ਸਾਰ ਗੁਰੂ ਨਾਨਕ ਸਾਹਿਬ ਨੇ ਇਸ ਬਾਣੀ ਵਿੱਚ ਰੱਖ ਦਿੱਤਾ ਹੈ ਔਰ ਕੁਝ ਵਿਦਵਾਨਾਂ ਨੇ ਇਹ ਵੀ ਕਹਿਣ ਦੀ ਕੋਸ਼ਿਸ਼ ਕੀਤੀ ਕਿ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਸਾਰ ਜਿਹੜਾ ਹੈ ਉਹ ਜਪਜੀ ਹੈ। ਦੇਖੋ, ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਵਿੱਚ ਇੱਕ ਜੁਗਤ ਹੈ ਰਹਾਉ ਦੀ। ਸਾਰੇ ਸ਼ਬਦ ਦਾ ਸਿਧਾਂਤ ਔਰ ਕੇਂਦਰੀ ਵਿਚਾਰ ਹੈ ਉਹ ਰਹਾਉ ਦੀ ਤੁਕ ਵਿੱਚ ਹੁੰਦਾ ਹੈ। ਤੋਂ ਜਪ ਬਾਣੀ ਵਿੱਚ ਰਹਾਉ ਨਹੀਂ ਹੈ। ਤਾਂ ਵਿਦਵਾਨਾਂ ਦਾ ਇਹ ਮਤ ਹੈ ਕਿ ਜਪ ਬਾਣੀ ਜਿਹੜੀ ਹੈ ਸਮੁੱਚੇ ਰੂਪ ਸਾਹਿਬ ਦਾ ਜਪ ਜੀ ਵਿਚਾਰਾਂ ਦੀ ਬਾਣੀ ਹੈ, ਸਮਝਣ ਵਾਲੀ ਬਾਣੀ ਹੈ, ਇਹ ਗਾਉਣ ਵਾਲੀ ਨਹੀਂ ਹੈ। ਇਸੇ ਲਈ ਕੋਈ ਵੀ ਰਾਗ ਮੈਂਸ਼ਨ ਨਹੀਂ ਹੈ ਇਸ ਦੇ ਉੱਤੇ ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਬਾਣੀ ਦੇ ਉੱਪਰ ਜਪਜੀ ਨਹੀਂ ਲਿਖਿਆ, ਗੁਰਪ੍ਰਸਾਦ ਮਗਰੋਂ ਜਪ ਲਿਖਿਆ। ਜਪ ਨਾਲ ਜੀ ਅਦਬ ਨਾਲ ਸਤਕਾਰ ਨਾਲ ਦੇ ਵਾਸਤੇ ਲਿਖਿਆ ਜਾਂਦਾ ਹੈ ਔਰ ਇਹ ਬਾਣੀ ਨਿਤਨੇਮ ਦੀ ਬਾਣੀ ਹੈ। ਜਿਵੇਂ ਦੱਸਿਆ ਗਿਆ, ਜਪ ਬਾਣੀ ਦਾ ਨਾਮ ਵੀ ਹੈ ਤੇ ਨਾਮ ਜਪਣ ਦਾ ਸੰਦੇਸ਼ ਵੀ ਹੈ। ਇੱਕ ਗੱਲ ਬੜੀ ਸ਼ੁਰੂ ਤੋਂ ਹੀ ਸਮਝ ਲਈਏ ਕਿ ਗੁਰੂ ਨਾਨਕ ਸਾਹਿਬ ਜੀ ਨੇ ਜਪ ਨੂੰ ਚਿੰਤਨ ਕਿਹਾ ਹੈ। ਗੁਰੂ ਸਾਹਿਬ ਅਨੁਸਾਰ ਜਪ ਅਤੇ ਚਿੰਤਨ ਦੋਵਾਂ ਦਾ ਸੰਬੰਧ ਚਿੱਤ ਨਾਲ ਹੈ। ਯੋਗਿਕ ਸੰਪਰਦਾਵਾਂ ਵਿੱਚ ਯੋਗੀ ਚਿੱਤ ਨੂੰ ਵਿਚਾਰ ਸ਼ੂਨਯ ਕਰਕੇ ਨਿਰਵਿਚਾਰ, ਨਿਰਸੰਕਲਪ, ਨਿਰਬੀਜ ਸਮਾਧੀ ਪ੍ਰਾਪਤ ਕਰਦੇ ਸਨ ਔਰ ਇਸ ਅਵਸਥਾ ਨੂੰ ਪ੍ਰਾਪਤ ਕਰਨ ਲਈ ਉਹ ਗੁਰੂ ਦਾ ਮੰਤਰਾਂ ਦਾ ਜਪ ਕਰਦੇ ਸਨ। ਇਹ ਵਿਧੀ ਵਿਧਾਨ ਉਸ ਟਾਈਮ ਪ੍ਰਚਲਿਤ ਸੀ। ਪਰ ਗੁਰੂ ਨਾਨਕ ਸਾਹਿਬ ਨੇ ਜਪ ਨੂੰ ਮੰਤਰ ਰਟਣ ਦੀ ਪਰੰਪਰਾ ਤੋਂ ਤੋੜ ਕੇ ਜਪ ਨੂੰ ਚਿੰਤਨ ਤੇ ਵਿਚਾਰ ਨਾਲ ਅਤੇ ਚਿੱਤ ਦਾ ਬਦਲ ਸੁਰਤ ਦੇ ਦਿੱਤਾ। ਇਹ ਗੱਲ ਬੜੀ ਸਮਝਣ ਵਾਲੀ ਹੈ ਕਿਉਂਕਿ ਸਾਡੇ ਵਿੱਚ ਵੀ ਜਪ ਦਾ ਮਤਲਬ ਜਿਹੜਾ ਹੈ ਇਹ ਮੰਤਰ ਰਟਣ ਦੇ ਵਾਂਗ ਥੋੜਾ ਜਿਹਾ ਪ੍ਰਚਲਿਤ ਹੋਇਆ ਹੈ। ਤੇ ਮੈਂ ਫਿਰ ਇਸ ਨੂੰ ਦੁਬਾਰਾ ਰਿਪੀਟ ਕਰਦਾ ਕਿ ਗੁਰੂ ਨਾਨਕ ਸਾਹਿਬ ਨੇ ਜਪ ਨੂੰ ਚਿੰਤਨ ਅਤੇ ਵਿਚਾਰ ਨਾਲ ਸੰਬੰਧਿਤ ਕਰ ਦਿੱਤਾ ਤੇ ਚਿੱਤ ਦਾ ਬਦਲ ਸੁਰਤ ਦੇ ਦਿੱਤਾ। ਇਸ ਤਰ੍ਹਾਂ ਸੁਰਤ ਦੀ ਜਾਗਰਤੀ ਵਾਸਤੇ ਗਿਆਨ ਤੇ ਵਿਵੇਕ ਦੇ ਚਿੰਤਨ ਦਾ ਵਾਰ-ਵਾਰ ਅਭਿਆਸ ਜਿਹੜਾ ਉਹ ਜਪ ਹੈ। ਦੇਖੋ, ਜਦੋਂ ਵੀ ਕੋਈ ਨਵਾਂ ਬੰਦਾ ਧਰਮ ਦੀ ਦੁਨੀਆ ਵਿੱਚ ਆਉਂਦਾ ਹੈ ਤੇ ਉਹ ਤਿੰਨ ਸਵਾਲ ਆਮ ਤੌਰ ਤੇ ਉਹਦੇ ਜ਼ਿਹਨ ਵਿੱਚ ਆਉਂਦੇ ਨੇ। ਪਹਿਲਾ ਸਵਾਲ ਕਿ ਵਾਟ ਇਜ਼ ਗॉड, ਪਰਮਾਤਮਾ ਹੈ ਕੀ। ਦੂਸਰਾ ਹੈ ਕਿ ਹਾਊ ਕੈਨ ਵੀ ਸੀ ਐਂਡ ਮੀਟ ਹਿਮ, ਅਸੀਂ ਉਸ ਨੂੰ ਕਿਵੇਂ ਦੇਖ ਸਕਦੇ ਹਾਂ ਜਾਂ ਕਿਵੇਂ ਮਿਲ ਸਕਦੇ ਹਾਂ। ਔਰ ਤੀਸਰਾ ਹੈ ਕਿ ਹਾਊ ਕੈਨ ਵੀ ਸੀ ਐਂਡ ਮੀਟ ਹਿਮ, ਤੀਸਰਾ ਹੈ ਹਾਊ ਕੈਨ ਵੀ ਗੈਟ ਸਾਲਵੇਸ਼ਨ ਔਰ ਮਰਜ ਵਿਦ ਹਿਮ, ਅਸੀਂ ਉਸ ਨਾਲ ਇੱਕਮਿਕ ਕਿਵੇਂ ਹੋ ਸਕਦੇ ਹਾਂ, ਅਸੀਂ ਮੋਕਸ਼ ਕਿਵੇਂ ਪ੍ਰਾਪਤ ਕਰ ਸਕਦੇ ਹਾਂ।
ਤੇ ਇਹਨਾਂ ਤਿੰਨਾਂ ਦੇ ਜਵਾਬ ਜਪ ਬਾਣੀ ਵਿੱਚ ਨੇ। ਪਹਿਲਾ ਵਟ ਇਜ਼ ਗॉड, ਮੂਲ ਮੰਤਰ। ਜਿਹੜਾ ਦੂਸਰਾ ਹੈ ਕਿ ਹਾਊ ਕੈਨ ਵੀ ਸੀ ਐਂਡ ਮੀਟ ਹਿਮ, ਤਾਂ ਪਹਿਲੀਆਂ 5 ਪੌੜੀਆਂ ਅਗਰ ਧਿਆਨ ਨਾਲ ਸਮਝ ਨਾਲ ਪੜੋਗੇ ਤਾਂ ਤੁਹਾਨੂੰ ਲੱਗੇਗਾ ਜਿਵੇਂ ਅਸੀਂ ਪਰਮਾਤਮਾ ਨਾਲ ਗੱਲ ਕਰ ਰਹੇ ਹਾਂ। ਔਰ ਜਿਹੜਾ ਤੀਸਰਾ ਸਵਾਲ ਹੈ ਹਾਊ ਕੈਨ ਵੀ ਗੈਟ ਸਾਲਵੇਸ਼ਨ ਔਰ ਮਰਜ ਵਿਦ ਹਿਮ, ਉਹਦੇ ਨਾਲ ਕਿਵੇਂ ਹੋ ਸਕਦੇ ਆ। ਤਾਂ ਜਿਹੜੀ ਰਿਮੇਨਿੰਗ ਬਾਣੀ ਹੈ ਸਾਰੀ, ਉਹ ਜਦੋਂ ਅਸੀਂ ਧਿਆਨ ਨਾਲ ਪੜਾਂਗੇ ਤੇ ਇਹਦਾ ਜਵਾਬ ਉਹਦੇ ਚ ਮਿਲੇਗਾ। ਦੇਖੋ ਗੁਰੂ ਨਾਨਕ ਪਾਤਸ਼ਾਹ ਨੇ ਜਪਜੀ ਵਿੱਚ ਐਸੇ ਸਮਾਜ ਦੀ, ਇੱਕ ਐਸੇ ਸੁਸਾਇਟੀ ਦੀ, ਐਸੇ ਮਨੁੱਖ ਦੀ ਸਿਰਜਣਾ ਕਰਨ ਦੀ ਗੱਲ ਕੀਤੀ ਹੈ, ਜਾਂ ਉਸਦਾ ਐਸਾ ਰੋਡ ਮੈਪ ਦਿੱਤਾ ਹੈ ਜਿਹੜਾ ਮਨੁੱਖ ਲਰਨਡ ਹੋਵੇ, ਜਿਹੜਾ ਮਨੁੱਖ ਅਵੇਕਨਡ ਹੋਵੇ, ਜਾਗਰਤ ਹੋਵੇ, ਜਿਹੜਾ ਮਨੁੱਖ ਡਿਵੈਲਪਡ ਹੋਵੇ। ਮਤਲਬ ਕ੍ਰੀਏਟਿੰਗ ਲਰਨਿੰਗ ਸੁਸਾਇਟੀ ਦਾ ਜਿਹੜਾ ਰੋਡ ਮੈਪ ਹੈ, ਉਹ 15ਵੀਂ ਸ਼ਤਾਬਦੀ ਵਿੱਚ ਗੁਰੂ ਨਾਨਕ ਸਾਹਿਬ ਨੇ ਜੋ ਹੈ ਸਾਡੇ ਸਾਹਮਣੇ ਰੱਖ ਦਿੱਤਾ ਕਿ ਉਸ ਲਰਨਿੰਗ ਸੁਸਾਇਟੀ, ਉਸ ਲਰਨਿੰਗ ਸਮਾਜ, ਉਸ ਅਵੇਕਨਿੰਗ ਸਮਾਜ ਨੂੰ ਕ੍ਰੀਏਟ ਕਰਨ ਲਈ, ਉਹਦੀ ਸਿਰਜਣਾ ਕਰਨ ਲਈ ਜਿੰਨੀਆਂ ਵੀ ਧਾਰਮਿਕ, ਸਮਾਜਿਕ ਜਾਂ ਰਾਜਨੀਤਿਕ ਰੁਕਾਵਟਾਂ ਆਈਆਂ, ਉਸ ਨੂੰ ਗੁਰੂ ਨਾਨਕ ਸਾਹਿਬ ਨੇ ਸੰਬੋਧਨ ਹੋ ਕੇ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਦੇਖੋ, ਇੱਕ ਪੂਰੇ ਜਪਜੀ ਸਾਹਿਬ ਦਾ ਇੱਕ ਸਾਰ ਜਿਹੜਾ ਮੈਨੂੰ ਬੜਾ ਚੰਗਾ ਲੱਗਦਾ ਹੈ, ਔਰ ਇੱਕ ਆਦਰਸ਼ਕ ਮਨੁੱਖ ਸਿਰਜਣ ਦਾ ਜਿਹੜਾ ਮੰਤਰ ਹੈ, ਉਹ ਜਪਜੀ ਸਾਹਿਬ ਵਿੱਚ ਗੁਰੂ ਸਾਹਿਬ ਨੇ ਕਹਿ ਦਿੱਤਾ ਜਦੋਂ ਉਹ ਕਹਿੰਦੇ ਨੇ ਸਤ ਸੁਹਾਨ ਸਦਾ ਮਨ ਚਾਓ। ਮਨੁੱਖ ਕਿਹੋ ਜਿਹਾ ਹੋਣਾ ਚਾਹੀਦਾ ਹੈ, ਸਮਾਜ ਕਿਹੋ ਜਿਹਾ ਹੋਣਾ ਚਾਹੀਦਾ ਹੈ? ਸਤ ਸਰੂਪ ਵਾਲਾ, ਜਿਸ ਨੂੰ ਉਸ ਪਰਮਾਤਮਾ ਦੀ, ਵਾਹਿਗੁਰੂ ਦੀ ਬਣਾਈ ਸਾਰੀ ਕੁਦਰਤ ਸੋਹਣੀ ਲੱਗੇ। ਫਿਰ ਜਿਹੜਾ ਨਿਤ ਉਤਸ਼ਾਹੀ ਹੋਵੇ, ਕ੍ਰੀਏਟਿਵ ਹੋਵੇ, ਪ੍ਰਗਤੀਸ਼ੀਲ ਹੋਵੇ, ਵਿਕਾਸ ਕਰਨ ਵਾਲਾ ਹੋਵੇ, ਜੋ ਸੰਸਾਰ ਨੂੰ ਸੁੰਦਰ ਸਮਝ ਕੇ ਉਸ ਨੂੰ ਹੋਰ ਸੁੰਦਰ ਬਣਾਉਣ ਦਾ ਉਹਦੇ ਮਨ ਦੇ ਵਿੱਚ ਹਰ ਟਾਈਮ ਜਿਹੜਾ ਹੈ ਉਹ ਚਾਹ ਹੋਵੇ। ਇਹ ਅਲੱਗ ਗੱਲ ਹੈ ਕਿ ਇੱਕ ਜਿਹੜੀ ਪ੍ਰਗਤੀ ਅੱਜ ਸੰਸਾਰ ਵਿੱਚ ਹੋ ਰਹੀ ਹੈ, ਅਮੀਰੀ ਗਰੀਬੀ, ਵੈਰ ਵਿਰੋਧ, ਵੰਡੀਆਂ ਪਾ ਕੇ ਸੰਸਾਰ ਨੂੰ ਕਰੂਪ ਕਰ ਰਹੀ ਹੈ, ਅਨਬੈਲੈਂਸ ਸੁਸਾਇਟੀ ਕ੍ਰੀਏਟ ਹੋ ਰਹੀ ਹੈ, ਵਾਤਾਵਰਨ ਦੂਸ਼ਿਤ ਕੀਤਾ ਜਾ ਰਿਹਾ ਹੈ, ਪਰਮਾਤਮਾ ਦੀ ਸੋਹਣੀ ਦੁਨੀਆ ਨੂੰ ਕਰੂਪ ਕੀਤਾ ਜਾ ਰਿਹਾ ਹੈ। ਪਰ ਗੁਰੂ ਨਾਨਕ ਸਾਹਿਬ ਦਾ ਜਿਹੜਾ ਇੱਕ ਆਦਰਸ਼ਕ ਮਨੁੱਖ ਨੂੰ ਸਿਰਜਣ ਦਾ ਜਿਹੜਾ ਸੁਪਨਾ ਹੈ, ਉਹ ਸਤ ਸੁਹਾਨ ਸਦਾ ਮਨ ਚਾਓ, ਜਿਹਦੀ ਮੈਂ ਡਿਵੈਲਪਡ ਸੁਸਾਇਟੀ, ਕ੍ਰੀਏਟਿਵ ਸੁਸਾਇਟੀ, ਅਵੇਕਨਡ ਸੁਸਾਇਟੀ ਦੀ ਗੱਲ ਕੀਤੀ ਹੈ। ਪਰ ਸਤ ਸੁਹਾਨ ਸਦਾ ਮਨ ਚਾਓ, ਪਰਮਾਤਮਾ ਸਤ ਹੈ, ਕਲਿਆਣ ਸਰੂਪ ਹੈ, ਭਾਵ ਸੁਖੀ ਤੇ ਸੁਖੀ ਕਰਨ ਵਾਲਾ ਹੈ, ਅਤੇ ਸੱਚ ਹਮੇਸ਼ਾ ਸੁੰਦਰ ਹੁੰਦਾ ਹੈ। ਇਸ ਲਈ ਜਿਹੜੀ ਹੈ ਗੁਰੂ ਸਾਹਿਬ ਨੇ ਸਤ ਸੁਹਾਨ ਸਦਾ ਮਨ ਚਾਓ ਦੀ ਗੱਲ ਕਰਕੇ ਪਰਮਾਤਮਾ ਬਣਾਈ ਇਹ ਕੁਦਰਤ, ਸਤਿਆ ਸ਼ਿਵਮ ਸੁੰਦਰਮ ਦੀ ਜਿਹੜੀ ਗੱਲ ਹਿੰਦੂਇਜ਼ਮ ਦੇ ਵਿੱਚ ਹੈ, ਉਸ ਨੂੰ ਸਾਕਾਰ ਕਰਨ ਦੀ ਗੱਲ ਜਿਹੜੀ ਹੈ ਉਹ ਸਤ ਸੁਹਾਨ ਸਦਾ ਮਨ ਚਾਓ ਚ ਕੀਤੀ। ਦੇਖੋ, ਸਤ ਦੀ ਖੋਜ ਅਤੇ ਉਸਦੀ ਪ੍ਰਾਪਤੀ ਲਈ ਜਿਹੜੀ ਹੈ ਉਹ ਸਚਾਰ ਕਿਵੇਂ ਹੋਇਆ ਜਾਵੇ, ਇੱਕ ਐਸਾ ਮਸਲਾ ਸੀ, ਇੱਕ ਐਸਾ ਪ੍ਰਸ਼ਨ ਸੀ ਜਿਹੜਾ ਉਪਨਿਸ਼ਦਾਂ ਦੇ ਸਮੇਂ ਤੋਂ ਚੱਲਦਾ ਆ ਰਿਹਾ ਸੀ। ਇਸ ਭਾਰਤੀ ਪਰੰਪਰਾ ਦੇ ਵਿੱਚ ਹੋ ਕੀ ਰਿਹਾ ਸੀ? ਕਰੜੀ ਯੋਗ ਸਾਧਨਾ, ਹੱਠ ਕਰਨਾ, ਸਰੀਰ ਨੂੰ ਤਸੀਹੇ ਦੇਣਾ, ਇਕਾਂਤਵਾਸ ਵਿੱਚ ਚਲੇ ਜਾਣਾ, ਇਹ ਜਿਹੜੀ ਗੱਲ ਸੀ, ਇਹ ਲੋਕ ਪ੍ਰਵਾਨ ਨਹੀਂ ਹੋ ਸਕਦੀ ਸੀ, ਇਹ ਹਲ ਜੀਵਨ ਵਿਰੋਧੀ ਸੀ। ਇਸ ਲਈ ਇਸ ਨੂੰ ਸਮਝਣ ਦੀ ਜ਼ਰੂਰਤ ਹੈ। ਦੇਖੋ, ਇਸ ਦੇਸ਼ ਵਿੱਚ ਪੁਰਾਤਨ ਪਰੰਪਰਾਵਾਂ ਵਿੱਚ ਸੰਸਾਰ ਦੀ ਨਿੰਦਾ ਕੀਤੀ ਗਈ, ਨਿਖੇਧੀ ਕੀਤੀ ਗਈ, ਗਿਰਨਾ ਕੀਤੀ ਗਈ, ਨਿਰਾਦਰੀ ਕੀਤੀ ਗਈ, ਪਰ ਗੁਰੂ ਨਾਨਕ ਦੇਵ ਜੀ ਨੇ ਇਸ ਸੰਸਾਰ ਨੂੰ ਪਰਮਾਤਮਾ ਦਾ ਪ੍ਰਗਟ ਰੂਪ ਕਿਹਾ। ਪਰ ਇੱਥੇ ਜੋ ਵੀ ਪ੍ਰਗਟ ਰੂਪ ਸੀ, ਉਸ ਦੀ ਨਿੰਦਾ ਕੀਤੀ ਗਈ। ਪਦਾਰਥ ਨੇ, ਉਹ ਪ੍ਰਾਣਾਂ ਦਾ ਪ੍ਰਗਟ ਰੂਪ ਹੈ, ਪਦਾਰਥਾਂ ਦੀ ਨਿੰਦਾ ਕੀਤੀ ਗਈ। ਸਰੀਰ ਦੇ ਜੀਵਨ ਦਾ ਪ੍ਰਗਟ ਰੂਪ ਹੈ, ਜੀਵਨ ਦੀ ਨਿੰਦਾ ਕੀਤੀ ਗਈ, ਸਰੀਰ ਦੀ ਨਿੰਦਾ ਕੀਤੀ ਗਈ। ਇੱਥੋਂ ਤੱਕ ਕਿਹਾ ਗਿਆ ਕਿ ਯੂ ਆਰ ਨਾਟ ਯੂਅਰ ਬਾਡੀ। ਪਰ ਭਾਰਤੀ ਪਰੰਪਰਾਵਾਂ ਨੇ ਮੈਟਰੀਅਲਿਜ਼ਮ ਨੂੰ ਜਾਂ ਪਦਾਰਥਵਾਦ ਨੂੰ ਅਤੇ ਰੂਹਾਨੀਅਤ ਵਿੱਚ ਸੰਘਰਸ਼ ਬਣਾਈ ਰੱਖਿਆ, ਪਰ ਗੁਰੂ ਸਾਹਿਬ ਨੇ ਇਸ ਸੰਘਰਸ਼ ਦੀ ਨਿਖੇਧੀ ਕੀਤੀ ਜਪਜੀ ਸਾਹਿਬ ਦੇ ਵਿੱਚ, ਕਿਉਂਕਿ ਇਸ ਦੇਸ਼ ਵਿੱਚ ਭੁੱਖਾ ਰਹਿਣਾ, ਵਰਤ ਰੱਖਣਾ ਇੱਕ ਪ੍ਰਕਾਰ ਦਾ ਧਰਮ ਦਾ ਇੱਕ ਅੰਗ ਬਣ ਗਿਆ ਸੀ। ਤੇ ਗੁਰੂ ਸਾਹਿਬ ਨੇ ਜਿਹੜਾ, ਕਿਉਂਕਿ ਇਸ ਦੇਸ਼ ਦੀਆਂ ਜਿਹੜੀਆਂ ਪਰੰਪਰਾਵਾਂ ਦੀ ਗੱਲ ਨੂੰ, ਪੁਰਾਣੀਆਂ ਨੂੰ ਦੇਖਦੇ ਉਹਦੇ ਵਿੱਚ ਕਿਵੇਂ ਨਵਾਂਪਨ ਲਿਆਉਣਾ ਸੀ, ਕਿਉਂਕਿ ਇੱਥੇ ਚੱਲ ਰਿਹਾ ਸੀ ਇਸ ਤਰ੍ਹਾਂ, ਜਿਹੜੇ ਜਿੰਨਾ ਜ਼ਿਆਦਾ ਦਿਨ ਭੁੱਖਾ ਰਹਿੰਦਾ ਉਹਨਾਂ ਵੱਡਾ ਮੁਨੀ ਮੰਨਿਆ ਜਾਂਦਾ। ਗੁਰੂ ਸਾਹਿਬ ਸਰੀਰਕ ਭੁੱਖ ਦੀ ਗੱਲ ਹੀ ਨਹੀਂ ਕਰਦੇ, ਉਹ ਮਨ ਦੀ ਭੁੱਖ ਦੀ ਗੱਲ ਕਰਦੇ ਨੇ, ਵਾਸਨਾ ਦੀ, ਡਿਜ਼ਾਇਰਸ ਦੀ ਗੱਲ ਕਰਦੇ ਨੇ। ਗੁਰੂ ਸਾਹਿਬ
ਸੱਚ ਦੀ ਪ੍ਰਾਪਤੀ ਵਾਸਤੇ ਧਾਰਮਿਕ ਰੂੜੀਵਾਦ ਤੇ ਕਰਮ ਕਾਂਡਾਂ ਦੀ ਨਿਖੇਧੀ ਕਰਦੇ ਨੇ ਜਪਜੀ ਸਾਹਿਬ ਵਿੱਚ। ਤੀਰਥਾਂ ਰਾਹੀਂ ਇਸ਼ਨਾਨ ਰਾਹੀਂ ਸੁੱਚ ਨਹੀਂ ਹੋਣੀ, ਸੁੱਚ ਸਰੀਰ ਦੀ ਨਹੀਂ, ਸੁੱਚ ਤਾਂ ਮਨ ਦੀ ਬੁੱਧੀ ਦੀ, ਇਨਰ ਦੀ, ਅੰਤੇਕਰਨ ਦੀ ਸੁੱਚ ਦੀ ਗੱਲ ਕਰ ਰਹੇ ਨੇ। ਮੌਨ ਵਰਤ ਨਹੀਂ, ਮਨ ਦੇ ਮੌਨ ਵਰਤ ਦੀ ਗੱਲ ਨਹੀਂ ਕੀਤੀ। ਭੁੱਖਿਆਂ ਭੁੱਖ ਨਾ ਉਤਰੇ ਚ ਕਿਹਾ ਕਿ ਇਹ ਅੰਨ ਤਿਆਗਣ ਲਈ ਨਹੀਂ ਕਿਹਾ, ਇਹ ਤ੍ਰਿਸ਼ਨਾ ਤਿਆਗਣ ਲਈ ਕਿਹਾ ਸੀਗਾ। ਗੁਰੂ ਨਾਨਕ ਸਾਹਿਬ ਅਨੰਤ ਜਨਮਾਂ ਤੋਂ ਮਨੁੱਖ ਨੂੰ ਮਨੁੱਖਤਾ ਤੋਂ, ਸੱਚ ਨੂੰ ਪਰਮਾਤਮਾ ਤੋਂ ਦੂਰ ਕੀਤਾ ਹੋਇਆ ਸੀ। ਤਾਂ ਇਸ ਲਈ ਗੁਰੂ ਨਾਨਕ ਸਾਹਿਬ ਨੇ ਅੱਗੇ ਇਹ ਵੀ ਚਿਤਾ ਦਿੱਤਾ ਕਿ ਸਹਿ ਸਿਆਣਪਾਂ ਨਾਲ ਜਿਹੜੀਆਂ ਨੇ ਇਹ ਚਤੁਰਾਈਆਂ ਚਤੁਰਭੁਜ ਪਾਈਏ, ਚਤੁਰਾਈ ਨਾ ਚਤੁਰਭੁਜ ਪਾਈਏ, ਇਹ ਵੀ ਸਿਆਤਾ ਕਿ ਸਹਿ ਸਿਆਣਪਾਂ ਵੀ ਨਹੀਂ ਚੱਲਦੀਆਂ। ਹਜ਼ਾਰਾਂ ਯੁਕਤੀਆਂ ਤੇ ਤਰਕਾਂ ਰੂਪੀ ਹਿਕਮਤਾਂ ਭਾਵੇਂ ਕੋਣ ਹੋਣ, ਚਲਾਕੀਆਂ ਕੋਣ ਹੋਣ, ਇਹ ਇੱਕ ਵੀ ਜੀਵ ਨਾਲ ਨਹੀਂ ਜਾਣੀਆਂ। ਤੇ ਇਹ ਸਿਆਣਪਾਂ ਗਿਆਨ ਦੀ ਨਿਪੁੰਨਤਾ ਕਰਕੇ ਨੇ, ਅਗਿਆਨਤਾ ਕਰਕੇ ਨੇ। ਔਰ ਫਿਰ ਉਸ ਤੋਂ ਬਾਅਦ ਗੁਰੂ ਸਾਹਿਬ ਸਚਿਆਰ ਬਣਨ ਦਾ ਫਾਰਮੂਲਾ ਸਮਝਾਉਣ ਲਈ, ਸਚਿਆਰ ਕਿਵੇਂ ਬਣ ਸਕਦੇ ਆ, ਫਿਰ ਇਹ ਸਵਾਲ ਕਰ ਦਿੱਤਾ, ਕਿਵ ਸਚਿਆਰਾ ਹੋਈਏ, ਕਿਵ ਕੂੜੇ ਟੁੱਟੇ ਪਾਰ। ਕਿ ਅਨੰਤ ਜਨਮਾਂ ਤੋਂ ਸੰਸਕਾਰ ਕਰਕੇ ਜੀਵ ਜਿਹੜਾ ਹੈ ਇਹ ਮਨੋਵਾਸਨਾ ਦੇ ਅਧੀਨ ਹੈ। ਜੋ ਜੋ ਕਰਮ ਕਰਦਾ ਹੈ, ਦੇਖਦਾ ਹੈ, ਸੁਣਦਾ ਹੈ, ਆਪਣੇ ਅੰਦਰ ਰੱਖਦਾ ਹੈ, ਇਹ ਸਭ ਕੂੜ ਹੈ। ਸਾਡੀ ਜੀਨਸ ਵਿੱਚ ਹੀ ਕੂੜ ਹੈ। ਕੂੜ ਦਾ ਸੁਭਾਅ ਇਲਤਾਂ ਵਾਲਾ ਹੁੰਦਾ ਹੈ। ਕਾਮ ਕੂੜ ਹੈ, ਕ੍ਰੋਧ ਕੂੜ ਹੈ, ਲੋਭ ਕੂੜ ਹੈ, ਮੋਹ ਕੂੜ ਹੈ, ਹੰਕਾਰ ਕੂੜ ਹੈ। ਇਹ ਪ੍ਰਸ਼ਨ ਵੀ ਤਾਂ ਕੀਤਾ ਕਿ ਕੂੜ ਦੀ ਦੀਵਾਰ ਟੁੱਟੇ ਕਿਵੇਂ, ਕਿ ਸਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਰ। ਹੁਣ ਦੇਖੋ ਇਹਦੇ ਚ ਇਸ ਤਰ੍ਹਾਂ ਲੱਗਦਾ ਹੈ ਕਿ 2 ਸਵਾਲ ਨੇ, ਇਹਦੇ ਵਿੱਚ 3 ਸਵਾਲ ਨੇ। ਇੱਕ ਪਹਿਲਾ ਕੀ ਹੈ ਕਿ ਸੱਤ ਦਾ ਗਿਆਨ ਕਿਵੇਂ ਮਿਲ ਸਕਦਾ ਹੈ, ਕਿਵ ਸਚਿਆਰਾ ਹੋਈਏ। ਦੂਜਾ ਹੈ ਕਰਮ ਕਾਂਡਾਂ ਤੋਂ ਨਿਜਾਤ ਕਿਵੇਂ ਪਾਈਏ। ਔਰ ਤੀਸਰਾ ਇਹ ਹੈ ਕਿ ਹਾਊ ਟੂ ਮੋਡ ਲਾਈਫ ਅਕੋਰਡਿੰਗ ਟੂ ਦ ਲਾ ਆਫ ਟਰੁਥ। ਸਚਿਆਰ ਬਣ ਕੇ ਜ਼ਿੰਦਗੀ ਕਿਵੇਂ ਬਤੀਤ ਕੀਤੀ ਜਾਵੇ। ਤਾਂ ਫਿਰ ਜਵਾਬ ਇਹ ਦੇ ਦਿੱਤਾ, ਹੁਕਮ ਰਜ਼ਾਈ ਚੱਲਣਾ। ਹੁਣ ਇਹਨਾਂ 3 ਸਵਾਲਾਂ ਦਾ ਜਿਹੜਾ ਸੰਬੰਧ ਸੀ ਇਹ ਸਮਾਜ ਨਾਲ ਸੀ, ਸੋਸ਼ਲ ਇੰਜੀਨੀਅਰਿੰਗ ਨਾਲ ਸੀ, ਮਨੁੱਖ ਨੂੰ, ਸੁਸਾਇਟੀ ਨੂੰ ਆਦਰਸ਼ ਬਣਾਉਣ ਦੀ ਚਾਹਤ ਨਾਲ ਸੀ। ਜਿਹੜੀ ਮੈਂ ਕਿਹਾ ਲਰਨਡ ਸੁਸਾਇਟੀ, ਡਿਵੈਲਪਡ ਸੁਸਾਇਟੀ, ਅਵੇਕਨਡ ਸੁਸਾਇਟੀ ਨਾਲ ਸੀ। ਤਾਂ ਗੁਰੂ ਨਾਨਕ ਸਾਹਿਬ ਨੇ ਮਨੁੱਖ ਨੂੰ ਸਮਝਾਇਆ ਕਿ ਹੁਕਮ ਰਜ਼ਾਈ ਚੱਲਣਾ, ਪਰਮਾਤਮਾ ਦੇ ਹੁਕਮ ਦੀ ਰਜ਼ਾ ਨਾਲ ਚੱਲਣਾ। ਦੇਖੋ ਜੀਵਨ ਜੀਣ ਦੇ 2 ਢੰਗ ਹੁੰਦੇ ਨੇ। ਇੱਕ ਢੰਗ ਹੈ ਸੰਘਰਸ਼ ਦਾ, ਆਪਾਧਾਪੀ ਦਾ, ਮੀ ਮਾਈ ਆਈ ਮੀ ਮਾਈ ਮਾਈਂਡ ਦਾ ਕਲਚਰ। ਔਰ ਇੱਕ ਢੰਗ ਸੀ ਸਮਰਪਣ ਦਾ। तो आई मी माइंड का कोई सवाल ही नहीं। जो संघर्षी है, जो आई मी माइंड करता है, वो संसारी है। और जो समर्पण वाला है वो धर्म नाल है, वो धार्मिक है। तो गुरु साहब ने हुक्म नाल रजा, पंजाबी रूप है हुक्म दा रजा, इनू जोड़ के एक ऐसा खूबसूरत सुमेल बना प्रस्तुत किया है जिस विच खेड़ा भी है, प्रसन्नता भी है। कहना यह चाहना कि हुक्म विच मनाउण दी शक्ति हुंदी है ते रजा विच राजी होंदी अपने चाह नाल जिहड़ी है वो किसी चीज नूं मनना। ये 2 चीज़ां नूं इकट्ठा कर दिता, हुक्म रजाई चलना। भाव यह है कि परमात्मा दे हुक्म विच राजी होके खुशी नाल चलना है। हुक्म मनन वेले मन विच मजबूरी नहीं होनी चाहिए। देखो हुक्म या रजा जिहड़े ने ये फारसी भाषा दे शब्द ने जिसका अर्थ है डिवाइन लॉ, रब्बी अनुशासन। यह अनुशासन सारी सृष्टि ते सारे ब्रह्मांड विच लागू है। इसकी उलंघना कोई नहीं कर सकता। और ये गल करके समझा दिता कि इस हुक्म राही रब्बी कानून अनुशासन जीवन विच भला है, उसके अनुशासन विच जीवन विच भला है। इत्थे गुरु पातशाह मनुख नूं डिसिप्लिन करन दी गल करदे ने। फिर अगे की कहता, हुक्मी होवन आकार हुक्म न कहा जाई, हुक्म हुवन जी हुक्म मिले विड्याई, हुक्मे अंदर सबको बाहर हुक्म ना कोई। सब कुछ उस अकाल पुरख दे हुक्म नाल जो है ये गल समझा दी है। जो कह रहे हैं हुक्मी होवन जी हुक्म मिले वड्याई, ये बड़ा सूक्ष्म दृष्टिकोण है। सारी लिविंग बीइंग है जिहड़ी ये उसके हुक्म विच पैदा हुई है। कोई सम आर बोर्न फ्रॉम सीड्स, कोई उत्भुज तो बीज तो पैदा हो रहे हैं, कुछ कोई चीज जिहड़ी है वो अंडियां तो पैदा हो रही है। सम आर फ्रॉम एग्स, सम आर फ्रॉम स्पर्म,
ਜੇਲ੍ਹ ਨਾਲ, ਸਮ ਆਰ ਫਰਮ ਪਸੀਨੇ ਨਾਲ, ਸਮ ਆਰ ਫਰਮ ਜਿਹੜੀ ਹੈ ਉਹ ਪਸੀਨੇ ਨਾਲ ਪੈਦਾ ਹੋ ਰਹੀ ਹੈ। ਉਹ ਡਿਫਰੈਂਟ ਕੈਟੇਗਰੀਜ਼ ਆਫ ਲਿਵਿੰਗ ਬੀਇੰਗ, ਅਲੱਗ-ਅਲੱਗ ਜੀਵ ਜਿਹੜੇ ਨੇ, ਹਰ ਚੀਜ਼ ਆਪਣੇ ਆਪਣੇ ਤਰੀਕੇ ਨਾਲ ਪੈਦਾ ਹੋ ਰਹੀ ਹੈ ਔਰ ਹਰ ਚੀਜ਼ ਜਿਹੜੀ ਹੈ ਉਹ ਆਪਣੇ ਆਪਣੇ ਤਰੀਕੇ ਨਾਲ ਉਹਦੀ ਜੁਗਤ ਹੈ ਉਸ ਨੂੰ ਅੱਗੇ ਦੁਨੀਆ ਦੇ ਵਿੱਚ ਜੀਣ ਦੀ। ਤੇ ਹੁਕਮ ਮਿਲੇ ਵਡਿਆਈ ਵਿੱਚ ਜਿਹੜੀ ਗੱਲ ਗੁਰੂ ਸਾਹਿਬ ਕਹਿਣਾ ਚਾਹੁੰਦੇ ਨੇ ਕਿ ਇਹਨਾਂ ਸਾਰੀ ਲਿਵਿੰਗ ਬੀਇੰਗ ਦੇ ਵਿੱਚ ਇੱਕ ਮਨੁੱਖ ਐਸਾ ਜਿਸ ਨੂੰ ਇਹਨਾਂ ਸਾਰਿਆਂ ਤੋਂ ਕਰਾਊਨਿੰਗ ਪੋਜੀਸ਼ਨ ਹੈ, ਵਡਿਆਈ ਮਿਲੀ ਹੋਈ ਹੈ। ਜਿਵੇਂ ਗੁਰੂ ਅਰਜਨ ਸਾਹਿਬ ਜੀ ਦਾ ਇੱਕ ਫਰਮਾਨ ਹੈ, 184 ਜੋਨ ਸਬਾਈ ਮਾਨਸ ਕੀ, ਮਾਨਸ ਕੋ ਪ੍ਰਭ ਦੀ ਵਡਿਆਈ, ਕਿ ਮਾਨਸ ਨੂੰ ਵਡਿਆਈ ਦਿੱਤੀ ਹੋਈ ਹੈ ਕਿਉਂਕਿ ਇਸ ਦੇ ਵਿੱਚ ਸੋਚਣ ਦੀ ਸ਼ਕਤੀ ਹੈ। ਹੁਕਮ ਮਿਲੇ ਵਡਿਆਈ ਜਿਹੜੀ ਹੈ, ਇਹਨੂੰ ਮੈਂ ਵਾਰ-ਵਾਰ ਇਸ ਲਈ ਇਸ ਨੂੰ ਮੈਂ ਦੁਬਾਰਾ ਕਰ ਰਿਹਾ ਕਿ ਇਸ ਨੂੰ ਬੜਾ ਸਮਝਣ ਦਾ ਗੱਲ ਹੈ। ਇਹ ਜਿਹੜੀ ਵਡਿਆਈ ਹੈ ਦੁਨਿਆਵੀ ਵਡਿਆਈ ਦੀ ਗੱਲ ਨਹੀਂ ਕਰਦੇ। ਪਰਮਾਤਮਾ ਨੇ ਤੁਹਾਨੂੰ ਸੋਚਣ ਲਈ ਸਮਝ ਦਿੱਤੀ ਹੈ, ਸੁਰਤ, ਮਤ, ਮਨ, ਬੁੱਧ ਦਿੱਤੀ ਹੈ ਔਰ ਫਿਰ ਸੁਤੰਤਰ ਛੱਡ ਦਿੱਤਾ ਹੈ। ਹੁਣ ਇਹ ਤੁਹਾਡੇ ਤੇ ਹੈ, ਦੁਖੀ ਹੋਣਾ ਚਾਹੁੰਦੇ ਹੋ ਤਾਂ ਦੁਖੀ ਹੋਵੋ, ਸੁਖੀ ਹੋਣਾ ਚਾਹੁੰਦੇ ਹੋ ਤਾਂ ਸੁਖੀ ਹੋਵੋ, ਅੱਖਾਂ ਖੋਲਣਾ ਚਾਹੋ ਤੇ ਖੋਲੋ, ਬੰਦ ਰੱਖਣਾ ਚਾਹੋ ਤੇ ਬੰਦ ਰੱਖੋ। ਪਰਮਾਤਮਾ ਦੀਆਂ ਕੁਦਰਤ ਦੀਆਂ ਨਿਆਮਤਾਂ ਦਾ ਨੂੰ ਅਨੁਭਵ ਨਹੀਂ ਕਰ ਰਹੇ ਤਾਂ ਇਹ ਪਰਮਾਤਮਾ ਦਾ, ਕੁਦਰਤ ਦਾ ਅਪਮਾਨ ਨਹੀਂ ਹੈ, ਤੁਹਾਡਾ ਆਪਣਾ ਅਪਮਾਨ ਹੈ। ਚੰਗਾ ਮੰਦਾ ਸਮਝਣ ਤੇ ਸੋਚਣ ਦੀ ਤੁਹਾਨੂੰ ਸ਼ਕਤੀ ਦਿੱਤੀ ਹੈ, ਤੁਹਾਡੇ ਕੋਲ ਹੈ। ਤਾਂ ਗੁਰੂ ਨਾਨਕ ਸਾਹਿਬ ਇਸ ਤਰ੍ਹਾਂ ਹੁਕਮ ਮਿਲੇ ਵਡਿਆਈ ਦਾ ਹੀ ਤੁਹਾਨੂੰ ਸਮਝਾ ਰਹੇ ਨੇ ਕਿ ਪੂਰੀ ਲਿਵਿੰਗ ਬੀਇੰਗ ਵਿੱਚ ਇੱਕ ਵਡਿਆਈ ਤੁਹਾਨੂੰ ਦਿੱਤੀ ਹੈ। ਇਹ ਮਨੁੱਖੀ ਵਿਕਾਸ ਦੀ ਸਭ ਤੋਂ ਉੱਚੀ ਪੱਧਰ ਹੈ। ਤਾਂ ਇਸ ਨਾਤੇ ਉਸ ਤੋਂ ਉਮੀਦ ਕੀ ਕਰਨੀ ਚਾਹੀਦੀ ਹੈ ਮਨੁੱਖ ਤੋਂ ਕਿ ਉਹ ਸਭ ਨਾਲ, ਪੂਰੀ ਲਿਵਿੰਗ ਬੀਇੰਗ ਨਾਲ ਜ਼ਿਆਦਾ ਸੈਂਸਿਟਿਵ ਹੋਵੇ, ਸੰਵੇਦਨਸ਼ੀਲ ਹੋਵੇ। ਵਿਕਾਸ ਦੀ ਉੱਚੀ ਪੱਧਰ ਜਿਹੜੀ ਹੁਕਮ ਮਿਲੇ ਵਡਿਆਈ ਹੈ, ਉਸ ਕਾਰਨ ਮਨੁੱਖ ਨੂੰ ਦੂਜਿਆਂ ਪ੍ਰਤੀ ਵੱਧ ਨੈਤਿਕ, ਦਿਆਲੂ ਤੇ ਜ਼ਿੰਮੇਵਾਰ ਹੋਣਾ ਚਾਹੀਦਾ ਹੈ। ਇਹ ਹੁਕਮ ਮਿਲੇ ਵਡਿਆਈ ਦਾ ਮਤਲਬ ਹੈ। ਫਿਰ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਕਿ ਸਾਰੇ ਹੁਕਮ ਦੇ ਅੰਦਰ ਨੇ, ਉਹਦੀ ਕਮਾਂਡ ਦੇ ਵਿੱਚ ਨੇ, ਉਸ ਤੋਂ ਬਾਹਰ ਹੋਇਆ ਹੀ ਨਹੀਂ ਜਾ ਸਕਦਾ। ਤਾਂ ਉਸ ਦੇ ਹੁਕਮ ਨੂੰ ਬੈਟਰ ਹੀ ਹੈ ਕਿ ਵਿਦ ਗ੍ਰੇਸ ਉਹਦੇ ਵਿੱਚ ਰਜ਼ਾ ਮਿਲਾਓ। ਇਸ ਤਰ੍ਹਾਂ ਹੁਕਮ ਦੀ ਪੌੜੀਆਂ ਵਿੱਚ ਸਮਝਣਾ ਇਹ ਹੈ ਕਿ ਗੁਰੂ ਸਾਹਿਬ ਨੇ ਹੁਕਮ ਸ਼ਬਦ ਸਾਰੇ ਬ੍ਰਹਮੰਡ ਵਿੱਚ ਜਿਹੜਾ ਆਰਗੇਨਾਈਜ਼ ਸਿਸਟਮ ਹੈ, ਵਿਆਪਕ ਪ੍ਰਬੰਧੀ ਵਿਗਿਆਨ, ਜਿਵੇਂ ਕਹਿੰਦੇ ਨੇ ਪ੍ਰਬੰਧੀ ਵਿਧਾਨ ਕਹਿ ਲਓ, ਪ੍ਰਬੰਧੀ ਵਿਗਿਆਨ ਕਰ ਲਓ, ਉਹਦੀ ਵਿਆਖਿਆ ਹੁਕਮ ਦੀ ਪੌੜੀਆਂ ਵਿੱਚ ਕੀਤੀ ਹੈ। ਫਿਰ ਜਪਜੀ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਵਾਰ-ਵਾਰ ਇਹ ਦ੍ਰਿੜਾ ਰਹੇ ਨੇ ਕਿ ਪਰਮਾਤਮਾ ਦੀ ਸਤਾ ਅਕਥ ਹੈ, ਕਹਿਣਾ ਕਥਨ ਨਾ ਜਾਏ। ਵੇਦ, ਕਤੇਬ, ਸ਼ਾਸਤਰ ਇਹ ਸਾਰੇ ਰੱਬੀ ਸਤਾ ਨੂੰ ਬਿਆਨ ਨਹੀਂ ਕਰ ਸਕੇ, ਪਰ ਯੁਗਾ ਯੁਗੰਤਰਾਂ ਤੋਂ ਉਸ ਦੀ ਅਕਹਿ ਸਤਾ ਦਾ ਬਿਆਨ ਕਰਨ ਦੀ ਲਗਾਤਾਰ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਹੁੰਦੀਆਂ ਆ ਰਹੀਆਂ ਨੇ ਅਲੱਗ-ਅਲੱਗ ਮਜ਼ਹਬਾਂ ਰਾਹੀਂ। ਇਹ ਕੋਸ਼ਿਸ਼ ਹੁੰਦੀ ਰਹਿਣੀ ਚਾਹੀਦੀ ਕਿਉਂਕਿ ਇਸ ਤਰ੍ਹਾਂ ਦੀਆਂ ਲਗਾਤਾਰ ਕੋਸ਼ਿਸ਼ਾਂ ਵਿੱਚੋਂ ਹੀ ਰੂਹਾਨੀ ਤੇ ਆਤਮਿਕ ਵਿਕਾਸ ਦਾ ਜਿਹੜਾ ਰਾਹ ਨਿਕਲਣ ਦੀ ਸੰਭਾਵਨਾ ਹੁੰਦੀ ਹੈ ਅਤੇ ਲਗਾਤਾਰ ਇਸ ਤਰ੍ਹਾਂ ਦੀ ਕੋਸ਼ਿਸ਼ਾਂ ਹੀ ਸਾਡੀ ਜਿਹੜੀ ਸਾਡੀ ਬੁੱਧੀ ਹੈ ਉਹਦਾ ਵਿਕਾਸ ਕਰਦੀ ਹੈ। ਤਾਂ ਗੁਰੂ ਸਾਹਿਬ ਨੇ ਹੁਕਮੀ ਭਾਵ ਪਰਮਾਤਮਾ ਨਾਲ ਪ੍ਰੇਮ ਦਾ ਸੰਬੰਧ ਜੋੜਨ ਲਈ ਪਰਮਾਤਮਾ ਨੇ ਜਿਤਨਾ ਬਲ ਬਖਸ਼ਿਆ ਹੈ ਉਸ ਅਨੁਸਾਰ ਉਸਦੇ ਗੁਣ ਗਾਉਣਾ, ਕਰੋੜਾਂ ਵਾਰ ਪਰਮਾਤਮਾ ਦੀ ਸਿਫਤ ਦੇ ਕਥਨ ਕਰਨ ਦੇ ਯਤਨ ਕਰਨ ਦੀ ਗੱਲ ਜਿਹੜੀ ਹੈ ਸਾਨੂੰ ਸਮਝਾਈ ਹੈ। ਪਰ ਨਾ ਉਸਦੇ ਕਥਨ ਮੁੱਕਦੇ ਨੇ, ਨਾ ਹੀ ਉਸਦੀਆਂ ਸਿਫਤਾਂ ਮੁੱਕਦੀਆਂ ਨੇ। ਤਾਂ ਪਰਮਾਤਮਾ ਆਪਣੀਆਂ ਦਾਤਾਂ ਜੁਗਾਂ ਤੋਂ ਦਿੱਤੀ ਜਾ ਰਿਹਾ ਹੈ, ਪਰ ਲੈਣ ਵਾਲੇ ਲੈ ਕੇ ਥੱਕ ਜਾਂਦੇ ਨੇ। ਪਰ ਪਰਮਾਤਮਾ ਅਣਗਿਣਤ ਦਾਤਾਂ ਦਿੰਦੇ ਨੇ, ਪ੍ਰਫੁੱਲਤ ਹੋ ਰਹੇ ਨੇ, ਪਰ ਦਾਤਾਂ ਦੇ ਕੇ ਵੀ ਪ੍ਰਫੁੱਲਤ ਹੋ ਰਹੇ ਨੇ, ਬੜੇ ਵਿਕਾਸ ਦੇ ਵਿੱਚ ਨੇ। ਪਰ ਹੁਣ ਗੁਰੂ ਨਾਨਕ ਸਾਹਿਬ ਜਿਹੜੀ ਗੱਲ ਕਰਦੇ ਨੇ ਕਿ ਕਿਵ ਸਚਿਆਰਾ ਹੋਈਏ, ਕਿਵ ਕੂੜੇ ਟੁੱਟੇ ਪਾਲ, ਇਹਦੇ ਸਵਾਲ ਦਾ ਜਵਾਬ ਸਪਸ਼ਟ ਕਰਕੇ ਅਗਲਾ ਪ੍ਰਸ਼ਨ ਫਿਰ ਕਰਦੇ ਨੇ ਕਿ ਆਖੇ ਮੰਦੀਏ ਦੇ ਦਾਤ ਕਰੇ ਦਾਤਾਰ, ਫਿਰ ਕੇ ਅੱਗੇ ਰੱਖੀਏ ਜਿਤ ਦਿਸੇ ਦਰਬਾਰ। ਦੇਖੋ ਜੀਵ ਪਰਮਾਤਮਾ का पासों ਦਾਤਾ ਮੰਗਦਾ ਹੈ, ਪਰਮਾਤਮਾ ਬਖਸ਼ਿਸ਼ ਕਰਦਾ ਹੈ। ਜੀਵ ਕਿਹੜੇ ਸ਼ਬਦ ਬੋਲੇ, ਕਿਹੜੀ ਭਾਸ਼ਾ ਬੋਲੇ ਜਿਸ ਨੂੰ ਸੁਣ ਕੇ ਉਹ ਪਿਆਰ ਕਰੇ, ਉਹ ਪ੍ਰੇਮ ਕਰੇ। ਤਾਂ ਜਵਾਬ ਇਹ ਹੈ ਕਿ ਉਸ ਤੱਕ ਪਹੁੰਚਣ ਦਾ ਜਿਹੜੀ ਭਾਸ਼ਾ ਹੈ ਉਹ ਅਪਾਰ ਪ੍ਰੇਮ ਹੈ, ਅਨੰਤ ਪ੍ਰੇਮ ਹੈ। ਜੇ ਸਾਰੀਆਂ ਦਾਤਾਂ ਉਹ ਆਪ ਦੇ ਰਿਹਾ ਹੈ, ਬਖਸ਼ ਰਿਹਾ ਹੈ, ਫਿਰ ਕਿਹੜੀ ਭੇਟਾ ਅਕਾਲ ਪੁਰਖ ਦੇ ਅੱਗੇ ਰੱਖੀ ਜਾਵੇ ਜਿਸ ਸਦਕੇ ਉਸਦੇ ਜਿਹੜੀ ਹੈ ਸਾਨੂੰ ਦਰਸ਼ਨ ਹੋ ਜਾਣ, ਜਿਹੜੇ ਉਹ ਸਾਡੇ ਜਿਹੜੇ ਹੈ ਉਹ ਉਸਦੇ ਨਾਲ ਸਾਡਾ ਪ੍ਰੇਮ ਜਿਹੜਾ ਉਹ ਬਣਿਆ ਰਵੇ। ਤਾਂ ਫਿਰ ਗੁਰੂ ਸਾਹਿਬ ਕਹਿ ਰਹੇ ਨੇ ਕਿ ਵਡਿਆਈਆਂ ਦਾ, ਉਹਨਾਂ ਦੀਆਂ ਵਡਿਆਈਆਂ ਦਾ, ਪਰਮਾਤਮਾ ਦੀ ਵਡਿਆਈਆਂ ਦਾ ਵਿਚਾਰ
ਤੋਂ ਭਾਵ ਹੈ ਆਤਮਿਕ ਦ੍ਰਿਸ਼ਟੀ ਪ੍ਰਾਪਤ ਕਰਨੀ, ਯਾਨੀ ਉਸ ਦਾ ਸਾਧਨ ਫਿਰ ਦੱਸਿਆ ਅੰਮ੍ਰਿਤ ਵੇਲਾ। ਦੇਖੋ ਗ੍ਰੰਥਾਂ ਸ਼ਾਸਤਰਾਂ ਵਿੱਚ ਸਵੇਰੇ ਤੜਕਸਾਰ ਅਰਲੀ ਮਾਰਨਿੰਗ ਨੂੰ ਅੰਮ੍ਰਿਤ ਵੇਲਾ ਕਿਹਾ। ਰਾਤ ਭਰ ਸੌਣ ਤੋਂ ਬਾਅਦ ਅੰਮ੍ਰਿਤ ਵੇਲੇ ਜਿਸਮ ਤਾਜ਼ਾ ਹੁੰਦਾ ਹੈ, ਰਾਤ ਦਾ ਖਾਣਾ ਡਾਈਜੈਸਟ ਹੋ ਚੁੱਕਾ ਹੁੰਦਾ ਹੈ, ਮਨ ਦੁਨੀਆ ਵਿੱਚ ਨਹੀਂ ਫੈਲਿਆ ਹੁੰਦਾ, ਵਾਤਾਵਰਨ ਸ਼ਾਂਤ ਤੇ ਤਾਜ਼ਾ ਤੇ ਰੂਹਾਨੀਅਤ ਦੀਆਂ ਨਿਰਮਲ ਤਰੰਗਾਂ ਨਾਲ ਭਰਿਆ ਹੁੰਦਾ ਹੈ। ਇਸ ਲਈ ਅੰਮ੍ਰਿਤ ਵੇਲਾ ਜਿਹੜਾ ਅਰਲੀ ਮਾਰਨਿੰਗ ਹੈ, ਉਸ ਵੇਲੇ ਨਾਮ ਜਪਣ ਦਾ ਜਿਹੜਾ ਹੈ ਉਹ ਇੱਕ ਅਲੱਗ ਜਿਹੜੀ ਹੈ ਉਹ ਇੱਕ ਅਲੱਗ ਉਹਦਾ ਲੋ ਹੈ, ਅਲੱਗ ਉਹਦਾ ਜਿਹੜਾ ਆਨੰਦ ਹੈ। ਤੋ ਪਰ ਇਸ ਨੂੰ ਗੱਲ ਸਮਝਣੀ ਹੈ ਕਿ ਅੰਮ੍ਰਿਤ ਵੇਲਾ ਸਿਰਫ ਅਰਲੀ ਮਾਰਨਿੰਗ ਹੀ ਨਹੀਂ ਹੈ। ਮੈਂ ਕਹਿਣਾ ਇਹ ਚਾਹ ਰਿਹਾ ਕਿ ਜੇ ਬਾਣੀ ਦੇ ਵਿੱਚ ਹੈ ਨਾ, ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤੀ ਹੋਏ। ਇਸ ਲਈ ਮੈਨੂੰ ਜਿਹੜਾ ਮੇਰਾ ਕੰਮ ਹੈ ਉਸ ਦੇ ਵਿੱਚ ਮੈਂ ਦੇਖਿਆ ਕਿ ਅੰਮ੍ਰਿਤ ਵੇਲਾ 3 ਪ੍ਰਕਾਰ ਦਾ ਆਪਾਂ ਕਹਿ ਸਕਦੇ ਹਾਂ। ਇੱਕ ਤਾਂ ਪ੍ਰਭਾਤ ਸਮੇਂ ਜੋ ਪਿਛਲੀ ਰਾਤ ਦਾ ਹੁੰਦਾ, ਉਹਦੇ ਲਈ ਅਰਲੀ ਮਾਰਨਿੰਗ ਲਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ 2-3 ਸ਼ਬਦ ਇਸ ਤਰ੍ਹਾਂ ਜਿਵੇਂ ਪ੍ਰਭਾਤ, ਬਲਕਿ ਇਹ ਵਰਡ ਆਏ। ਦੂਜਾ ਜਿਹੜਾ ਅੰਮ੍ਰਿਤ ਵੇਲਾ ਹੈ ਉਹ ਸੰਤ ਸਮਾਗਮ ਰੂਪੀ ਅੰਮ੍ਰਿਤ ਵੇਲਾ। ਜਦੋਂ ਤੁਸੀਂ ਕਿਸੇ ਸੰਤਾਂ ਦੀ ਸਮਾਗਮ ਵਿੱਚ, ਚੰਗੇ ਬੰਦਿਆਂ ਦੀ ਸਮਾਗਮ ਵਿੱਚ, ਜਿਹੜੇ ਰੱਬ ਨਾਲ ਜੁੜੇ ਹੋਏ ਨੇ, ਉਹਨਾਂ ਦੇ ਨਾਲ ਜਦੋਂ ਸੰਗਤ ਕਰ ਰਹੇ ਹੋ, ਉਹ ਵੀ ਅੰਮ੍ਰਿਤ ਵੇਲਾ ਹੈ। ਔਰ ਤੀਸਰਾ ਜਿਹੜਾ ਹੈ ਚਿੱਤ ਦੀ ਇਕਾਗਰਤਾ, ਚਿੱਤ ਦੀ ਇਕਾਗਰਤਾ ਦੀ ਦਸ਼ਾ ਵੀ ਅੰਮ੍ਰਿਤ ਵੇਲਾ ਹੈ। ਜਦੋਂ ਵੀ ਅਸੀਂ ਚਿੱਤ ਉਸ ਪਰਮਾਤਮਾ ਦਾ ਅਹਿਸਾਸ ਕਰ ਰਹੇ ਹਾਂ, ਉਹ ਵੀ ਅੰਮ੍ਰਿਤ ਵੇਲਾ ਹੈ। ਹੁਣ ਮੈਂ ਬੋਲ ਰਿਹਾ, ਤੁਸੀਂ ਸੁਣ ਰਹੇ ਹੋ, ਇਸ ਬੋਲਣ ਤੇ ਸੁਣਨ ਦੇ ਵਿੱਚ ਅਗਰ ਤੁਹਾਨੂੰ ਪਰਮਾਤਮਾ ਦਾ ਚਿੱਤ ਆ ਰਿਹਾ ਹੈ ਤਾਂ ਇਹ ਵੀ ਅੰਮ੍ਰਿਤ ਵੇਲਾ। ਅੰਮ੍ਰਿਤ ਵੇਲਾ ਇਕਾਗਰਤਾ ਦਾ ਵੇਲਾ ਹੈ। ਜਿਸ ਸਮੇਂ ਵੀ ਵਾਤਾਵਰਨ ਤੇ ਬੁੱਧੀ ਦੀ ਤਾਜ਼ਗੀ ਆਤਮਿਕ ਉਲਾਰਾ ਲਿਆਉਂਦੀ ਹੈ, ਉਹ ਅੰਮ੍ਰਿਤ ਵੇਲਾ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਅਰਲੀ ਮਾਰਨਿੰਗ ਜਿਹੜੀ ਹੈ ਉਹ ਸ਼ਾਂਤ ਹੁੰਦਾ ਹੈ ਔਰ ਉਹ ਬੜਾ ਹੀ ਇੱਕ ਪਰਫੈਕਟ ਟਾਈਮ ਹੁੰਦਾ ਹੈ। ਤਾਂ ਅੰਮ੍ਰਿਤ ਵੇਲਾ ਸਮੇਂ ਦਾ ਪਾਬੰਦ ਨਹੀਂ, ਅੰਮ੍ਰਿਤ ਵੇਲਾ ਮਨ ਦੀ ਇੱਕ ਅਵਸਥਾ ਹੈ, ਸਟੇਟ ਆਫ ਮਾਈਂਡ ਹੈ। ਆਪਣੇ ਅੰਤःਕਰਨ, ਅੰਤਰ ਧਿਆਨ, ਇਨਰ ਇੰਜੀਨੀਅਰਿੰਗ ਨਾਲ ਅੰਮ੍ਰਿਤ ਵੇਲੇ ਨੂੰ ਕ੍ਰੀਏਟ ਕੀਤਾ ਜਾ ਸਕਦਾ, ਉਹਦੀ ਸਿਰਜਣਾ ਕੀਤੀ ਜਾ ਸਕਦੀ ਹੈ। ਅਤੇ ਇਹ ਅਵਸਥਾ ਹੀ ਇੱਕੋ ਇੱਕ ਸਾਧਨ ਹੈ ਪਰਮਾਤਮਾ ਨੂੰ ਪਿਆਰ ਪਾਉਣ। ਔਰ ਫਿਰ ਗੁਰੂ ਸਾਹਿਬ ਸਮਝਾ ਰਹੇ ਕਿ ਉਸ ਦੀ ਵਡਿਆਈ ਦੀ ਵਿਚਾਰ ਦੀ ਸਥਿਤੀ ਲਈ ਗੁਰੂ ਦੀ ਸ਼ਰਨ ਜਿਹੜਾ ਉਹ ਜਾਣਾ ਹੀ ਪਵੇਗਾ। ਵਿਦਆਊਟ ਗੁਰੂ ਦੀ ਸ਼ਰਨ, ਵਿਦਆਊਟ ਹਿਸ ਗ੍ਰੇਸ ਜਿਹੜੀ ਹੈ ਉਹ ਜਿਹੜਾ ਉਹ ਤੁਹਾਨੂੰ ਉਹਦੀ ਵਡਿਆਈਆਂ ਦਾ ਜਾਂ ਉਹਦੇ ਵਿਚਾਰ ਨਹੀਂ ਕੀਤਾ ਜਾ ਸਕਦਾ। ਉਸ ਤੋਂ ਬਾਅਦ ਫਿਰ ਜਿਹੜੀ ਗੱਲ ਆਉਂਦੀ ਹੈ ਉਹ ਹੈ ਕਿ ਗੁਰੂ ਦੀ ਸ਼ਰਨ ਵਿੱਚ ਜਾਵਾਂਗੇ ਤਾਂ ਹੀ ਤਾਂ ਸਾਡੀ ਮਤ ਵਿੱਚ ਜਿਹੜੇ ਹੈ ਉਹ ਕੀਮਤੀ ਹੋ ਜਾਏਗੀ। ਮਤ ਵਿੱਚ ਰਤਨ ਜਵਾਰ ਮਾਨਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਹਜ਼ਾਰਾਂ ਗੱਲਾਂ ਸੁਣਨ ਨਾਲ ਕੁਝ ਨਹੀਂ ਹੋਣਾ, ਇੱਕੋ ਹੀ ਸੁਣਨ ਨਾਲ ਸਭ ਕੁਝ ਹੋ ਜਾਣਾ। ਤਾਂ ਉਸ ਲਈ ਜਪਜੀ ਸਾਹਿਬ ਦੇ ਵਿੱਚ 4 ਪੌੜੀਆਂ ਜਿਹੜੀਆਂ ਨੇ ਉਹ ਸੁਣਨ ਦੀਆਂ ਨੇ। 4 ਪੌੜੀਆਂ ਸੁਣਨ ਦੀ ਹੈ। ਇਹ ਜਿਹੜੀ ਸੁਣਨ ਦੀ ਮਹਿਮ ਹੈ ਇਹਨੂੰ ਸ਼ਰਵਣ ਕਹਿੰਦੇ ਨੇ, ਸਰਵਣ। ਕਿ ਇਹ ਜਿਹੜੀ ਉੱਚ ਅਵਸਥਾ ਜਿਹੜੀ ਹੈ, ਇਹਦੀ ਇਸ ਅਵਸਥਾ ਦਾ ਜ਼ਿਕਰ ਜਿਹੜਾ ਹੈ ਇਹ ਸਰਵਣ ਭਗਤੀ ਦੇ ਵਿੱਚ ਆਉਂਦਾ ਹੈ। ਦੇਖੋ ਜੈਨਿਜ਼ਮ ਦੇ ਵਿੱਚ ਮਹਾਵੀਰ ਨੇ ਮੋਕਸ਼ ਲਈ 4 ਘਾਟ ਦੱਸੇ ਨੇ, ਮੁਕਤੀ ਲਈ ਦੱਸੇ ਨੇ, ਜਿਨ੍ਹਾਂ ਵਿੱਚੋਂ ਸ਼ਰਾਵਕ ਦਾ ਮਤਲਬ ਹੁੰਦਾ ਸੁਣਨ ਵਾਲਾ ਚੇਲਾ, ਜੋ ਸੁਣਨ ਵਿੱਚ ਸਮਰੱਥ ਹੈ, ਸੁਣਨ ਦੀ ਆਰਟ ਸਿੱਖ ਗਿਆ, ਕਲਾ ਸਿੱਖ ਗਿਆ, ਜਿਸ ਨੇ ਜਾਣ ਲਿਆ ਕਿ ਕਿਵੇਂ ਸੁਣਨਾ ਹੈ, ਪਛਾਣ ਲਿਆ ਕਿ ਸੁਣਨਾ ਕੀ ਹੈ, ਉਹੀ ਸ਼ਰਾਵਕ ਹੈ। ਹੁਣ ਸਰਵਣ ਦੀ ਕਲਾ ਜਾਂ ਸੁਣਨ ਦੀ ਸ਼ਕਤੀ ਤਦ ਹੀ ਮਿਲਦੀ ਹੈ ਜਦ ਅੰਦਰਲਾ ਵਾਰਤਾਲਾਪ ਬੰਦ ਹੋ ਜਾਏਗਾ, ਫਿਰ ਆਪਣੇ ਅੰਦਰ ਸੁਣਨਾ ਆ ਜਾਵੇਗਾ। ਮੈਂ ਐਸੇ ਵਿਅਕਤੀ ਨੂੰ ਮਿਲਿਆ ਜਿਹੜਾ ਆਪਣੇ ਅੰਦਰ ਜਿਹੜੀ ਬਲੱਡ ਚੱਲ ਰਿਹਾ, ਉਹਦੀ ਵੀ ਬਲੱਡ ਚੱਲਣ ਦੀ ਵੀ ਜਿਹੜੀ ਵਾਇਸ ਹੈ ਉਹ ਸੁਣ ਸਕਦਾ ਹੈ, ਕਿਉਂਕਿ ਉਹਨੇ ਮਨ ਦੀਆਂ ਜਿਹੜੀਆਂ ਸਾਰੀਆਂ ਜਿਹੜੀ ਚਾਲਾਂ ਨੇ ਉਸਨੂੰ ਡਿਸਿਪਲਿਨ ਕੀਤਾ ਸੀ। ਮਨ ਦੇ ਸਬਜੈਕਟ ਵਿੱਚ ਇਹ ਗੱਲ ਵੀ ਕੀਤੀ ਹੈ। ਮੈਂ ਫਿਰ ਕਹਿਣਾ ਕਿ ਸਰਵਣ ਦੀ ਕਲਾ, ਸੁਣਨ ਦੀ ਸ਼ਕਤੀ ਤਦ ਹੀ ਮਿਲਦੀ ਹੈ ਜਦ ਅੰਦਰਲਾ ਵਾਰਤਾਲਾਪ ਬੰਦ ਹੋ ਜਾਂਦਾ ਹੈ। ਦੇਖੋ ਇਹਨੂੰ ਹੁਣ ਸੁਣਨੇ ਨੂੰ ਸਮਝਣਾ ਹੈ। ਇਹ ਜਿਹੜੀਆਂ ਸੁਣਨ ਦੀਆਂ 4 ਪੌੜੀਆਂ ਨੇ, ਇਸ ਨੂੰ ਬੜਾ ਸਮਝਣ ਦੀ ਜ਼ਰੂਰਤ ਹੈ। ਇੱਕ ਹੁੰਦਾ ਹੀਅਰਿੰਗ, ਪਰਸੀਵਡ ਸਾਊਂਡ ਵਿਦ ਈਅਰ, ਆਵਾਜ਼ ਸੁਣ ਲਈ। ਇੱਕ ਹੁੰਦਾ ਲਿਸਨਿੰਗ, ਇੱਥੇ ਲਿਸਨਿੰਗ ਦੀ ਗੱਲ ਕਰ ਰਹੇ ਨੇ ਗੁਰੂ ਸਾਹਿਬ। ਇਟ ਮੀਨਸ
give one's attention to a sound, ਜੋ ਕੁਝ ਬੋਲਿਆ ਜਾ ਰਿਹਾ ਉਹਦੇ ਵੱਲ ਤੁਹਾਡੀ ਅਟੈਂਸ਼ਨ ਹੈ, ਉਹਨੂੰ ਲਿਸਨਿੰਗ ਹੈ। ਹੀਅਰਿੰਗ ਹੈ, ਸੁਣ ਕੇ ਤੁਸੀਂ ਇੱਥੇ ਸੁਣਨਾ ਜਿਹੜਾ ਹੈ ਇਹ ਲਿਸਨਿੰਗ ਦੀ ਗੱਲ ਹੈ। ਇਸ ਲਈ ਅਸੀਂ ਸੁਣਨ ਨੂੰ ਤੇ ਘਾਟਾਂ ਲੇਕਿਨ ਕਹਿੰਦੇ ਜ਼ਿਆਦਾ। ਸਾਨੂੰ ਤਾਂ ਪਰਮਾਤਮਾ ਨੇ 2 ਕੰਨ ਦਿੱਤੇ ਨੇ, ਜ਼ਬਾਨ ਇੱਕ ਦਿੱਤੀ ਹੈ, ਯਾਨੀ ਡਬਲ ਸੁਣਨਾ ਹੈ, ਬੋਲਣਾ ਸਿੰਗਲ ਹੈ। ਕਿ if God had wanted us to talk more than listen, he would have given us 2 mouths rather than 2 ears। ਫਿਰ ਸੁਣਨ ਦੀ ਮਹਿਮਾ ਹੋਰ ਸੁਣੋ, ਬੜੀ ਖੂਬਸੂਰਤ ਬਾਣੀ ਦੀਆਂ ਲਾਈਨਾਂ ਨੇ। ਸੁਣਤੇ ਪੁਨੀਤ ਕਹਤੇ ਪਵਿੱਤ। ਸੁਣਨਾ ਪੁਨੀਤ ਕਿਆ ਹੈ, ਕਹਿਣਾ ਪਵਿੱਤਰ ਕਿਆ ਹੈ। ਫਿਰ ਕੀ ਕਹਤਾ ਹੈ, ਪੁਨੀਤ ਤੇ ਪਵਿੱਤਰ, ਪਵਿੱਤਰ ਚ ਫਰਕ ਕੀ ਹੈ? ਪਵਿੱਤਰ 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 ਪੁਨੀਤ 3 टाइम बेटर सुनना। सुनते पुनीत कहते पवित्र, फिर अगे कहता है पवित्र 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 पुनीत। तो सुनना जेड़ा है इहदी महिमा जेड़ी है ये जपजी साहब गुरु साहब सानू समझा रहे ने कि जेड़ी सुनन दी कला है, ये सुनन दी कला सुनो, सुनन दी कला नू समझो। सुनन दी कला च तब्दीलियां होंदियां रहिंदियां ने, ਉਹ मन बुद्धि विचार विच होंदियां ने। चाल चलन नू अपने अमल विच लियाना है। और उस तो बाद 4 पौड़ियां सुनन तो बाद हुण गुरु नानक साहब मनन दी गल करदे ने, मन्ने दी। हुण इत्थे मन्ने दी भी गल नूं असीं समझीए। एक मन्ना हुंदा एक्सेप्ट कर लेना, इत्थे मनन है। ये 4 पौड़ियां विच मन्ने दा अर्थ मनन कीता गया है। मनन तो भाव चिंतन करना, वास्ता नूं समझना। मनन नाल अंतःकरण शुद्ध हुंदा है। मनन करन नाल दिव्य दृष्टि प्राप्त हो जाती है, जिन्हों कहते हैं विजन प्राप्त हो जाता है। एक गल नूं बड़ा समझना, मनन विचार नहीं है, इसनूं समझना। विचार विच असीं एक शब्द नूं दूजे शब्द उत्ते जांदे आ, उहनूं समझदे आ। मनन विचों एक शब्द दी डुंगाई च पहले जाना है, उसदी डुंगाई विच टुब्बी मारनी है, उसदे शब्द नूं समझना है, उसदी डुंगाई विच जाना है, तां सुरत दा उदय होएगा। ਅਤੇ ध्यान रखना, सुरत नाल धर्म का संबंध होता है। धर्म का संबंध केवल ते केवल सुरत नाल है, चिंतन नाल है, मनन नाल है। मैंटल अटैचमेंट ते जोर दिता है गुरु साहब ने। इसलिए 4 पौड़ियां मनन दियां दित्तियां ने। और मैं मन दे जिहड़ा साडा विशा होया सी उहदे विच भी मैं गल कही सी कि मनुख शब्द मनन तो बनिया है। हर कोई सुनान विच उत्सुक हुंदा है, सुनन विच नहीं। 2 मनुखों में जेडे आपसी रिश्ते लई सुनना कहना जरूरी है, पर याद रखना कान केवल प्रवेश द्वार ने, एक यंत्र है। सुनन दा संबंध मस्तक नाल है और मनन दा संबंध जेड़ा है वो सुरत नाल है। पहले केयरफुली सुनना है, फिर मनन करना है। इस तरह मनन जो सुनिया है इनू बड़ी चंगी तरह समझना। मनन जो सुनिया है उसकी गहराई तक जाना है, उस विच डुबना है, तां ही चित बनेगा, तां ही सुरत च आएगा। सुनना शब्द तो भाव कि विचार की स्थिति है, फिर उसकी गहराई विच जाना मनन की स्थिति। मनन विच वो शब्द जिहड़ा ध्यान नाल सुनिया है, वो शब्द जिहड़ा शब्द है वो छुट गया, उसका जिहड़ा मीनिंग है, उसका जिहड़ा भाव है उसकी गहराई च पहुंचना है। यह है सुनन ते मनन। जदों उस दे भाव विच गहराई विच जावांगे फिर सुरत दा उदय होएगा। हुण जिन्हां दी सुरत उदय हो जाती है, जिन्हां दा धर्म नाल संबंध बन जाता है, जो सचार पद पा लेंदे ने, उन्होंने गुरु साहब ने फिर अगे पंच की संज्ञा दी है। पंच परवान, पंच प्रधान। देखो पंज फारसी का शब्द है और गुरु नानक साहब ने इसनों पंच करके ग्रहण किया है। भाई वीर सिंह ने पंच की व्याख्या करते हुए पंच ते सचार नूं एक पर्याय करके मन्निया। उन्हां अनुसार सुनन वाला, मनन वाला, गान वाला, हुक्म रजाई ते टुरन वाला, मन विच भाव या प्रेम रखन वाला सचार बन के पंच अखवांदे ने। पंच शब्द जिहड़ा है संस्कृत दे पच धातु तो निकलिया और जदों असीं हथ फैलांदे हां तां 5 उंगलां दिसदियां ने। तो पहले जमाने विच गिनती जिहड़ी है उंगलां नाल हुंदी सी। उंगलां 5 होण करके नंबर 5 नूं मानता मिल गई ते नंबर 5 एक शुभ हिंसा मन्निया गया। इसे लई
जे असी देखिए 5 तखत ने, 5 प्यारे ने, 5 बाणियां दा नितनेम है। इवन इस्लाम दे विच भी 5 नमाज़ां दी गल है, क्रिश्चियनिटी विच भी 5 बड़ा शुभ मन्निया जाता है, हिंदुइज्म विच भी 5 शुभ मन्निया जाता है। मत्था टेकना है तां 5 पैसे वस्त्र देने ते 5 पुजारी नूं खाना, किसी पुजारियां नूं खाना होवे तां फिर उत्थे 5 इस तरह जिहड़ा 5 दा जिहड़ा हिस्से नूं शुभ मन के ਇਹ 5 ਦਾ ਮਤਲਬ ਮੈਂ ਤੁਹਾਨੂੰ ਦੱਸ ਰਿਹਾ। ਤੇ ਅਧਿਆਤਮਕਤਾ ਵਿੱਚ ਪੰਜ ਪ੍ਰਵਾਨ ਪੰਜ ਪ੍ਰਧਾਨ ਦੇ ਵਿੱਚ ਜਿਹੜਾ ਹੈ ਇਹ ਪੰਜ ਦੇ ਅਰਥ ਜਿਹੜੇ ਨੇ ਇਹਨਾਂ ਨੂੰ ਕਈ ਵਿਦਵਾਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਸਤ ਸੰਤੋਖ ਦਇਆ ਧਰਮ ਧੀਰਜ ਜਿਹੜੇ 5 ਗੁਣ ਨੇ ਜਿਹੜੇ ਗ੍ਰਹਿਣ ਕਰ ਲੈਂਦੇ ਨੇ ਉਹ ਵੀ ਪੰਜ ਨੇ। ਕਈ ਕਹਿੰਦੇ ਨੇ ਜਿਹੜੇ ਸਰੀਰ ਦੇ 5 ਤੱਤ ਨੇ ਜਿਨ੍ਹਾਂ ਚ 5 ਤੱਤਾਂ ਦਾ ਗੁਣ ਨੇ ਉਹ ਵੀ ਪੰਜ ਨੇ। ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਪੰਜਾਂ ਨੂੰ ਤਿਆਗ ਦਿੰਦੇ ਨੇ ਉਹ ਵੀ ਪ੍ਰਧਾਨ ਪੰਜ ਪ੍ਰਧਾਨ ਨੇ। ਜਿਹੜੇ ਸ਼ਬਦ ਸਪਰਸ਼ ਰੂਪ ਰਸ ਗੰਧ ਇਹ 5 ਗਿਆਨ ਇੰਦਰੀਆਂ ਨੇ। ਜਿਹੜੇ ਇਹਨਾਂ ਗਿਆਨ ਇੰਦਰੀਆਂ ਨੂੰ ਆਪਣੇ ਨਾਲ ਵਸ ਵਿੱਚ ਕਰ ਲੈਣ ਉਹ ਵੀ ਪੰਜ ਨੇ। ਤਾਂ ਪੰਜ ਉਹ ਵੀ ਹਨ ਜਿਨ੍ਹਾਂ ਨੇ ਪੰਚਾਂ ਦਾ ਜਿਹੜਾ ਤੱਤ ਜਿਹੜੇ ਤੱਤਾਂ ਦਾ ਤੱਤਾਂ ਦੀ ਜਿਹੜੀ ਗੱਲ ਮੈਂ ਕਹੀ ਹੈ ਜੋ ਬ੍ਰਹਮੰਡੇ ਸੋਈ ਪਿੰਡੇ ਜਿਹੜੇ ਸਰੀਰ ਦੇ 5 ਬ੍ਰਹਮੰਡ ਦੇ ਵੀ 5 ਤੱਤ ਨੇ ਔਰ ਉਹੀ 5 ਤੱਤ ਸਰੀਰ ਦੇ ਨੇ ਜਿਹੜੇ ਇਹਨਾਂ ਨੂੰ ਸਮਝਣਗੇ ਇਹਨਾਂ ਦੇ ਗੁਣਾਂ ਨੂੰ ਗ੍ਰਹਿਣ ਕਰਨਗੇ। मैं इन्हां दे गुण दसांगा तां बड़ी होर वड्डा हो जाएगा। तो इस तरह जिहड़ा है ये 5 जिहड़ियां गल्लां जिहड़ियां ने पंच जिहड़ा शब्द उत्थों आया। तो गुरु साहब ने पंच दी पौड़ी विच पंचां का गुर एक ध्यान किया। बात ध्यान तो बिना ये सारे 5 चाहे वो 5 गुण ने चाहे वो 5 विकार ने चाहे वो 5 ज्ञान इंद्रियां ने चाहे वो 5 तत्त ने बिना ध्यान दे कुछ अनुभव नहीं किया जा सकता। इसलिए गुरु साहब ने ध्यान ਨੂੰ ਬੜੀ ਮਹੱਤਤਾ ਦਿੱਤੀ। ਪੰਚਾਂ ਕਾ ਗੁਰ ਇੱਕ ਧਿਆਨ ਦੀ ਮਹੱਤਤਾ ਨੂੰ ਦੱਸਿਆ। तो सूरज इसलिए कि वो रोशनी के कारण है, अग है क्योंकि तपश है, मनुख इसलिए है कि उस विच ध्यान है। तो गुरु नानक साहब ने जप बाणी विच मनुख ਨੂੰ पंच बनन ਲਈ सचार बनाने ਦੇ ਰਸਤੇ ਵਿੱਚ आई हर समस्या ਨੂੰ धर्म विज्ञान ਦੀ दृष्टि ਨਾਲ साइंस ऑफ रिलीजन नाल समझा रहे। मैं जो गुरु नानक साहब लिए धर्म विज्ञानी शब्द वरत्या तो इसलिए कि भारतीय पुराणा विच धरती नूं एक बैल दे सिंह उपर चुकन वाली मिथ जिहड़ी पूरी कायनात विच सीगी ਉਹ मिथ विचों गुरु साहब ने धर्म की परिभाषा का बोध करवाने का प्रयास किया। उस मिथ चों कढण लई गुरु साहब ने की किया। गुरु साहब समझा रहे ने धोल धर्म दया का पूत संतोख थाप रखिया जिन सूत जे को बुझे हुए सचियार धवले ऊपर केता बार। धर्मी केवल जिहड़ा धर्म है वो केवल वो नियम हो सकता है जो दया ते संतोख नाल इंटरकनेक्टेड होवे, जो दया ते संतोख नाल अंतर संबंधित हो। किसी बैल ने नहीं, धर्म राही अस्तित्व चल रहा है और इसकी होंद जिहड़ी है वो इसके नियमां दे विच है। अगे उस तो बाद असंख दियां पौड़ियां ने। हुण इस गल नूं समझना सहूलतां मुताबक अज जदों असीं अपने आस पास देख रहे हैं सहूलतां मुताबक असीं नापसंद लोकां नूं जिहड़े सानूं पसंद नहीं ਅਸੀਂ ਉਹਨਾਂ ਨੂੰ ਸੁਸਾਇਟੀ ਵਿੱਚੋਂ ਐਕਸਕਲੂਡ ਕੀਤਾ ਜਾ ਰਿਹਾ। ਇਹ ਇੰਟੋਲਰੈਂਸ ਦਾ ਪ੍ਰਤੀਕ ਜਿਹੜਾ ਦਿਖ ਰਿਹਾ। ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਦੇ ਵਿੱਚ ਡਾਇਵਰਸਿਟੀ ਦੀ ਪਲੂਰਿਜ਼ਮ ਦੀ ਇਨਕਲੂਜਨ ਦੀ ਗੱਲ ਕਰ ਰਹੇ ਨੇ, ਸਾਰਿਆਂ ਨੂੰ ਆਪਣੇ ਨਾਲ ਜੋੜਨ ਦੀ ਗੱਲ ਕਰ ਰਹੇ ਨੇ। ਉਹ ਇਸ ਗੱਲ ਨੂੰ ਇਸ ਦੀ ਹੋਂਦ ਦੱਸ ਰਹੇ ਨੇ ਕਿ ਇਸ ਧਰਤੀ ਤੇ ਇਸ ਸ੍ਰਿਸ਼ਟੀ ਦੇ ਵਿੱਚ ਅਸੰਖ ਜਿਹੜੇ ਨੇ ਉਹ ਪੂਜਾ ਕਰਨ ਵਾਲੇ ਨੇ, ਅਸੰਖ ग्रंथ मुख वेद पाठ ने, असंख तप करने वाले ने, असंख सती ने, असंख दातार ने, असंख फिर नाल कहता असंख मूर्ख भी ने, असंख चोर हराम खोर भी ने, असंख गलड़ हत्या कमाए पापी भी ने, असंख निंदक भी ने। गुरु नानक साहब अलग अलग फिरकत दे लोगां नूं चाहे वह मूर्ख ने, चाहे वह चोर ने, चाहे वह हराम खोर ने, चाहे पापी ने, चाहे कूड़े ने, चाहे निंदक होण, उन्हां नूं बाईकाट करन लई नहीं कहते। एक गल बड़ा ध्यान नाल समझना, उन्होंने अपनी सोसाइटी चो बाहर कढ़न लई नहीं कह रहे। इस यूनीवर्स विच कुदरत विच हर एक दी अपनी पछाण है, अपनी होंद है।
ਔਰ ਇਸ ਹੋਂਦ ਰਾਹੀਂ ਉਹਨਾਂ ਦੀ ਪਛਾਣ ਹੈ। ਤਾਂ ਉਸੇ ਤਰ੍ਹਾਂ ਮਨੁੱਖਤਾ ਵਿੱਚ ਵੀ ਹਰ ਮਨੁੱਖ ਦੀ ਆਪਣੀ ਹੋਂਦ ਹੈ, ਆਪਣੀ ਪਛਾਣ ਹੈ, ਚਾਹੇ ਉਹ ਨੇਕ ਹੈ, ਚਾਹੇ ਉਹ ਮੂਰਖ ਹੈ, ਚਾਹੇ ਉਹ ਗੁਰਮੁਖ ਹੈ, ਚਾਹੇ ਉਹ ਮਨਮੁਖ ਹੈ, ਬਦੀ ਵਾਲਾ ਹੈ, ਸਭ ਦੀ ਪਛਾਣ ਹੈ। ਤਾਂ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਰਿਜੈਕਟ ਨਹੀਂ ਕਰ ਰਹੇ, ਬਲਕਿ ਉਹਨਾਂ ਦੀ ਹੋਂਦ ਨੂੰ ਐਕਨੋਲੇਜ ਕਰ ਰਹੇ ਨੇ, ਐਕਸੈਪਟ ਕਰ ਰਹੇ ਨੇ, ਤਾਂ ਕਿ ਰਿਫਾਰਮ ਲਿਆਇਆ ਜਾ ਸਕੇ, ਤਾਂ ਕਿ ਉਹਨਾਂ ਨੂੰ ਉਸ ਸੁਸਾਇਟੀ ਨੂੰ ਉਹਨਾਂ ਨੂੰ ਸਿੱਧੇ ਰਸਤੇ ਪਾਇਆ ਜਾ ਸਕੇ। ਗੁਰੂ ਸਾਹਿਬ ਦਾ ਸੋਸ਼ਲ ਰਿਫਾਰਮ ਜਿਹੜਾ ਸੋਸ਼ਲ ਕਹਿ ਲਵਾਂ, ਰਿਲੀਜੀਅਸ ਰਿਫਾਰਮ ਕਹਿਣਾ, ਉਹ ਐਕਸੈਪਟੈਂਸ ਦੀ ਬੇਸ ਤੇ ਹੈ ਕਿ ਪਹਿਲੇ ਐਕਸੈਪਟ ਕਰੋ, ਪਹਿਲੇ ਦੂਸਰੇ ਦੀ ਹੋਂਦ ਨੂੰ ਐਕਸੈਪਟ ਦਾ ਆਇਡੈਂਟੀਟੀ ਆਫ ਅਦਰਸ, ਦੈਨ ਰਿਸਪੈਕਟ ਦਾ ਆਇਡੈਂਟੀਟੀ ਆਫ ਅਦਰ, ਫਿਰ ਉਸ ਤੋਂ ਬਾਅਦ ਅਗਰ ਜ਼ਰੂਰਤ ਹੋਵੇ ਤਾਂ ਪ੍ਰੋਟੈਕਟ ਦਾ ਆਇਡੈਂਟੀਟੀ ਆਫ ਅਦਰਸ। ਤਾਂ ਇਸ ਤਰ੍ਹਾਂ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਹ ਗੱਲ ਸਾਨੂੰ ਸਾਰੀ ਸਮਝਾਈ ਜਾਂਦੀ ਹੈ। ਇਸ ਲਈ ਸਾਰਿਆਂ ਦੀ ਹੋਂਦ ਨੂੰ ਸਵੀਕਾਰ ਕਰੋ, ਔਰ ਇਹਨਾਂ ਹੋਂਦਾਂ ਨੂੰ ਸਵੀਕਾਰ ਕੀਤਾ ਗੁਰੂ ਨਾਨਕ ਸਾਹਿਬ ਨੇ, ਤਾਂ ਹੀ ਸੱਜਣ ਠੱਗ ਨੂੰ, ਕੋਡੇ ਰਾਖਸ਼ ਨੂੰ, ਮਲਕ ਭਾਗਾ ਨੂੰ ਸਹੀ ਰਸਤੇ ਵਿੱਚ ਲਿਆਏ। ਉਹ ਪਹਿਲਾਂ ਉਹਨਾਂ ਨੂੰ ਐਕਨੋਲੇਜ ਕੀਤਾ, ਫਿਰ ਉਹਨਾਂ ਨੂੰ ਐਕਸੈਪਟ ਕੀਤਾ, ਔਰ ਫਿਰ ਉਹਨਾਂ ਨੂੰ ਆਪਣੀ ਕਮਿਊਨੀਕੇਸ਼ਨ ਰਾਹੀਂ ਉਹਨਾਂ ਨੂੰ ਸਿੱਧੇ ਰਸਤੇ ਪਾਇਆ। ਤਾਂ ਮੈਂ ਕਹਿਣਾ ਇਹ ਚਾਹੁੰਦਾ ਕਿ ਅਸੰਖ ਵਾਲੀ ਪੌੜੀਆਂ ਵਿੱਚ ਗੁਰੂ ਸਾਹਿਬ ਉਹਨਾਂ ਦਾ ਬੜਾ ਕਰਨ ਲਈ ਵੀ ਕਹਿ ਰਹੇ ਨੇ, ਉਹਨਾਂ ਨੂੰ ਵੀ ਐਕਸੈਪਟ ਕਰਨ ਲਈ ਕਹਿ ਰਹੇ ਨੇ ਜਿਹੜੇ ਸਾਨੂੰ ਗਿਰਨਾ ਕਰਦੇ ਨੇ। ਦੇਖੋ ਉਹਨਾਂ ਨੂੰ ਪਿਆਰ ਕਰਨਾ, ਪ੍ਰੇਮ ਕਰਨਾ ਕੋਈ ਵੱਡੀ ਗੱਲ ਨਹੀਂ, ਜਿਹੜੇ ਸਾਨੂੰ ਪਿਆਰ ਕਰਦੇ ਨੇ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਸਮਝਾ ਰਹੇ ਨੇ ਸਾਨੂੰ ਕਿ ਆਪਣੇ ਅਤੇ ਸਮਾਜ ਦੇ ਦੁਸ਼ਮਣਾਂ ਨੂੰ ਇਸ ਆਸ ਨਾਲ ਪ੍ਰੇਮ ਕਰੋ, ਉਹਨਾਂ ਮਾਨਵਤਾ ਲਈ, ਮਨੁੱਖਤਾ ਲਈ ਉਹਨਾਂ ਲਈ ਭਾਵ ਪੈਦਾ ਹੋਵੇ, ਪਿਆਰ ਲਈ ਉਹਨਾਂ ਦੀ ਕੁਦਰਤੀ ਸਮਰੱਥਾ ਨੂੰ ਮੁੜ ਜਗਾ ਦਿੱਤਾ ਜਾਵੇ। ਇਹ ਜਪਜੀ ਸਾਹਿਬ ਦੇ ਵਿੱਚ ਇੱਕ ਨਵੇਂ ਮਨੁੱਖ ਦੀ, ਨਵੇਂ ਸੁਸਾਇਟੀ ਦੀ, ਨਵੇਂ ਸਮਾਜ ਦੀ ਕਿਸ ਤਰ੍ਹਾਂ ਉਹਨਾਂ ਨੂੰ ਆਈਡੀਅਲ ਬਣਾਉਣਾ ਹੈ, ਕਿਸ ਤਰ੍ਹਾਂ ਅਵੇਕਨ ਬਣਾਉਣਾ ਹੈ, ਕਿਵੇਂ ਉਹਨਾਂ ਨੂੰ ਲਰਨਰ ਬਣਾਉਣਾ ਹੈ, ਇਹ ਗੁਰੂ ਨਾਨਕ ਸਾਹਿਬ ਨੇ ਸੰਖ ਦੀ ਪੌੜੀਆਂ ਦੇ ਵਿੱਚ ਔਰ ਤੱਕ ਜਿਹੜਾ ਅਸੀਂ ਕਰ ਚੁੱਕੇ ਹਾਂ। ਅਤੇ ਇਹ ਕੁਦਰਤੀ ਸਮਰੱਥਾ ਜਾਗੇਗੀ ਜੇ ਸਮਝ ਆ ਜਾਵੇ ਕਿ ਜੋ ਪਰਮਾਤਮਾ ਨੂੰ ਪਾਉਂਦਾ ਉਹ ਹੈ ਨੇਕੀ, ਜੋ ਪਰਮਾਤਮਾ ਨੂੰ ਨਹੀਂ ਪਾਉਂਦਾ ਉਹ ਹੈ ਬਦੀ। ਸਮਝਣਾ ਪਵੇਗਾ, ਮੰਨਣਾ ਪਵੇਗਾ ਕਿ ਪਰਮਾਤਮਾ ਦੀ ਹੋਂਦ ਹਰ ਥਾਂ ਤੇ ਹੈ, ਪਰਮਾਤਮਾ ਤੋਂ ਕੋਈ ਥਾਂ ਖਾਲੀ ਨਹੀਂ ਹੈ। ਉਸਦੇ ਖਾਸ ਨਾਮ ਜਿਹੜੇ ਨੇ ਉਹ ਹੈ ਕਿ ਲੋਕਾਂ 'ਚ ਆਮ ਬੋਲ ਹੈ, ਲੋਕਾਂ ਨੂੰ ਇਹ ਪਤਾ ਨਹੀਂ ਕਿ ਪਰਮਾਤਮਾ ਤੋਂ ਕੋਈ ਥਾਂ ਖਾਲੀ ਨਹੀਂ। ਉਸ ਟਾਈਮ ਇਹੀ ਮੰਨਿਆ ਜਾਂਦਾ ਸੀ ਪਰਮਾਤਮਾ ਹਰ ਥਾਂ ਤੇ ਹੈ, ਗੁਰੂ ਸਾਹਿਬ ਕਹਿ ਰਹੇ ਨੇ। ਇਸ ਲਈ ਜੇ ਮਨੁੱਖ ਚਾਹੁੰਦਾ ਕਿ ਆਪਣੀ ਮਤ ਵਿੱਚੋਂ ਪਾਪ ਧੋ ਕੇ ਕੱਢ ਲਵੇ, ਉਹਨਾਂ ਨੂੰ ਪਰਮਾਤਮਾ ਦੇ ਨਾਲ ਪਿਆਰ ਕਰਨਾ ਚਾਹੀਦਾ, ਉਹਨਾਂ ਨੂੰ ਪਰਮਾਤਮਾ ਦਾ ਅਹਿਸਾਸ ਕਰਨਾ ਚਾਹੀਦਾ। ਪਾਪ ਤੇ ਪੁੰਨ ਬਹਿਸ ਦਾ ਵਿਸ਼ਾ ਨਹੀਂ ਨੇ। ਆਪਣੇ ਚਾਲ ਚਲਨ ਤੇ ਕਰਮ ਨਾਲ ਜਿਹੜੇ ਕਰਮਾਂ ਨਾਲ, ਜਿਹੜਾ ਕਰਮੀ ਹੋਏ ਵਿਚਾਰ ਦੀ ਨਾਲ ਇਹ ਦੁਨੀਆ ਚੱਲਣੀ ਹੈ। ਇਹ ਚਾਲ ਚਲਨ ਤੇ ਕਰਮ ਜਿਹੜਾ ਹੈ ਇਹੀ ਨਾਲ ਰਹਿਣੇ ਨੇ। ਦੇਵੀ ਕਾਨੂੰਨ ਹੈ ਕਿ ਜਿਹੋ ਜਿਹਾ ਕੋਈ ਕਰਮ ਕਰੇਗਾ ਉਹ ਜਿਹਾ ਹੀ ਉਹ ਫਲ ਪ੍ਰਾਪਤ ਕਰੇਗਾ। ਪਾਪਾਂ ਨੂੰ ਧੋਣ ਲਈ, ਪਾਪਾਂ ਨੂੰ ਮੈਲ ਨੂੰ ਅੰਦਰ ਦੀ ਮਨ ਦੀ ਮੈਲ ਨੂੰ ਧੋਣ ਲਈ ਪਰਮਾਤਮਾ ਦੇ ਪਿਆਰ ਤੋਂ ਬਿਨਾਂ ਕੋਈ ਹੋਰ ਸਾਧਨ ਨਹੀਂ ਹੈ। ਇਹਨੂੰ ਆਂਤਰਿਕ ਇਸ਼ਨਾਨ ਕਹਿੰਦੇ ਨੇ। ਮਨ ਦੀ ਮੈਲ ਨੂੰ ਜਿਹੜਾ ਹੈ ਇਹ ਨਾਮ ਰੂਪੀ ਅੰਮ੍ਰਿਤ ਨਾਲ ਉਤਰੇਗੀ। ਮਨ ਨੂੰ ਪਰਮਾਤਮਾ ਦੇ ਪਿਆਰ ਨਾਲ ਨਿਰਭਰ ਕੀਤਾ ਜਾ ਸਕਦਾ ਹੈ। ਇਹ ਗੁਰੂ ਸਾਹਿਬ ਜਿਹੜੀ ਹੈ ਇਹ ਗੱਲ ਸਾਨੂੰ ਜਪਜੀ ਸਾਹਿਬ ਜਪਜੀ ਵਿੱਚ ਗੁਰੂ ਨਾਨਕ ਦੇਵ ਜੀ ਮਨੁੱਖ ਨੂੰ ਉਸਦੇ ਮਨੁੱਖੀ ਨਿਰਮਾਣ ਦੀ ਪ੍ਰਕਿਰਿਆ ਬਾਰੇ ਚੇਤਨ ਕਰਦੇ ਨੇ। ਮਨੁੱਖੀ ਨਿਰਮਾਣ ਭਾਵ ਜੀਵਨ ਨਿਰਮਾਣ ਭਾਵ ਇੱਕ ਚੰਗਾ ਇਨਸਾਨ ਬਣਨ ਦੀ ਗੱਲ ਕਰਦੇ ਨੇ। ਔਰ ਗੁਰੂ ਸਾਹਿਬ ਨੇ ਵੱਖ-ਵੱਖ ਧਾਰਮਿਕ ਕਿਰਿਆਵਾਂ ਨੂੰ ਬਾਹਰਮੁਖੀ ਕਰਮ ਕਾਂਡਾਂ ਵਜੋਂ ਰਿਜੈਕਟ ਕਰਦੇ ਨੇ। ਜਿੰਨੇ ਕਰਮ ਕਾਂਡਾਂ ਨੂੰ ਗੁਰੂ ਸਾਹਿਬ ਨੇ ਰਿਜੈਕਟ ਕੀਤਾ ਹੈ, ਇਹ ਜਿੰਨੇ ਅਡੰਬਰ ਯੁਕਤ ਧਰਮ ਸਾਧਨਾਂ ਨੂੰ ਜਿਹੜੇ ਹੋ ਰਹੇ ਸੀ ਉਹਨਾਂ ਨੂੰ ਇਹ ਪ੍ਰਵਾਨ ਕੀਤਾ। ਫਿਰ ਕਹਿੰਦੇ ਨਾ ਗੁਰੂ ਸਾਹਿਬ, ਸੁਨਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਇਹ ਜਿੰਨੇ ਅਡੰਬਰ ਹੁੰਦੇ ਸੀ ਉਹਨਾਂ ਨੂੰ ਕਿਸ ਤਰ੍ਹਾਂ ਗੁਰੂ ਸਾਹਿਬ ਨੇ ਸਮਝਾਇਆ। ਇਸ ਲਾਈਨ ਨੂੰ ਵੀ ਬੜਾ ਸਮਝਣਾ। ਸੁਨਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਜੀਵਨ ਦੇ ਪੂਰਨ ਮਾਰਗ ਦੀ ਜਿਹੜੀ ਤਸਵਰ ਪੇਸ਼ ਕੀਤਾ ਹੈ ਗੁਰੂ ਸਾਹਿਬ ਨੇ। ਸਿਰਫ ਬੋਧਕ ਗਿਆਨ ਨੂੰ ਜਿਹੜਾ ਕਹਿ ਕੇ ਸਿਰਫ ਗਿਆਨ ਹੋਣਾ ਇਹ ਉਹਨੂੰ ਅਧੂਰਾ ਕਿਹਾ। ਮੈਂ ਭਗਵਤ ਗੀਤਾ ਦਾ ਇੱਕ ਕੋਈ ਪੜ੍ਹ ਰਿਹਾ ਸੀ, ਉਹਦੇ ਵਿੱਚ ਲਿਖਿਆ ਕਿ ਪਰਮਾਤਮਾ ਵੱਲ
ਦੇ ਰਸਤੇ ਦੇ ਵਿੱਚ ਜਾਣ ਲਈ 9 ਵਿਧੀਆਂ ਦੱਸੀਆਂ ਗੀਤਾ ਵਿੱਚ। ਤੇ ਪਹਿਲੀ ਵਿਧੀ ਸਰਵਨ ਤੇ ਮਨਨ ਤੇ ਚਿੰਤਨ ਹੈ। ਫਿਰ ਉਸ ਤੋਂ ਬਾਅਦ ਇੱਕ ਥਾਂ ਤੇ ਕਹਿੰਦੇ ਨੇ ਕਿ ਜੋ ਗੰਗਾ ਜਲ ਪੀਤਾ ਹੈ ਮੁਕਤੀ ਪ੍ਰਾਪਤ ਕਰਦਾ ਹੈ। ਔਰ ਫਿਰ ਨਾਲ ਹੀ ਕਹਿ ਦਿੱਤਾ ਕਿ ਜਿਹੜਾ ਭਗਤ ਗੀਤਾ ਹੈ ਇਹਨੂੰ ਪੜ੍ਹਨਾ ਗੰਗਾ ਜਲ ਹੈ, ਇਹਨੂੰ ਪੜ੍ਹਨਾ, ਇਸ ਨੂੰ ਸਮਝਣਾ ਅੰਮ੍ਰਿਤ ਹੈ। ਇਸੇ ਤਰ੍ਹਾਂ ਤੀਰਥ ਤੇ ਇਸ਼ਨਾਨ ਦੀ ਗੱਲ ਨੂੰ ਸਮਝੀਏ ਅਸੀਂ। ਤੀਰਥ ਨਾਵਾਂ ਜੇ ਤਿਸ ਭਾਵਾਂ, ਇੱਕ ਇਹ ਗੱਲ ਕਹੀ। ਫਿਰ ਕਿਹਾ ਅੰਤਰਗਤ ਤੀਰਥ ਮਲ ਨਾਓ। ਇੱਥੇ ਤੀਰਥ ਪਰਮਾਤਮਾ ਦਾ ਅਹਿਸਾਸ ਹੈ, ਪਰਮਾਤਮਾ ਦਾ ਨਾਮ ਹੈ, ਪਰਮਾਤਮਾ ਦਾ ਨਾਮ ਸਿਮਰਨ ਹੈ, ਪਰਮਾਤਮਾ ਦਾ ਸ਼ਬਦ ਹੈ। ਇਸ ਗੱਲ ਨੂੰ ਗੁਰੂ ਸਾਹਿਬ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਸ਼ਬਦ ਵਿਚਾਰ ਹੀ ਤੀਰਥ ਹੈ। ਅੰਤਰਗਤ ਤੀਰਥ ਮਲ ਨਾਓ। ਸ਼ਬਦ ਦੁਆਰਾ, ਸ਼ਬਦ ਵਿਚਾਰ ਦੁਆਰਾ ਆਪੇ ਦਾ ਗਿਆਨ, ਸਵੇ ਦਾ ਗਿਆਨ, ਆਤਮ ਗਿਆਨ ਹੋ ਜਾਂਦਾ ਹੈ, ਤਾਂ ਅੰਦਰ ਦੀ ਮੈਲ ਉਤਰਦੀ। ਇਹ ਗਿਆਨ ਹੀ ਤੀਰਥ ਹੈ, ਨਾਮ ਸਿਮਰਨ ਹੀ ਤੀਰਥ ਹੈ, ਸ਼ਬਦ ਹੀ ਤੀਰਥ ਹੈ। तो परमात्मा दी सारी सृष्टि का फिर गुरु नानक साहब ने नाले भी समझा दिता, संचालन किसी नियम नाल हो रहा है। ये परमात्मा ये संचालन कर रहा है। इस संचालन प्रक्रिया विच किसी का दखल नहीं, ना किसी का सहयोग है। परमात्मा दी सारी रचना, रचना रचन दी विधि, रचना दा रचन दा समा, रचन दी पूरी व्यापकता बारे कोई भी कुछ नहीं जानता। जा करता सृष्टि को साजे आपे जाने से, जिन्हें सृष्टि बनाई है उन्होंने ही पता है। इसलिए परमात्मा बेअंत है, इसका अंत जानिया ही नहीं जा सकता। और इसनूं जानन दा यतन करना भी व्यर्थ है, क्योंकि इस तरह के यतन किसी मंजिल तक नहीं बल्कि बर्मा दे विच पा दिंदे ने। व्यर्थ है क्योंकि इस तरह के यतन, जिहड़ी गल मैं कही है कि जिहड़ी इस तरह के अगर जानन दी या उन्होंने बयानन की कोशिश करांगे, वो बर्मा विच पा देंगे, बर्मा विच उलझा देंगे, कर्म कांडा विच उलझा देंगे। तो परमात्मा नूं जानिया जा सकता है, परमात्मा नूं बयानिया नहीं जा सकता, क्योंकि परमात्मा अमुल है, उसका सब कुछ अमुल है, उसका मुल पाने का कोई जरिया है ही नहीं। वो की है, वो किन्ना है, वो कित्थों तक फैलिया है, कोई नहीं दस सकता। और जपजी साहिब विच गुरु साहब फिर साडियां अखां अगे उस मालक दे दरबार दियां अजीब झांकी दिखाते हैं। सो दर किया सो घर किया, कि किवें देवी देवते अवतार जो महात्मा उसके दर से उपमा कर रहे हैं, हर चीज उसके हुक्म के अधीन जिहड़ी है वो चल रही है। सवाल भी तो यही सी ना कि उसका दर कैसा है, उसका घर कैसा है, उसका दरवाजा किहो जिहा है ते किहड़ा है। तेरे दीदार पाने लई तेरे दर्शन दे बंजारे आ सी। तो गुरु साहब क्रिएटर दी क्रिएशन विच उसदी होंद दा भेद दस रहे ने इस पौड़ी विच। उसदी क्रिएशन कुदरत विच वजदे जेडे अनगिनत राग ने, अनगिनत जेडे राग गाउण वाले ने, इस ब्रह्मांड च ये जेडे पंज तत्तां दा बनिया है, सब दे सब उहदे संगीत रूपी उहदी संगीत रूपी उस्तत कर रहे ने। तो कुदरत विच ही सब है। इत्थे गुरु साहब सानू कुदरत दी महानता दस रहे ने कि बलिहारी कुदरत वसिया। गुरु जपजी दी लाइन नहीं है, पर कुदरत दे विच गल, कुदरत दी जिहड़ी महिमा कर दित्ती। कुदरत ही सब है, उसनूं देख सकदे हो, कुदरत ही उसनूं देख सकदे हो, कुदरत ही उसनूं मिल सकदे हो, जान सकदे हो, क्योंकि कुदरत उहदी क्रिएशन है। क्रिएटर ने, कादर ने एक जिहड़ी कुदरत बनाई है, इहदे विच परमात्मा नूं, उहदे कुदरत दे नियमां नूं समझ के ही उहनूं परमात्मा नूं समझ। ये मिथ सी ना संसार दे विच कि इस पूरी सृष्टि नूं कोई ट्रिनिटी चला रही है, 3 गोड़ ब्रह्मा विष्णु महेश चला रहे हैं। तो गुरु साहब इस मिथ को रिजेक्ट करते हैं। वो कह रहे हैं कि परमात्मा अपने सिद्धांतां राहीं, अपने हुक्म राहीं, अपने नियम राहीं जो है अपनी क्रिएशन की देखभाल कर रहा है। गुरु नानक अडंबर युक्त धर्म साधना नूं अप्रवान करते हैं। गुरु नानक साहब बड़ा स्पष्ट कर दिता गुरु नानक साहब ने। और फिर इस भरमा नूं जिहड़े भरम चले हुए सी उस टाइम समाज दे विच, उस टाइम वो फिर समाज दे जिहड़े इंटलैक्चुअल्स ने, सोसाइटी दे स्कॉलर्स ने, फिर उन्हां नूं संबोधन करते हैं। और उस टाइम इंटलैक्चुअल ते स्कॉलर कौन सी साडे इत्थे दे समाज दे? वो सी सिद्ध, योगी, नाथ,
ਇਹ ਮੀਨਿੰਗਲੈਸ ਰਿਚੁਅਲਸ ਦੇ ਵਿੱਚ, ਕਰਮ ਕਾਂਡਾਂ ਦੇ ਵਿੱਚ ਲਿਪਤ ਸਨ। ਉਹ ਫਿਰ ਗੱਲ ਜਿਹੜੀ ਹੈ ਫਿਰ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਸੰਬੋਧਨ ਕਰਦੇ ਨੇ, ਕਿਉਂਕਿ ਜੋਗੀ ਕੰਨਾਂ ਵਿੱਚ ਮੁੰਦਰਾ, ਸਰੀਰ ਉੱਤੇ ਜਿਹੜੀ ਹੈ ਸਵਾ ਬਭੂਤ, ਗਲ ਵਿੱਚ ਗੁਦੜੀ, ਹੱਥ ਵਿੱਚ ਡੰਡਾ ਰੱਖਦੇ ਸਨ। ਇਹ ਸਾਰੇ ਪ੍ਰਤੀਕ ਮੰਨੇ ਜਾਂਦੇ ਸਨ। ਪਰਮਾਤਮਾ ਦੀ ਪ੍ਰਾਪਤੀ ਕਰਨ ਲਈ ਉਹਨਾਂ ਨੇ ਇਹ ਪ੍ਰਤੀਕ ਮੰਨੇ। ਗੁਰੂ ਸਾਹਿਬ ਇਹ ਸਮਝਾ ਰਹੇ ਨੇ ਕਿ ਧਰਮ ਦੇ ਮੂਲ ਸਰੋਤ ਦੇ ਨੇੜੇ ਕੇਵਲ ਪ੍ਰਤੀਕ ਹੁੰਦੇ ਨੇ। ਇਸ ਨੂੰ ਆਪਾਂ ਸਮਝੀਏ। ਜਦੋਂ ਗੁਰੂ ਸਾਹਿਬ ਨੂੰ ਜਨੇਊ ਪਾਉਣ ਦੀ ਗੱਲ ਕੀਤੀ ਤੇ ਗੁਰੂ ਸਾਹਿਬ ਨੇ ਕਿਹਾ ਨਹੀਂ, ਮੈਨੂੰ ਤਾਂ ਜਨੇਊ ਸੱਤ ਤੇ ਸੰਤੋਖ ਦਾ, ਦਇਆ ਦਾ ਪਾਓ। ਇਹ ਪ੍ਰਤੀਕ ਦੱਸੇ ਉਹਨਾਂ ਨੂੰ। ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਸਾਰੇ ਜਿਹੜੇ ਸੰਨਿਆਸ ਵਿੱਚ, ਜਿਵੇਂ ਗੇਰੂ ਕੱਪੜੇ ਪਾਉਂਦੇ ਨੇ ਸੰਨਿਆਸ ਵਿੱਚ, ਗੇਰੂ ਕੱਪੜਾ ਪ੍ਰਤੀਕ ਹੈ ਕਿ ਅਸੀਂ ਹੁਣ ਸੁਰਤ ਨੂੰ ਵੀ ਰੰਗਣਾ ਹੈ, ਅਸੀਂ ਹੁਣ ਆਤਮਾ ਨੂੰ ਵੀ ਰੰਗਣਾ ਹੈ। ਇਸੇ ਤਰ੍ਹਾਂ ਸਰੀਰ ਤੇ ਵਿਭੂਤ ਮਲਣਾ ਵੀ ਪ੍ਰਤੀਕ ਬਣ ਗਿਆ ਕਿ ਅਸੀਂ ਚਲਦੀਆਂ ਫਿਰਦੀਆਂ ਲਾਸ਼ਾਂ। ਤਾਂ ਗੁਰੂ ਸਾਹਿਬ ਕਹਿ ਰਹੇ ਨੇ ਕਿ ਇਹ ਸਰੀਰ ਨੂੰ ਕਸ਼ਟ ਦੇ ਕੇ ਇਸ ਬੋਡੀ ਨੂੰ ਨਕਾਰਿਆ ਨਹੀਂ ਜਾ ਸਕਦਾ। ਬਾਣੀ ਵਿੱਚ ਤਾਂ ਰਿਹਾ ਹਰਮੰਦਰ ਇਹ ਸਰੀਰ ਹੈ। ਜਿਸ ਸਰੀਰ ਨੂੰ ਨਕਾਰ ਰਹੇ ਨੇ ਗੁਰੂ ਸਾਹਿਬ ਜਿਹੜੇ ਨੇ ਉਸ ਨੂੰ ਸਮਝਾਉਣ ਲਈ ਗੁਰੂ ਸਾਹਿਬ ਜੋਗੀਆਂ ਨੂੰ ਸਮਝਾਉਂਦੇ ਨੇ। ਦੇਖੋ, ਜੋਗੀਆਂ ਦਾ ਮਤਲਬ, ਯੋਗ ਦਾ ਮਤਲਬ ਹੁੰਦਾ ਹੈ ਦੋ ਤੋਂ ਇੱਕ ਹੋਣਾ। ਇਹ ਡੁਐਲਿਟੀ ਤੋਂ ਵਨਨੈਸ ਵਾਲਾ। ਤੋਂ ਬਾਹਰ ਮੁਖੀ ਪ੍ਰਤੀਕਾਂ ਦੀ ਜਿਹੜੀ ਹੈ ਇਹਦੀ ਥਾਂ ਮਨ ਦੀ ਸਾਧਨਾ ਤੇ ਅੰਤਰਮੁਖੀ ਸਾਧਨ ਦਾ ਉਪਦੇਸ਼ ਦਿੱਤਾ। ਗੁਰੂ ਸਾਹਿਬ ਨੇ ਉਹਨਾਂ ਨੂੰ ਸਮਝਾਇਆ ਕਿ ਜਿਹੜੀ ਮੁੰਦਾਂ ਨੇ, ਜਿਹੜੀਆਂ ਕੰਨ ਵਿੱਚ ਪਾਈਆਂ ਨੇ, ਇਹ ਸੰਤੋਖ ਦੀਆਂ ਪਾਓ, ਕੰਟੈਂਟਮੈਂਟ ਦੀਆਂ ਪਾਓ। ਜਿਹੜੀ ਜੋਲੀ ਹੈ, ਜਿਹੜੀ ਇਹ ਕਿਰਤ ਦੀ, ਸਹਿਜ ਦੀ ਪਾਓ। ਵਿਭੂਤ ਨੂੰ ਧਿਆਨ ਦੀ ਗੱਲ ਕੀਤੀ ਹੈ। ਜਿਹੜੀ ਇਹ ਸਵਾ ਮਿਲਦੇ ਹੋ, ਇਹ ਧਿਆਨ ਦੀ ਹੋਵੇ। ਕੁਆਰੀ ਕਾਇਆ ਨੂੰ ਨਿਰਮਲ ਆਚਰਨ ਕਿਹਾ ਤੇ ਡੰਡੇ ਨੂੰ ਜੁਗਤ ਕਿਹਾ ਕਿ ਇਹਨਾਂ ਦੀ ਗੱਲ ਅਗਰ ਇਹ ਤੁਸੀਂ ਸਮਝ ਕੇ ਜਿਹੜੇ ਪ੍ਰਤੀਕ ਇਹਨਾਂ ਨੂੰ ਸਮਝੋਗੇ ਤਦ ਮਨ ਜਿਹੜਾ ਹੈ ਉਹ ਤੁਹਾਡੇ ਡਿਸਪਲਿਨ ਹੋ ਜਾਏਗਾ। ਤਾਂ ਮਨ ਜੀਤੇ ਜਗਜੀਤ ਹੋ ਸਕਦਾ ਹੈ। तो इस तरह गुरु साहब ने जो गल की है कि ब्रह्म ज्ञानी का भोजन ज्ञान अगे क्या है, ते दया भंडारण विच सुनिया विचारन लई क्या है कि दया जिहड़ी है ये धर्म दा मूल है, धर्म दा रूट है। दया नाल ही जिहदे च दया ते संतोख है उही धर्मी जिहड़ा है वो बन सकदा है। तो इस तरह उस समय दी एक होर मिथ सी जिहड़ी अज भी उस मिथ दे विच असीं ग्रस्त होए होए आ। ਉਹ ਸੀ ਕਿ ਨਾਥ ਜੋਗੀ ਸਿੱਧ ਤੇ ਹਜ਼ਾਰਾਂ ਲੋਕ ਇਹ ਸੋਚਦੇ ਸਨ ਕਿ ਜਗਦੀਸ਼ ਪਰਮਾਤਮਾ ਦਾ ਵਾਰ-ਵਾਰ ਨਾਮ ਲੈਣ ਨਾਲ, ਪਰਮਾਤਮਾ ਦਾ ਨਾਮ ਦੇ ਰਟਨ ਕਰਨ ਨਾਲ, ਮਨਕਿਆਂ ਨਾਲ, ਕਾਊਂਟਿੰਗ ਨਾਲ, ਮੰਤਰਾਂ ਨੂੰ ਵਾਰ-ਵਾਰ ਪੜ੍ਹ ਲੈਣ ਨਾਲ ਪਰਮਾਤਮਾ ਮਿਲ ਜਾਏਗਾ। ਗੁਰੂ ਸਾਹਿਬ ਇੱਥੇ ਸਪਸ਼ਟ ਕਰ ਰਹੇ ਨੇ ਕਿ ਬਿਨਾਂ ਅਮਲ ਦੇ, ਬਿਨਾਂ ਪ੍ਰੈਕਟਿਸ ਤੋਂ ਬਿਨਾਂ ਕੁਝ ਨਹੀਂ ਪਾਇਆ ਜਾ ਸਕਦਾ। ਭਾਵੇਂ ਇੱਕ ਜੀਵ ਤੋਂ ਸਾਡੀਆਂ ਲੱਖਾਂ ਜੀਵਾਂ ਹੋ ਜਾਣ, 20 ਲੱਖ ਹੋ ਜਾਣ, ਪਰਮਾਤਮਾ ਦਾ ਅਹਿਸਾਸ, ਪਰਮਾਤਮਾ ਦੀ ਪ੍ਰਾਪਤੀ ਬਿਨਾਂ ਬਖਸ਼ਿਸ਼ ਦੇ, ਬਿਨਾਂ ਅਮਲ ਤੋਂ ਬਿਨਾਂ ਹੋ ਹੀ ਨਹੀਂ ਸਕਦੀ। ਬਿਨਾਂ ਤੁਹਾਡੇ ਸ਼ੁਭ ਅਮਲਾਂ ਤੋਂ ਬਖਸ਼ਿਸ਼ ਹੋ ਹੀ ਨਹੀਂ ਸਕਦੀ। ਤਾਂ ਗੁਰੂ ਸਾਹਿਬ ਕਹਿ ਰਹੇ ਨੇ ਕਿ ਲੱਖਾਂ ਵਾਰ ਜਗਦੀਸ਼ ਨਾਮ ਦੇ ਰਟਨ ਨਾਲ ਉਸ ਦੀ ਪ੍ਰਤਾਪ ਪ੍ਰਾਪਤੀ ਠੀਕ ਉਸੇ ਤਰ੍ਹਾਂ ਹੈ ਜਿਵੇਂ ਇੱਕ ਛੋਟਾ ਜਿਹਾ ਕੀੜਾ ਆਪਣੇ ਇਹ ਸਮਝੇ ਕਿ ਮੈਂ जो है ये समझे कि मैं उस आकाश तक जा सकता। कीटे है ना, कीड़ा आवे रीस, ਉਹਨੂੰ ਵੀ ਰੀਸ ਹੋ ਜਾਂਦੀ ਹੈ ਕਿ ਮੈਂ ਆਕਾਸ਼ ਤੇ ਚਲਾ ਜਾਵਾਂਗਾ। तो ਇਸ ਨੂੰ ਗੁਰੂ ਸਾਹਿਬ ਨੇ ਕੂੜੇ ਠੀਸ ਕਿਹਾ ਕਿ ਫਾਲ ਮੈਥਡਸ ਲੀਡ ਟੂ ਬੇਸਲੈਸ ਕੰਕਲੂਜਨ। ਨਾਨਕ ਨਦਰੀ ਪਾਈਏ ਕੂੜੇ ਠੀਸ, ਉਸ ਦੀ ਨਜ਼ਰ ਨਾਲ ਹੀ ਸਭ ਕੁਝ ਮਿਲਣਾ ਹੈ, ਬਾਕੀ ਸਭ ਕੁਝ ਬੇਸਲੈਸ ਹੈ ਤੇ ਝੂਠ ਹੈ। तो गुरु साहब इन्हां स्कॉलर्स नूं, इन्हां इंटलैक्चुअल्स नूं, जोगियां नूं, सिद्धां नूं, नाथां नूं ये समझा दिता कि व्यवहार ते धर्म नूं वक्खो वखरा नहीं किया जा सकता। जिहड़ा धर्म है और जिहड़ा व्यवहार है ये वख हो ही नहीं सकते। धर्म नूं वक्खो वखरा ना किया जा सकता, ना करना चाहिए। चंगी दुनियादारी का नाम ही धर्म है। अमल जिहड़ा है वो व्यवहार ते धर्म का उही संबंध है जिवें फुल ते उदी सुगंधी दा है। तो उस समय एक मिथ हो भी सी, वो ऐसी कि अपने आप ते जोर पाण नाल परमात्मा दी प्राप्ति हो सकती है। तो जोर दा भाव हट करना है या किसी ढंग नाल जोर दा प्रदर्शन करना है। बहुत तपस्वी जो हट करके शरीर नूं कष्ट विच पांदे सी, शरीर कष्टां करके मन नूं
ਕਾਬੂ ਕੀਤਾ ਜਾ ਸਕਦਾ, ਇਹ ਉਹਨਾਂ ਦੀ ਸੋਚ ਸੀ। ਪਰ ਗੁਰੂ ਨਾਨਕ ਸਾਹਿਬ ਦਾ ਰਸਤਾ ਜ਼ੋਰ ਦਾ ਨਹੀਂ ਹੈ, ਤਾਕਤ ਦਾ ਨਹੀਂ ਹੈ, ਸਹਿਜ ਦਾ, ਪ੍ਰੇਮ ਦਾ, ਸੰਜਮ ਦਾ, ਟੋਲਰੈਂਸ ਦਾ ਹੈ। ਜੇ ਜੰਮਣ ਤੇ ਮਰਨ ਵਿੱਚ ਮਨੁੱਖ ਦਾ ਕੋਈ ਜ਼ੋਰ ਨਹੀਂ, ਤਾਂ ਫਿਰ ਜੀਵਨ ਤੇ ਮੌਤ ਦੇ ਵਿਚਾਲੇ ਜੀਵਨ ਸੰਬੰਧੀ ਹੋਰ ਕਰਨੀਆਂ ਤੇ ਜ਼ੋਰ ਕਿਵੇਂ ਹੋ ਸਕਦਾ ਹੈ, ਕਿਵੇਂ ਚੱਲ ਸਕਦਾ ਹੈ? ਜੇ ਕੋਈ ਜ਼ੋਰ ਹੈ ਤਾਂ ਮਨੁੱਖ ਤੇਰੇ ਹੰਕਾਰ ਵਿੱਚ ਹੈ। ਇਹ ਜ਼ੋਰ ਸਿਰਫ ਉਹਦਾ ਹੈ। ਇਹ ਸਪਸ਼ਟ ਕਰ ਦਿੱਤਾ ਕਿ ਬੋਲਣ ਨਾਲ, ਵਾਰ-ਵਾਰ ਰੱਬ ਰੱਬ ਪਰਮਾਤਮਾ ਪਰਮਾਤਮਾ ਕਰਨ ਨਾਲ, ਜਾਂ ਆਪਣੇ ਤਸੀਹੇ ਆਪਣੇ ਆ ਸਰੀਰ ਨੂੰ ਦੇਣ ਨਾਲ, ਭੁੱਖਾ ਰਹਿਣ ਨਾਲ ਇਹ ਪਰਮਾਤਮਾ ਨਹੀਂ ਹੋ ਸਕਦਾ, ਪਾਇਆ ਜਾ ਸਕਦਾ। ਮੁੱਕਦੀ ਗੱਲ ਇਹ ਹੈ ਕਿ ਗੁਰੂ ਸਾਹਿਬ ਨੇ ਸਪਸ਼ਟ ਕਰ ਦਿੱਤਾ ਕਿ ਪਰਮਾਤਮਾ ਦੇ ਹੱਥ ਵਿੱਚ ਸਾਰਾ ਜ਼ੋਰ ਹੈ, ਸਾਰੀ ਤਾਕਤ ਹੈ। ਜਿਹੜਾ ਆਪਣੇ ਆਪ ਨੂੰ ਗਵਾਏਗਾ ਉਹ ਸਭ ਪਾ ਲਏਗਾ, ਜਿਹੜਾ ਆਪਣੇ ਆਪ ਨੂੰ ਵਜਾਏਗਾ, ਸ਼ੋਅ ਆਫ ਕਰੇਗਾ, ਉਹ ਸਭ ਕੁਝ ਗਵਾ ਦੇਗਾ। ਮਤਲਬ ਸਮਰਪਣ ਦੀ ਗੱਲ ਕੀਤੀ ਹੈ। ਤਾਂ ਮਨੁੱਖ ਨੂੰ ਕਿਸੇ ਲਕਸ਼ ਦੀ ਪ੍ਰਾਪਤੀ ਲਈ ਅਨੇਕਾਂ ਪੜਾਵਾਂ ਵਿੱਚੋਂ ਜ਼ੋਰ ਕਰਨ ਦੀ ਪਰੰਪਰਾਵਾਂ ਤੋਂ ਬਾਹਰ ਕੱਢ ਕੇ, ਉਹਨਾਂ ਦੇ ਵਹਿਮਾਂ ਭਰਮਾਂ ਦੀਆਂ ਉਹਨਾਂ ਨੂੰ ਚਾਨਣ ਪਾ ਕੇ, ਫਿਰ ਅੱਗੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਦੱਸ ਰਹੇ ਨੇ ਕਿ ਕਿਸੇ ਵੀ ਚੀਜ਼ ਨੂੰ ਪਾਣਾ, ਕਿਸੇ ਵੀ ਮੰਜ਼ਿਲ ਨੂੰ ਪਾਣਾ, ਤੇ ਉਹਨਾਂ ਵਿੱਚੋਂ ਅਨੇਕਾਂ ਪੜਾਵਾਂ ਵਿੱਚੋਂ ਲੰਘਣਾ ਪੈਂਦਾ ਹੈ, ਜੋ ਮਨੁੱਖੀ ਜੀਵਨ ਦੇ ਵਿਕਾਸ ਦਾ ਸੂਚਕ ਹੈ। ਜਿਵੇਂ ਸੰਸਾਰ ਦੇ ਵਿੱਚ ਅਸੀਂ ਦੇਖਦੇ ਹਾਂ ਵਿਕਾਸ ਦੇ ਸਿਧਾਂਤ ਨੂੰ ਮੰਨਦੇ ਹਾਂ, ਉਸੇ ਤਰ੍ਹਾਂ ਆਤਮਿਕ ਖੇਤਰ ਵਿੱਚ ਵੀ ਆਤਮਿਕ ਵਿਕਾਸ ਦਾ ਵਿਧਾਨ ਹੈ। ਔਰ ਜਪਜੀ ਵਿੱਚ ਆਤਮਿਕ ਵਿਕਾਸ ਦੇ, ਆਤਮ ਉਡਾਰੀ ਦੇ 5 ਦਰਜੇ, ਇਹਨਾਂ ਦਰਜਿਆਂ ਨੂੰ ਗੁਰੂ ਸਾਹਿਬ ਨੇ ਖੰਡ ਕਿਹਾ। 5 ਖੰਡ ਮਨੁੱਖ ਦੀ ਆਤਮਿਕ ਪ੍ਰਗਤੀ ਦੀ 5 ਅਵਸਥਾਵਾਂ ਨੇ, ਜੋ ਆਪਸ ਵਿੱਚ ਅੰਤਰ ਸੰਬੰਧਿਤ ਨੇ, ਅੰਤਰ ਸੰਯੁਕਤ ਨੇ, ਅੰਤਰ ਆਸ਼ਰਿਤ ਨੇ। ਅੰਤਰ ਸੰਬੰਧਿਤ ਇੰਟਰਕਨੈਕਟਡ, ਅੰਤਰ ਸੰਬੰਧਿਤ ਯੂਨਾਈਟਿਡ, ਅੰਤਰ ਆਸ਼ਰਿਤ ਇੱਕ ਦੂਜੇ ਤੋਂ ਬਿਨਾ, ਇੱਕ ਦੂਜੇ ਦੇ ਬਿਨਾ ਨਹੀਂ ਚੱਲ ਸਕਣਗੇ। ਇਹ ਕਦਮ, ਇੱਕ ਕਦਮ ਉੱਠਣ ਨਾਲ ਦੂਜਾ ਕਦਮ ਉੱਠੇਗਾ, ਦੂਜੇ ਤੋਂ ਤੀਜਾ, ਤੀਜੇ ਤੋਂ ਚੌਥਾ, ਤੇ ਫਿਰ ਸੱਚਖੰਡ ਤੱਕ ਪਹੁੰਚ ਜਾਏਗਾ। ਇਹ ਕਦਮ ਵੀ ਲੜਖੜਾ ਗਿਆ, ਉਹਨਾਂ ਚੋਂ ਇੱਕ ਕਦਮ ਤੋਂ ਜੇ ਤੁਸੀਂ ਭੁੱਲ ਕਰ ਗਏ ਜਾਂ ਲੜਖੜਾ ਗਿਆ ਤਾਂ ਮੰਜ਼ਿਲ ਤੱਕ ਨਹੀਂ ਪਹੁੰਚ ਪਾਓਗੇ। ਔਰ ਇਹਨਾਂ 5 ਖੰਡਾਂ ਵਿੱਚ ਜਿਹੜਾ ਦੁਆਰ ਹੈ, ਦਰਵਾਜ਼ਾ ਹੈ, ਉਹ ਧਰਮ ਖੰਡ ਹੈ। ਸੋ ਇਹਨਾਂ ਪੜਾਵਾਂ ਦਾ, ਇਹਨਾਂ ਅਵਸਥਾਵਾਂ ਵਿੱਚ ਪਹਿਲਾ ਸਥਾਨ ਧਰਮ ਖੰਡ ਦਾ ਹੈ। ਔਰ ਇਹ ਖੰਡ ਮਨੁੱਖੀ ਐਥਿਕਸ ਦਾ ਹੈ, ਮਨੁੱਖੀ ਫਰਜ਼ਾਂ ਦਾ ਹੈ, ਮਨੁੱਖੀ ਡਿਸਿਪਲਿਨ ਦਾ ਹੈ। ਵਿਸ਼ੇ ਨੂੰ ਇਤਨੇ ਸਾਇੰਟਿਫਿਕ ਵਿਜ਼ਨ ਰਾਹੀਂ, ਜਿਹਨੂੰ ਟੈਲੀਸਕੋਪਿਕ ਅਪਰੋਚ ਕਹਿੰਦੇ ਨੇ, ਉਸ ਤਰ੍ਹਾਂ ਸਮਝਾਇਆ ਸਰ। ਕੁਦਰਤ ਵੱਲੋਂ 4 ਤਰ੍ਹਾਂ ਦੇ ਪਵਨ, ਪਾਣੀ, ਅਗਨੀ, ਪਤਾਲ ਦੀ ਰਚਨਾ ਤੋਂ ਬਾਅਦ ਪਰਮਾਤਮਾ ਨੇ ਧਰਤੀ ਜਿਹੜੀ ਹੈ 5ਵਾਂ ਤੱਤ ਸਥਾਪਿਤ ਕੀਤਾ। ਉਹ ਗੁਰੂ ਨਾਨਕ ਸਾਹਿਬ ਇਸ ਨੂੰ ਧਰਮਸਾਲ ਕਹਿ ਰਹੇ, ਉਹਦਾ ਨਾਮ ਧਰਮਸਾਲ ਕਿਹਾ। ਸਮਝਾਇਆ ਕਿ ਪਰਮਾਤਮਾ ਦੀ ਸਿੱਧੀ ਕੁਦਰਤ ਅਨੁਸਾਰ ਹੀ ਜੀਣਾ ਹੈ ਇਸ ਧਰਮਸਾਲ ਦੇ ਵਿੱਚ। ਧਰਮਸਾਲ ਇੱਕ ਐਸਾ ਸਕੂਲ ਹੈ, ਇਹ ਧਰਤੀ, ਇਹ ਜਿਹੜਾ ਸ੍ਰਿਸ਼ਟੀ ਹੈ ਜਿੱਥੇ ਅਸੀਂ ਜੀ ਰਹੇ ਹਾਂ, ਜਿੱਥੇ ਅਸੀਂ ਲਿਵ ਹੋ ਰਹੇ ਹਾਂ, ਐਸੀ ਪਾਠਸ਼ਾਲਾ ਹੈ ਜਿੱਥੇ ਜੀਵ ਨੇ ਧਰਮ ਦੀ ਸਿੱਖਿਆ ਪ੍ਰਾਪਤ ਕਰਨੀ। ਔਰ ਧਰਮ ਕੀ ਹੈ? ਧਰਮ ਸੰਸਕਾਰ ਨੇ, ਧਰਮ ਐਥਿਕਸ ਹੈ, ਧਰਮ ਮੋਰੈਲਿਟੀ ਹੈ, ਧਰਮ ਵੇ ਆਫ ਲਾਈਫ ਹੈ। ਉਤਪਤੀ ਦੇ ਨਾਸ਼, ਜਨਮ ਅਤੇ ਮੌਤ ਉਸ ਦੀ ਖੇਡ ਹੈ। ਪੈਦਾ ਹੋਣਾ, ਜਨਮ ਤੋਂ ਪੈਦਾ ਹੋ ਜਾਣਾ, ਫਿਰ ਉਸ ਦੀ ਖੇਡ, ਉਸ ਦੇ ਵਿੱਚ ਅਸੀਂ ਜੀਣਾ, ਫਿਰ ਮਰ ਜਾਣਾ। ਇਹ ਸਾਰੀ ਉਸ ਪਰਮਾਤਮਾ ਦੀ ਖੇਡ ਹੈ। ਅਤੇ ਇਹ ਖੇਡ ਅਸੀਂ ਕੁਦਰਤ ਵਿੱਚ, ਪ੍ਰਕਿਰਤੀ ਵਿੱਚ ਦੇਖ ਸਕਦੇ ਹਾਂ, ਸਮਝ ਸਕਦੇ ਕਿ ਹਰ ਕੁਦਰਤ ਜਿਹੜੀ ਚੱਲ ਰਹੀ ਹੈ, ਪਹਿਲੇ ਬੀਜ ਹੈ, ਬੀਜ ਤੋਂ ਅੰਕੁਰ ਹੈ, ਅੰਕੁਰ ਤੋਂ ਪੌਦਾ ਹੈ, ਪੌਦੇ ਤੋਂ ਵ੍ਰਿਕਸ਼ ਹੈ, ਦਰਖਤ ਬਣਦਾ ਹੈ। ਪਹਿਲੇ ਫੁੱਲ ਲੱਗਦੇ ਨੇ, ਫਿਰ ਫਲ ਲੱਗਦਾ ਹੈ, ਫਿਰ ਉਸ ਤੋਂ ਬਾਅਦ ਪੱਤੇ ਪੀਲੇ ਹੋ ਜਾਂਦੇ ਨੇ, ਫਲ ਜਦੋਂ ਪੱਕ ਜਾਂਦੇ ਨੇ ਉਹ ਗਿਰ ਜਾਂਦੇ ਨੇ, ਫਿਰ ਨਵੇਂ ਪੱਤੇ ਆਉਂਦੇ ਨੇ। ਇੱਕ ਸਰਕਲ ਚੱਲ ਰਿਹਾ ਹੈ। ਇਸੇ ਤਰ੍ਹਾਂ ਜੀਵਨ ਦਾ ਜਿਹੜਾ ਹੈ, ਉਹ ਇਹੀ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕਿ ਇਹ ਸਾਰੇ ਦਾ ਸਾਰਾ ਵਿਧਾਨ, ਲਿਵਿੰਗ ਦਾ ਜਿਹੜਾ ਵਿਧਾਨ ਹੈ, ਇਹ ਕੁਦਰਤ ਵਿੱਚ ਚੱਲ ਰਿਹਾ ਹੈ। ਇਸ ਨਿਯਮ ਨਾਲ, ਇਸ ਹੁਕਮ ਨਾਲ ਤੂੰ ਆਪਣੀ ਜ਼ਿੰਦਗੀ ਬਿਤਾ। ਜਿਵੇਂ ਕੁਦਰਤ ਆਪਣੇ ਆਪ ਨੂੰ ਡਿਸਪਲੇ ਕਰ ਰਹੀ ਹੈ, ਤੂੰ ਆਪਣੇ ਆਪ ਨੂੰ ਡਿਸਪਲੇ ਕਰ। ਨਿਯਮ ਅਨੁਸਾਰ ਜੀਵਨ ਹੀ ਧਰਮ ਹੈ। ਧਰਤੀ ਉੱਤੇ ਵਸਣ ਵਾਲੇ ਜੀਵਾਂ ਨੂੰ ਵਿਸ਼ੇਸ਼ ਰੂਪ ਵਿੱਚ ਧਰਮ ਕਰਨ ਦੀ ਆਗਿਆ ਹੈ, ਕਿਉਂਕਿ ਧਰਤੀ ਦਾ ਇੱਕ ਵਿਸ਼ੇਸ਼ ਗੁਣ ਹੈ, ਇਸ ਵਿੱਚ ਜੋ ਬੀਜਦੇ ਹੋ ਉਹੀ ਫਲ ਪ੍ਰਾਪਤ ਹੁੰਦਾ ਹੈ, ਜੋ ਬੀਜਦੇ ਹੋ ਉਹੀ ਬਾਹਰ ਆਏਗਾ। ਇਸ ਲਈ ਮਨੁੱਖ ਨੂੰ ਇਸ ਧਰਤੀ ਰੂਪੀ ਸਕੂਲ ਵਿੱਚੋਂ ਨਿਯਮ ਅਨੁਸਾਰ ਜੀਵਨ ਜੀਣ ਦੀ
ਦਾ ਜਿਹੜਾ ਢੰਗ ਸਿੱਖਣਾ ਹੈ ਉਹ ਧਰਮ ਖੰਡ ਵਿੱਚ ਹੈ। ਆਰਾਮ ਨਾਲ ਜੀਵਨ ਜੀਣ ਲਈ ਨਹੀਂ ਹੈ, ਘਰ ਬਣਾ ਕੇ ਬੈਠ ਜਾਣ ਲਈ ਨਹੀਂ ਹੈ ਇਹ ਧਰਮਸਾਲ। ਜਿਵੇਂ ਕੁਦਰਤ ਨਿਯਮ ਬਣਦਾ ਹੈ, ਸਭ ਤੱਤ ਆਪੋ ਆਪਣੇ ਫਰਜ਼ ਨਿਭਾ ਰਹੇ ਨੇ, ਕਿਸੇ ਨਾਲ ਕੋਈ ਦਖਲ ਅੰਦਾਜ਼ੀ ਨਹੀਂ ਹੈ, ਹਰ ਚੀਜ਼ ਚੱਲ ਰਹੀ ਹੈ, ਉਹ ਸਾਰੇ ਦੇ ਸਾਰੇ ਡਿਸਪਲਿਨ ਵਿੱਚ ਨੇ। ਇਸੇ ਤਰ੍ਹਾਂ ਹੀ ਮਨੁੱਖ ਨੇ ਆਪਣੀ ਜ਼ਿੰਦਗੀ ਦੇ ਨਿਯਮ ਨਾਲ ਜਿਹੜੇ ਨੇ ਉਹ ਕੁਦਰਤ ਦੇ ਅਨੁਸਾਰ, ਜਿਵੇਂ ਕੁਦਰਤ ਨਿਯਮ ਵਿੱਚ ਹੈ ਉਸ ਤਰ੍ਹਾਂ ਤੁਸੀਂ ਆਪਣੇ ਜ਼ਿੰਦਗੀ ਨੂੰ ਨਿਯਮ ਵਿੱਚ ਕਰਨਾ ਹੈ। ਜਿਵੇਂ ਕੁਦਰਤ ਆਪਣੇ ਆਪ ਨੂੰ ਅਲੱਗ-ਅਲੱਗ ਰੰਗਾਂ ਨਾਲ, ਨਿਆਮਤਾਂ ਨਾਲ ਡਿਸਪਲੇ ਕਰ ਰਹੀ ਹੈ, ਉਸੇ ਤਰ੍ਹਾਂ ਮਨੁੱਖ ਨੇ ਆਪਣੇ ਆਪ ਨੂੰ ਡਿਸਪਲੇ ਕਰਨਾ ਹੈ। ਧਰਮ ਦੀ ਭੂਮਿਕਾ ਤੋਂ ਬਾਅਦ ਗਿਆਨ ਦੀ ਭੂਮਿਕਾ ਹੁੰਦੀ ਹੈ। ਗਿਆਨ ਖੰਡ ਮਨੁੱਖੀ ਉਪਲਬਧੀ ਆ। ਜੇਕਰ ਮਨੁੱਖ ਇਸ ਸ੍ਰਿਸ਼ਟੀ ਵਿੱਚ ਨਾ ਵੀ ਹੋਵੇ, ਧਰਮ ਤਾਂ ਹੋਏਗਾ, ਗਿਆਨ ਨਹੀਂ ਹੋਏਗਾ। ਤਾਂ ਧਰਮ ਨਹੀਂ, ਪਹਿਲੇ ਗੁਰੂ ਸਾਹਿਬ ਨੇ ਡਿਸਿਪਲਿਨ ਸਮਝਾਇਆ, ਨੈਤਿਕਤਾ ਸਮਝਾਈ, ਮੋਰੈਲਿਟੀ ਸਮਝਾਈ, ਤੇ ਫਿਰ ਗਿਆਨ ਦੀ ਭੂਮਿਕਾ ਦੀ ਜ਼ਰੂਰਤ ਜਿਹੜੀ ਹੈ ਉਹ ਜਿਹੜੀ ਹੈ ਗੱਲ ਕੀਤੀ। ਕਿਉਂਕਿ ਭਾਰਤੀ ਪਰੰਪਰਾ ਦੇ ਵਿੱਚ 16 ਕਲਾਮਾਂ ਦੀ ਗੱਲ ਹੁੰਦੀ ਹੈ ਤਾਂ ਜ਼ਿਕਰ ਆਉਂਦਾ ਹੈ, ਤੇ ਉਹਦੇ ਚ ਮਨੁੱਖ ਦੀ ਪੂਰਨ ਸ਼ਖਸੀਅਤਾਂ ਦੀ ਜਦੋਂ ਗੱਲ ਚੱਲਦੀ ਹੈ ਤਾਂ ਪਹਿਲੀ ਜਿਹੜੀ ਕਲਾ ਹੈ ਉਹ ਗਿਆਨ ਹੈ। ਤਾਂ ਗਿਆਨ ਖੰਡ ਵਿੱਚ ਜਾਗ ਕੇ ਜਾਗ ਲੈਣਾ, ਜੋ ਕੁਝ ਵੀ ਹੈ ਇਸ ਯੂਨੀਵਰਸ ਵਿੱਚ, ਬ੍ਰਹਮੰਡ ਵਿੱਚ, ਉਹ ਚਾਰੇ ਪਾਸੇ ਮੌਜੂਦ ਹੈ, ਉਸ ਨੂੰ ਹੋਸ਼ਪੂਰਵਕ ਜਾਣ ਲਓ, ਉਸ ਦਾ ਨਾਮ ਗਿਆਨ ਖੰਡ ਹੈ। ਇਹਨੂੰ ਮੈਂਟਲ ਪਲੇਨ ਵੀ ਕਹਿ ਸਕਦੇ ਹਾਂ। ਇਸ ਖੰਡ ਵਿੱਚ ਕੁਦਰਤ ਦੇ ਵਿਸ਼ਾਲ ਪਸਾਰੇ ਦਾ ਪਤਾ ਲੱਗਦਾ ਹੈ। ਬ੍ਰਹਮ ਦੀ ਬ੍ਰਹਮੰਡੀ ਰਚਨਾ ਵਿੱਚ ਬੇਅੰਤ ਪਦਾਰਥ ਨੇ, ਕੇਤੇ ਪਵਨ ਪਾਣੀ ਬੇਸੰਤਰ। ਅੱਜ ਵੀ ਸਾਇੰਸ ਜਿਹੜੀ ਹੈ ਉਹ ਬੜੀ ਤਰੀਕੇ ਦੀ ਹਵਾ, ਬੜੇ ਤਰੀਕੇ ਦੇ ਪਾਣੀਆਂ ਦੇ ਉੱਤੇ ਗੱਲ ਕਰ ਰਹੀ ਹੈ। ਇੱਥੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਜਿਹੜੇ ਪੰਜ ਤੱਤ ਬ੍ਰਹਮੰਡ ਦੇ, ਇਹਨਾਂ ਪੰਜ ਸਭ ਦਾ ਗਿਆਨ ਪ੍ਰਾਪਤ ਕਰਨਾ ਹੈ। ਇੱਥੇ ਧਿਆਨ ਰੱਖਣਾ, ਪਦਾਰਥਕ ਗਿਆਨ ਦੀ ਗੱਲ ਹੋ ਰਹੀ ਹੈ, ਮੈਟਰਲਿਜ਼ਮ ਦੇ ਗਿਆਨ ਦੀ ਗੱਲ ਹੋ ਰਹੀ ਹੈ। ਪੰਜ ਤੱਤਾਂ ਦੇ ਨੇ ਤੋਂ ਬ੍ਰਹਮੰਡ ਬਣਿਆ, ਪੰਜ ਤੱਤਾਂ ਤੋਂ ਇਹ ਬਾਡੀ, ਇਹ ਸਰੀਰ ਬਣਿਆ। ਇਹਨਾਂ ਤੱਤਾਂ ਦੇ ਗਿਆਨ ਦਾ ਹਾਸਲ ਕਰਨਾ ਹੈ, ਤੱਤਾਂ ਦੇ ਸਿਰਜਣਹਾਰ ਦਾ ਗਿਆਨ ਦਾ ਹਾਸਲ ਕਰਨਾ ਹੈ, ਸਿਰਜਣਹਾਰ ਦੀ ਸਿਰਜਣਾ ਦਾ ਗਿਆਨ ਹਾਸਲ ਕਰਨਾ ਹੈ। ਇਹ ਆਤਮ ਗਿਆਨ ਜਿਹੜਾ ਹੈ ਇਹ ਤਾਂ ਹੀ ਆਏਗਾ ਜਦੋਂ ਇਹਨਾਂ ਦਾ ਅਸੀਂ ਗਿਆਨ ਪ੍ਰਾਪਤ ਕਰ ਲਵਾਂਗੇ। ਜਿਹੜਾ ਕੁਦਰਤ ਵਿੱਚ ਹੋ ਰਿਹਾ ਹੈ, ਕੁਦਰਤ ਨੂੰ ਸਮਝਣਾ ਹੈ ਸਾਰਾ, ਇਹ ਮਨੁੱਖੀ ਗਿਆਨ ਦੀ ਅਵਸਥਾ ਦੇ ਵਿੱਚ ਲਿਆਣਾ ਹੈ। ਗਿਆਨ ਪ੍ਰਚੰਡ ਦੀ ਵੀ ਗੱਲ ਹੁੰਦੀ ਹੈ, ਇਹਨੂੰ ਕਹਿੰਦੇ ਲੂਮੀਨੀਅਸ ਨੌਲੇਜ। ਔਰ ਇਹ ਦਿਵ ਦ੍ਰਿਸ਼ਟੀ ਹੈ ਜਿਸ ਨਾਲ ਇਸ ਯੂਨੀਵਰਸ ਦੇ, ਇਸ ਸ੍ਰਿਸ਼ਟੀ ਦੇ ਸਮੂਹ ਵਿਸਥਾਰ ਨਾਲ ਇੱਕ ਮੁੱਖ ਹੋਇਆ ਜਾ ਸਕਦਾ ਹੈ। ਕਿਉਂਕਿ ਗੱਲ ਧਿਆਨ ਰੱਖਣਾ, ਪਰਮਾਤਮਾ ਦੀ ਸਰਵ ਵਿਆਪਕਤਾ ਦਾ ਅਹਿਸਾਸ ਹੋਣ ਨਾਲ ਸੈਲਫਲੈਸ ਦਾ ਅਹਿਸਾਸ ਹੋ ਜਾਂਦਾ ਹੈ। ਫਿਰ ਆਪਣਾ ਪਤਾ ਲੱਗਦਾ ਹੈ ਕਿ ਜਿਹੜੀ ਇਹ ਪਰਮਾਤਮਾ ਦੀ ਸਰਵ ਵਿਆਪਕਤਾ, ਉਹਦੇ ਚ ਮੈਂ ਕੀ ਹਾਂ, ਜਿਹੜਾ ਹਉਮੈ ਹੰਕਾਰ ਹੈ ਉਹ ਟੁੱਟਦਾ ਹੈ। ਬੜੀ ਸੋਹਣੀ ਕਹਾਵਤ ਹੈ, the vast universe is like a huge family। ਇਹ ਪੂਰੀ ਸ੍ਰਿਸ਼ਟੀ ਇੱਕ ਪਰਿਵਾਰ ਦੀ ਤਰ੍ਹਾਂ ਹੈ, where each one is made for each other। ਜਿੱਥੇ ਹਰ ਕੋਈ ਹਰ ਦੂਜੇ ਲਈ ਬਣਿਆ, ਇੱਕ ਦੂਸਰੇ ਲਈ ਜੀਣੇ ਦਾ ਅਹਿਸਾਸ ਜਿਹੜਾ ਹੈ ਇਹ ਇਸ ਖੰਡ ਵਿੱਚ ਆਉਂਦਾ ਹੈ। ਇੱਥੇ ਸਮਝਣਾ ਕਿ ਮਨੁੱਖ ਕੁਦਰਤ ਦੀ ਇੱਕ ਦਾ ਹੀ ਇੱਕ ਹਿੱਸਾ ਹੈ। ਗੁਰੂ ਸਾਹਿਬ ਗਿਆਨ ਖੰਡ ਵਿੱਚ ਇਨਵਾਇਰਮੈਂਟ ਐਥਿਕਸ ਦੀ ਗੱਲ ਕਰ ਰਹੇ ਨੇ। ਇਨਵਾਇਰਮੈਂਟ ਐਥਿਕਸ ਨੂੰ ਐਕਸਪਲੋਰ ਕਰਨਾ, ਐਕਸਪਲੋਇਟ ਨਹੀਂ ਕਰਨਾ। ਇਸ ਨੂੰ ਸਤ ਸੁਹਾਨ ਸਦਾ ਮਨਚਾਓ ਵਾਲੀ ਗੱਲ ਹੈ ਨਾ, ਇਸ ਕੁਦਰਤ ਨੂੰ ਹੋਰ ਸੋਹਣਾ ਬਣਾਉਣਾ ਹੈ, ਇਹਨੂੰ ਨਸ਼ਟ ਨਹੀਂ ਕਰਨਾ, ਇਹਨੂੰ ਕਰੂਪ ਨਹੀਂ ਕਰਨਾ। ਗੁਰੂ ਸਾਹਿਬ ਜਿੱਥੇ ਧਰਮ ਖੰਡ ਦੇ ਵਿੱਚ ਦੁਨਿਆਵੀ ਐਥਿਕਸ ਦੀ ਗੱਲ ਕਰ ਰਹੇ ਨੇ, ਦੁਨਿਆਵੀ ਨੈਤਿਕਤਾ ਦੀ ਗੱਲ ਕਰ ਰਹੇ ਨੇ, ਇੱਥੇ ਗਿਆਨ ਖੰਡ ਵਿੱਚ ਗੁਰੂ ਸਾਹਿਬ ਕੁਦਰਤ ਤੇ ਇਨਵਾਇਰਮੈਂਟ ਦੀ ਜਿਹੜੀ ਗੱਲ ਕਰ ਰਹੇ ਨੇ। ਹੁਣ ਮਾਨਵ ਚੇਤਨਾ ਦੇ ਵਿਸਥਾਰ ਤੋਂ ਬਾਅਦ ਅਗਲਾ ਪੜਾਅ ਜਿਹੜਾ ਹੈ ਧਰਮ ਖੰਡ ਤੇ ਗਿਆਨ ਖੰਡ ਤੋਂ ਬਾਅਦ ਫਿਰ ਤੀਜਾ ਪੜਾਅ ਹੈ ਸਰਮ ਖੰਡ ਦਾ। ਧਰਮ ਤੇ ਗਿਆਨ ਬਹੁਤੀ ਵਾਰ ਮਨੁੱਖ ਨੂੰ ਹੰਕਾਰੀ ਬਣਾ ਦਿੰਦਾ ਹੈ, ਇਸ ਲਈ ਗੁਰੂ ਸਾਹਿਬ ਨੇ ਅਗਲੇ ਪੜਾਅ ਵਿੱਚ ਸਰਮ ਖੰਡ ਦੀ ਗੱਲ ਕੀਤੀ ਹੈ। ਇਸ ਨੂੰ ਇਨਰ ਪਿਊਰੀਫਿਕੇਸ਼ਨ ਦਾ ਖੰਡ ਵੀ ਕਹਿ ਸਕਦੇ ਨੇ ਕਿ ਹੁਣ ਜੋ ਤੁਸੀਂ ਧਰਮ ਖੰਡ ਤੇ ਗਿਆਨ ਖੰਡ ਤੋਂ ਤੁਸੀਂ ਸਮਝਿਆ, ਉਹ ਹੁਣ ਤੁਸੀਂ ਆਪਣੇ ਅੰਦਰ ਵੀ ਲਿਜਾਣਾ ਹੈ। ਸਮਝਣ ਲਈ ਮੈਂ ਤੁਹਾਨੂੰ ਇੱਕ ਉਦਾਹਰਨ ਦੇਵਾਂ। ਧਰਮ ਖੰਡ ਦੀ ਧਰਤੀ ਦੀ ਇੱਕ ਮਿੱਟੀ, ਉਹਨੂੰ ਗਿਆਨ ਖੰਡ ਦੇ ਪਾਣੀ ਨਾਲ ਸੌਫਟ ਕਰਕੇ ਫਿਰ ਡਿਜ਼ਾਇਰਡ ਸ਼ੇਪ ਦੇ ਵਿੱਚ ਦੇਣ ਲਈ ਉਹਨੂੰ ਸਰਮ ਖੰਡ ਯਾਨੀ ਸਪਿਰਚੁਅਲ ਆਰਟ ਤੇ ਇਨਰ ਪਿਊਰੀਫਿਕੇਸ਼ਨ ਲਈ ਉਸ ਨੂੰ ਜਿਹੜੀ ਚੀਜ਼ ਦਾ ਤੁਸੀਂ ਬਣਾਉਣਾ ਚਾਹੁੰਦੇ ਹੋ ਫਿਰ ਉਸ ਮਿੱਟੀ ਦੇ ਬਣਾ ਸਕਦੇ। ਦੇਖੋ, ਜੋ ਧਰਮ ਖੰਡ ਤੇ ਗਿਆਨ ਖੰਡ ਤੋਂ ਪਾਇਆ ਉਹਨੂੰ ਹੁਣ ਆਪਣੇ ਅੰਤःਕਰਨ ਵਿੱਚ ਲਿਆਣਾ ਹੈ ਤਾਂ ਕਿ ਉਹ ਤੁਹਾਡਾ ਸੁਭਾਅ ਬਣ ਜਾਵੇ। ਸੰਸਕ੍ਰਿਤ ਅਨੁਸਾਰ ਸਰਮ ਤੋਂ ਭਾਵ ਐਫਰਟ ਹੈ।
ਤੇ ਫਾਰਸੀ ਅਨੁਸਾਰ ਸਰਮ ਤੋਂ ਭਾਵ ਬੇਨਤੀ ਹੈ, ਨਮਰਤਾ ਹੈ। ਸਰਮਖੰਡ ਨੂੰ ਨਮਰਤਾ ਭਰਪੂਰ ਵੀ ਕੋਸ਼ਿਸ਼ ਕਹਿ ਸਕਦੇ ਹਾਂ, ਐਫਰਟ ਵਿਦ ਹਿਊਮੈਨਿਟੀ। ਇਸ ਖੰਡ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਧਰਮਖੰਡ ਤੇ ਗਿਆਨ ਖੰਡ ਵਿੱਚੋਂ ਲੰਘਣ ਨਾਲ ਜਿਹੜੀ ਸੁਰਤ, ਮਤ, ਮਨ ਤੇ ਬੁੱਧ ਵਿੱਚ ਜੋ ਅਧਿਆਤਮਕ ਦਾ ਪਰਿਵਰਤਨ ਲਿਆਂਦਾ ਹੈ, ਉਹ ਜੀਵਨ ਜਾਚ ਦਾ ਜਿਹੜੀ ਹੈ ਜੀਵਨ ਜਾਚ ਨੂੰ ਪ੍ਰੇਰਨਾ ਦਿੰਦੀ ਹੈ। ਅਰਥਾਤ ਸੁਰਤ, ਮਤ, ਮਨ ਤੇ ਬੁੱਧ ਦੀ ਘਾੜਤ ਕੱਢ ਕੇ ਉਹਨੂੰ ਨਿਰਮਲ ਕਰਨਾ ਹੈ। ਇਹ ਇਨਰ ਪਿਉਰੀਫਿਕੇਸ਼ਨ ਦੀ ਗੱਲ ਜਿਹੜੀ ਮੈਂ ਕੀਤੀ ਹੈ। ਤੇ ਇਸ ਸਾਰ ਵਿੱਚ ਅਗਰ ਮੈਂ ਗੱਲ ਇਹ ਕਰਾਂ ਤੇ ਸਰਮਖੰਡ ਵਿੱਚ ਸੁਰਤ, ਮਤ, ਮਨ ਤੇ ਬੁੱਧ ਨੂੰ ਨਵੇਂ ਰੂਪ ਦੇ ਵਿੱਚ ਲਿਆਣਾ ਹੈ। ਜਿਸ ਤਰ੍ਹਾਂ ਸੁਰਤ ਹੈ, ਇਹ ਘੜੀਏ ਸੁਰਤ, ਮਤ, ਮਨ, ਬੁੱਧ ਆਉਂਦਾ ਨਾ, ਤੇ ਜਿਹੜੀ ਸੁਰਤ ਹੈ ਇਹਨੂੰ ਹਾਇਰ ਕੌਨਸ਼ੀਅਸਨੈਸ ਬਣਾਉਣਾ ਹੈ, ਮਤ ਨੂੰ ਨਿਰਮਲ ਮਤ ਬਣਾਉਣਾ ਹੈ, ਮਨ ਨੂੰ ਜਿਹੜਾ ਹੈ ਉਹਨੂੰ ਡਿਸਿਪਲਿਨ ਕਰਨਾ ਹੈ, ਮਨ ਮਾਰੇ ਜੀਵਤ ਮਰ ਜਾ। ਬੁੱਧੀ ਨੂੰ, ਆਰਡੀਨਰੀ ਬੁੱਧੀ ਨੂੰ ਜਿਹੜੀ ਹੈ ਉਹਨੂੰ ਨਿਰਮਲ ਬੁੱਧੀ ਜਾਂ ਵਿਵੇਕ ਬੁੱਧੀ ਬਣਾਉਣਾ ਹੈ। ਤੋ ਸਰਮਖੰਡ ਜਿਹੜੀ ਹੈ ਇਹ ਇਨਰ ਪਿਉਰੀਫਿਕੇਸ਼ਨ ਅੰਤੇ ਕਰਨ ਦੀ ਟਿਊਨਿੰਗ ਵਾਲਾ ਖੰਡ ਹੈ। ਹੁਣ ਧਰਮਖੰਡ, ਗਿਆਨ ਖੰਡ ਤੇ ਸਰਮਖੰਡ ਤੋਂ ਬਾਅਦ ਕਰਮਖੰਡ ਹੈ। ਦੇਖੋ ਇਸ ਖੰਡ ਵਿੱਚ ਵਿਦਵਾਨਾਂ ਵਿੱਚ ਭੇਦ ਹੈ, ਡਿਫਰੈਂਸਿਸ ਨੇ। ਬਹੁਤੇ ਵਿਦਵਾਨ ਇਸ ਨੂੰ ਬਖਸ਼ਿਸ਼ ਜਾਂ ਨਦਰ ਦਾ ਖੰਡ ਮੰਨਦੇ ਨੇ। ਕਰਮ ਦੇ ਦੋ ਭਾਵ ਨੇ, ਦੋ ਮੀਨਿੰਗ ਨੇ। ਸੰਸਕ੍ਰਿਤ ਵਿੱਚ ਇਸ ਨੂੰ ਕਹਿੰਦੇ ਨੇ ਐਕਸ਼ਨ, ਪ੍ਰੈਕਟਿਸ, ਅਮਲ। ਔਰ ਪਰਸ਼ੀਅਨ ਵਿੱਚ ਕਰਮ ਨੂੰ ਗ੍ਰੇਸ ਕਹਿੰਦੇ ਨੇ, ਬਖਸ਼ਿਸ਼, ਨਦਰ ਕਹਿੰਦੇ ਨੇ। ਔਰ ਮੇਰਾ ਜਿਹੜਾ ਨਿੱਜੀ ਵਿਚਾਰ ਹੈ, ਇਹ ਖੰਡ ਐਕਸ਼ਨ ਦਾ ਹੈ, ਇਹ ਖੰਡ ਅਮਲ ਦਾ ਹੈ। ਹੁਣ ਧਰਮਖੰਡ, ਗਿਆਨ ਖੰਡ ਔਰ ਫਿਰ ਉਸ ਤੋਂ ਬਾਅਦ ਜਦੋਂ ਅੰਦਰ ਲੈ ਗਏ, ਇਹ ਇਸ ਨੂੰ ਹੁਣ ਆਪਣੇ ਸੁਭਾਅ ਵਿੱਚ ਲਿਆ ਕੇ ਆਪਣੇ ਕਰਮਾਂ ਵਿੱਚ ਲਿਆਣਾ ਹੈ, ਤੁਹਾਡੇ ਐਕਸ਼ਨਸ ਵਿੱਚ ਲਾਣਾ ਹੈ, ਤੁਹਾਡੇ ਬਾਡੀ ਨੂੰ ਡਿਸਪਲੇ ਕਰਨਾ ਹੈ, ਦੁਨੀਆ ਨੂੰ ਦੱਸਣਾ ਹੈ ਕਿ ਧਰਮ, ਗਿਆਨ ਖੰਡ ਜਿਹੜਾ ਇਹ ਅੰਦਰ ਦਾ ਹੋ ਕੇ ਹੁਣ ਤੁਸੀਂ ਵਿਵਹਾਰ ਦੇ ਵਿੱਚ ਲੈ ਕੇ ਆਉਣਾ ਹੈ। ਤੋ ਗੁਰੂ ਨਾਨਕ ਸਾਹਿਬ ਦਾ ਜਿਹੜੀ ਸਾਰੀ ਫਿਲਾਸਫੀ ਅਮਲ ਹੈ। ਇਸ ਲਈ ਮੈਂ ਕਹਿ ਸਕਦਾ ਕਿ ਧਰਮਖੰਡ, ਗਿਆਨ ਖੰਡ, ਸਰਮਖੰਡ ਦੀ ਯਾਤਰਾ ਕਰਕੇ ਜਦੋਂ ਇਨਰ ਪਿਉਰੀਫਿਕੇਸ਼ਨ ਹੋ ਜਾਂਦਾ ਹੈ, ਇਸ ਨੂੰ ਅਮਲ ਵਿੱਚ ਲਿਆ ਕੇ ਫਿਰ ਇਹਨੂੰ ਡਿਸਪਲੇ ਕਰਨਾ ਹੈ। ਤਾਂ ਗੁਰੂ ਨਾਨਕ ਸਾਹਿਬ ਦਾ ਜਿਹੜਾ ਉਹ ਆਪਣਾ ਸਤ ਸਵੰਤ ਸਦਾ ਮਨ ਚਾਓ, ਉਹ ਤਾਂ ਤਦ ਹੋਏਗਾ ਜਦੋਂ ਇਹ ਅਮਲਾਂ ਵਿੱਚ ਆ ਜਾਏਗਾ। ਤਾਂ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ, ਗੁਰੂ ਨਾਨਕ ਸਾਹਿਬ ਦੇ ਮਤ ਦੀ ਵਿਸ਼ੇਸ਼ਤਾ ਹੀ ਇਹੀ ਹੈ ਕਿ ਮਨੁੱਖ ਵਿਅਕਤੀਗਤ ਦੁਨੀਆ ਵਿੱਚੋਂ ਕੈਦ ਹੁੰਦਾ ਆਦਰਸ਼ ਪ੍ਰਮਾਣ ਨਹੀਂ ਕਰਦਾ, ਸਗੋਂ ਸਮਾਜਿਕ ਜਿਹੜਾ ਹੈ ਉਹ ਉਸ ਨੂੰ ਵੀ ਅਪਣਾਉਣਾ ਹੈ, ਸਮਾਜ ਨੂੰ ਵੀ ਅਪਣਾਉਣਾ ਹੈ, ਸੁਸਾਇਟੀ ਨੂੰ ਵੀ ਆਈਡੀਅਲ ਬਣਾਉਣਾ ਹੈ। ਜਿਹਨੂੰ ਮੈਂ ਪਹਿਲੇ ਸ਼ੁਰੂ ਵਿੱਚ ਕੀਤੀ ਕਿ ਲਰਨਿੰਗ ਸੁਸਾਇਟੀ, ਲਰਨਡ ਮੈਨ ਐਂਡ ਲਰਨਿੰਗ ਸੁਸਾਇਟੀ, ਅਵੇਕਨਡ ਸੁਸਾਇਟੀ, ਡਿਵੈਲਪ ਸੁਸਾਇਟੀ ਗੁਰੂ ਨਾਨਕ ਸਾਹਿਬ ਨੇ ਬਣਾਉਣੀ ਹੈ। ਉਹ ਤਾਂ ਹੀ ਹੋਏਗੀ ਜਦੋਂ ਅਸੀਂ ਆਪਣੇ ਵਿਵਹਾਰ ਦੇ ਵਿੱਚ ਜਿਹੜੀ ਹੈ ਉਹ ਗੱਲ ਲਿਆਵਾਂਗੇ। ਪਹਿਲੀ ਮਿਹਨਤ ਗਿਆਨ ਨੂੰ ਅੰਦਰ ਤੱਕ ਲਿਜਾਣਾ ਹੈ, ਦੂਜੀ ਮਿਹਨਤ ਅੰਦਰ ਦਾ ਹੋਇਆ ਪ੍ਰਕਾਸ਼ ਹੁਣ ਬਾਹਰ ਅਮਲ ਵਿੱਚ ਜਿਹੜਾ ਲਿਆਣਾ ਹੈਗਾ, ਇਹ ਕਰਮ ਖੰਡ ਹੈ। ਸੋ ਇਸ ਤਰ੍ਹਾਂ ਕਿਹਾ ਜਾ ਸਕਦਾ ਜਿਹੜਾ ਕਰਮ ਖੰਡ ਹੈ, ਮੈਂ ਦੋਨੋਂ ਮਤਲਬਾਂ ਨੂੰ ਵਿੱਚ ਲੈ ਲੈਣਾ ਕਿ ਪਰਮਾਤਮਾ ਦੀ ਬਖਸ਼ਿਸ਼ ਨਾਲ ਅਮਲ ਦਾ ਖੰਡ ਹੈ। ਯੋਧੇ, ਮਹਾਬਲੀ, ਸੂਰਮੇ ਉਹੀ ਹੋ ਸਕਦੇ ਨੇ ਜੋ ਆਪਣੀਆਂ ਖਾਹਿਸ਼ਾਂ ਨੂੰ, ਆਪਣੀਆਂ ਡਿਜ਼ਾਇਰਸ ਨੂੰ ਵਸ ਕਰਕੇ ਕਾਮ, ਕ੍ਰੋਧ, ਲੋਭ, ਅਹੰਕਾਰ ਨੂੰ ਜਿੱਤ ਕੇ ਇਨਰ ਪਿਉਰੀਫਿਕੇਸ਼ਨ ਕਰ ਲਏ। ਔਰ ਉਹ ਇਨਰ ਪਿਉਰੀਫਿਕੇਸ਼ਨ ਜਦੋਂ ਹੋ ਜਾਏ ਤਾਂ ਫਿਰ ਉਹਦੇ ਰੋਮ ਰੋਮ ਵਿੱਚ ਰਾਮ ਵਸ ਜਾਂਦੇ ਨੇ, ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ। ਫਿਰ ਅੰਦਰਲਾ ਤੇ ਬਾਹਰਲਾ ਸੀਤੋ ਸੀਤਾ ਜਾਂਦਾ ਹੈ, ਜਿਸ ਨਾਲ ਬੇਇਨਸਾਫੀਆਂ ਦੇ ਖਿਲਾਫ ਲੜਨ ਦਾ ਬਲ ਆ ਜਾਂਦਾ ਹੈ, ਜਿਸ ਦੇ ਨਾਲ ਫਿਰ ਇੱਕ ਆਦਰਸ਼ਕ ਮਨੁੱਖ ਜਿਹੜਾ ਹੈ ਉਹ ਹੋਰ ਚੰਗੀ ਸੁਸਾਇਟੀ ਬਣਾਉਂਦਾ ਹੈ। ਤੋ ਇਸ ਤਰ੍ਹਾਂ ਹੁਣ ਅਖੀਰਲਾ ਜਿਹੜਾ ਸੱਚਖੰਡ ਹੈ, ਇਹ ਅੰਤਮ ਪਰਾ ਆ ਗਿਆ, ਜੋ ਕਰਮ ਖੰਡ ਨਾਲ ਸੰਯੁਕਤ ਹੈ। ਸੱਚਖੰਡ ਪ੍ਰਭੂ ਦਾ ਨਿਵਾਸ ਸਥਾਨ ਹੈ, ਕਿਹਾ ਗਿਆ ਐਸਾ ਨਿਵਾਸ ਜਿੱਥੇ ਪ੍ਰਮਾਤਮਾ ਆਪਣੇ ਪਿਆਰੇ ਨੂੰ ਨਦਰੀ ਨਜ਼ਰ ਨਿਹਾਲ ਕਰ ਦਿੰਦਾ ਹੈ। ਇਹ ਉਹ ਨਿਵਾਸ ਹੈ ਜਿੱਥੇ ਲੋ ਆਕਾਰ ਦਿਸਦੇ ਨੇ, ਹਾਂਜੀ, ਇੱਕ ਜਿੱਥੇ ਕਾਇਆ ਹੀ ਬਦਲ ਜਾਂਦੀ ਹੈ, ਮਨ ਅਤੇ ਮੁਖ ਵਿੱਚ ਹਰ ਨਾਮ ਰੂਪੀ ਅੰਮ੍ਰਿਤ ਦਾ ਸੰਚਾਰ ਹੋਣ ਲੱਗਦਾ ਹੈ। ਇਸ ਅਵਸਥਾ ਵਿੱਚ ਪਹੁੰਚ ਕੇ ਹਰ ਪਾਸੇ ਪਰਮਾਤਮਾ ਦੀ ਜੋਤ ਦਾ ਪਸਾਰਾ ਦਿਸਦਾ ਹੈ। ਇਹ ਸਟੇਟ ਜਿਹੜੀ ਹੈ ਨਾ, ਇਹ ਸਟੇਟ ਆਫ ਬਲੈਸ ਜਿਹੜੀ ਗੱਲ ਹੋ ਜਾਂਦੀ ਹੈ ਨਾ, ਹਰ ਪਾਸੇ ਉਹ ਹੀ ਦਿਖਦਾ ਹੈ। ਤੋ ਇਹ ਸੱਚਖੰਡ ਕੋਈ ਸਥਾਨ ਨਹੀਂ ਹੈ, ਇਹ ਸਟੇਟ ਆਫ ਮਾਈਂਡ ਹੈ। ਇਸ ਗੱਲ ਨੂੰ ਅਸੀਂ ਸਮਝੀਏ। ਤੋ ਗੁਰੂ ਨਾਨਕ ਸਾਹਿਬ ਦਾ ਰਾਹ ਜਿਹੜਾ ਹੈ, ਉਹ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਦਾ ਆਗਾਜ਼ ਸੱਚ ਤੋਂ ਕੀਤਾ ਹੈ, ਸਚਿਆਰ ਬਣਾ ਕੇ ਸੱਚਖੰਡ ਦੀ ਯਾਤਰਾ
ਜਾਂ ਸੱਚਾ ਦਰਬਾਰ ਤੱਕ ਦਾ ਰਾਹ ਮਨੁੱਖ ਦਾ ਮਕਸਦ ਹੋਣਾ ਚਾਹੀਦਾ, ਕਿਉਂਕਿ ਅਸਲ ਨਕਲ ਵਿੱਚ, ਨਕਲ ਅਸਲ ਵਿੱਚ, ਝੂਠ ਸੱਚ ਵਿੱਚ, ਸੱਚ ਝੂਠ ਵਿੱਚ ਵਿਲੀਨ ਹੋ ਹੀ ਨਹੀਂ ਸਕਦਾ। ਸੱਚਖੰਡ ਕੋਈ ਸਥਾਨ ਨਹੀਂ ਹੈ, ਇੱਕ ਅਵਸਥਾ ਹੈ, ਸਟੇਟ ਆਫ ਮਾਈਂਡ ਹੈ, ਐਸੀ ਅਵਸਥਾ ਜਿੱਥੇ ਵਨਨੈਸ ਇਨ ਮੈਨੀਨੈਸ ਦਾ ਜਿਹੜਾ ਹੈ ਉਹ ਐਕਸਪੀਰੀਅੰਸ ਹੋ ਜਾਂਦਾ ਹੈ, ਜਿੱਥੇ ਡੁਐਲਿਟੀ ਹੁੰਦੀ ਨਹੀਂ ਹੈ। ਇੱਕ ਐਸੀ ਅਵਸਥਾ ਜਿੱਥੇ ਮਨੁੱਖ ਪਰਮਾਤਮਾ ਦਾ ਸਦਾ ਵਰਤਮਾਨ ਹੋਂਦ ਦੇਖਦਾ ਹੈ, ਅਹਿਸਾਸ ਕਰਦਾ ਹੈ, ਤੇ ਉਸ ਨੂੰ ਹਰ ਥਾਂ ਤੇ, ਹਰ ਬੰਦੇ ਵਿੱਚ, ਹਰ ਜੀਅ ਦੇ ਵਿੱਚ, ਪੂਰੀ ਲਿਵਿੰਗ ਬੀਇੰਗ ਪਰਮਾਤਮਾ ਨੂੰ ਦੇਖਦਾ ਹੈ। ਤੋਂ ਅਖੀਰ ਵਿੱਚ ਗੁਰੂ ਸਾਹਿਬ ਨੇ ਅਖੀਰਲੀ ਪੌੜੀ ਵਿੱਚ ਨਾਮ ਦੇ ਅਭਿਆਸ ਵਿੱਚ ਜਿਨ੍ਹਾਂ ਸ਼ੁਭ ਗੁਣਾ ਭਾਵ ਉਹ ਆਚਰਨ ਦੀ ਲੋੜ ਦੀ ਟਕਸਾਲ ਸਕੂਲ ਆਫ ਥਾਟ ਦਾ ਇੱਕ ਮਾਡਲ ਦੱਸਦੇ, ਬੜਾ ਇੰਪੋਰਟੈਂਟ ਹੈ, ਇਸ ਨੂੰ ਜ਼ਰੂਰ ਸਮਝ। ਮੈਂ ਲਾਸਟ ਬਸ ਹੋ ਗਿਆ ਕਿ ਜਿਹੜੀ ਸਕੂਲ ਆਫ ਥਾਟ ਹੈ ਗੁਰੂ ਸਾਹਿਬ ਦਾ, ਗੁਰੂ ਗ੍ਰੰਥ ਸਾਹਿਬ ਦਾ ਆਗਾਜ਼ ਜਿਵੇਂ ਮੈਂ ਪਹਿਲੇ ਦੱਸਿਆ ਜਪ ਜੀ ਤੋਂ ਹੈ। ਜਪ ਜੀ ਦੇ ਵਿੱਚ ਆਦ ਵਿੱਚ ਤੇ ਅੰਤ ਵਿੱਚ ਸ਼ਲੋਕ ਹਨ, ਇਹ ਵੀ ਮੈਂ ਦੱਸਿਆ। ਪਹਿਲਾ ਸ਼ਲੋਕ ਕਿਹੜਾ ਹੈ? ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਹੋਸੀ ਵੀ ਸੱਚ, ਪਰਮਾਤਮਾ ਦੀ ਸਦੀਵੀ ਹੋਂਦ ਬਾਰੇ ਦੱਸਦਾ ਹੈ। ਦੂਸਰਾ ਸ਼ਲੋਕ ਸਪਸ਼ਟ ਕਰਦਾ ਹੈ ਕਿ ਪਰਮਾਤਮਾ ਨੂੰ ਪਾਇਆ ਕਿਵੇਂ ਜਾ ਸਕਦਾ ਹੈ। ਜਵਾਬ ਵਿੱਚ ਕੀ ਕਿਹਾ ਅਖੀਰ ਵਿੱਚ? ਜਿੰਨੀ ਨਾਮ ਧਿਆਇਆ ਗਏ ਮੁਸੱਕਤ ਗਾਲ, ਨਾਨਕ ਤੇ ਉਜਲੇ ਕੀਤੀ ਛੁੱਟੀ ਨਾਲ। ਇਸ ਤਰ੍ਹਾਂ ਹੀ ਫਿਰ ਮੂਲ ਮੰਤਰ ਵਿੱਚ ਪਰਮਾਤਮਾ ਦੀ ਪਰਿਭਾਸ਼ਾ ਭਾਵ ਪਰਮਾਤਮਾ ਦੇ 7 ਗੁਣ ਦਰਸਾਏ। 7 ਗੁਣ ਕਿਹੜੇ ਨੇ? ਸਤ ਨਾਮ, ਸਤ ਕਰਤਾ ਪੁਰਖ, ਕਰਤਾ ਹੈ, ਨਿਰਭਉ ਹੈ, ਨਿਰਵੈਰ ਹੈ, ਅਕਾਲ ਮੂਰਤ ਹੈ, ਅਜੂਨੀ ਹੈ, ਸੈਭੰਗ ਹੈ। ਇਹ 7 ਗੁਣ ਨੇ ਪਰਮਾਤਮਾ ਦੇ। ਤੋਂ ਅਖੀਰਲੀ ਪੌੜੀ ਵਿੱਚ ਪਰਮਾਤਮਾ ਨਾਲ ਇੱਕ ਹੋਣ ਦਾ ਜਿਹੜਾ ਫਾਰਮੂਲਾ ਦੱਸ ਦਿੱਤਾ ਮਨੁੱਖ ਨੂੰ 7 ਗੁਣ ਗ੍ਰਹਿਣ ਕਰਨ ਲਈ ਤਾਕੀਦ ਕਰ ਦਿੱਤਾ, ਜਿਹੜੀ ਸਕੂਲ ਆਫ ਥਾਟ ਹੈ। ਹੁਣ ਇਸ ਨੂੰ ਸਮਝ, ਇਹ ਸਕੂਲ ਆਫ ਥਾਟ ਜਿਹੜਾ ਹੈ ਇਹ ਕੀ ਹੈ? ਅਖੀਰਲੀ ਪੌੜੀ ਚ ਗੁਰੂ ਸਾਹਿਬ ਕਹਿ ਰਹੇ ਨੇ, ਜਤ ਪਹਾਰਾ ਧੀਰਜ ਸੁਨਿਆਰ, ਅਹਨ ਮਤ ਵੇਦ ਹਥਿਆਰ, ਭੋ ਖੱਲਾ ਅਗਨ ਤਪਤਾਓ, ਪਾਂਡਾ ਬਾਓ ਅੰਮ੍ਰਿਤ ਤਿਤ ਢਾਲ, घड़िए सब सच्ची टकसाल, जिनको नदर करम तिनकार, नानक नदरी नदर। जप जी दे विच 7 ਜਿਹੜੀ ਇਹਦੇ ਵਿੱਚ ਅੰਤਮ ਪੌੜੀ ਜਿਹੜੇ 7 ਗੁਣ ਧਾਰਨ ਕਰਨੇ ਨੇ, ਜਿਹੜੀ ਟਕਸਾਲ ਹੈ ਉਹ ਕੀ ਹੈ? ਪਹਿਲੀ ਹੈ ਜਤ ਪਹਾਰਾ, ਧੀਰਜ ਸੁਨਿਆ। ਪਹਿਲਾ ਜਤ ਹੈ। ਜਤ ਕੀ ਹੈ? ਇੰਦਰੀਆਂ ਨੂੰ ਕਾਬੂ ਕਰਨਾ, ਡਿਸਪਲਿਨ, ਮਨ ਨੂੰ ਕਾਬੂ ਕਰਨਾ। ਫਿਰ ਕਿਹੜਾ ਹੈ? ਧੀਰਜ ਸੁਨਿਆਰ। ਸੁਨਿਆਰ ਕੋੜਾ ਹੋਵੇ ਧੀਰਜ। ਧੀਰਜ ਕੀ ਹੈ? ਧੀਰਜ ਹੈ ਕੰਟੈਂਟਮੈਂਟ, ਸਹਿਜ, ਸੰਤੋਖ। ਤੀਜਾ ਕਿਹੜਾ ਹੈ? ਅਹਰਨ ਮਤ ਵਿਵੇਕ, ਬੁੱਧੀ, ਵਿਜ਼ਡਮ। ਫਿਰ ਜਿੱਥੇ ਵੇਦ ਹਥਿਆਰ। ਗੱਲ ਦੱਸਾਂ, ਵੇਦ ਜਦੋਂ ਆਉਂਦਾ, ਵੇਦ ਦਾ ਮਤਲਬ ਹੁੰਦਾ ਗਿਆਨ। ਜਿਹੜਾ ਤੁਹਾਡਾ ਹਥਿਆਰ ਹੈ, ਜਿਹੜਾ ਵੈਪਨ ਹੈ ਨਾ, ਉਹ ਗਿਆਨ ਹੋਣਾ ਚਾਹੀਦਾ ਹੈ। ਗਿਆਨ ਜਿਹੜਾ ਵੇਦ ਹੈ, ਗਿਆਨ ਬ੍ਰਹਮ ਗਿਆਨ, ਜਿਹਨੂੰ ਵਿਦਿਆ ਵਿਚਾਰੀ ਤੇ ਪਰਉਪਕਾਰੀ ਕਿਹਾ ਗੁਰੂ ਸਾਹਿਬ ਨੇ। ਫਿਰ ਕੀ ਹੈ? ਭੋ ਖਲਾ, ਜਿਹਦੇ ਨਾਲ ਹਵਾ ਪਾਉਂਦੇ ਨੇ, ਉਹਦਾ ਉਹ ਭੋ ਹੈ। ਭੋ ਕੀ ਹੈ? ਹੁਕਮ ਰਜ਼ਾਈ ਚੱਲਣਾ। ਫਿਰ ਕੀ ਹੈ? ਤਪ ਕੀ ਹੈ? ਨਾਮ ਸਿਮਰਨ। ਕੀ ਹੈ? ਭਾਂਡਾ ਭੋ ਖਲਾ ਅਗਨ ਤਪਤਾਓ, ਅਗਨੀ ਜਿਹੜੀ ਹੈ ਉਹ ਤਪ ਦੀ, ਨਾਮ ਸਿਮਰਨ ਦੀ ਹੋਵੇ। ਫਿਰ ਕੀ ਕਹਿ ਰਹੇ ਨੇ? ਭਾਂਡਾ ਭਾਓ। ਭਾਂਡਾ ਕਿਹੜਾ ਹੋਵੇ? ਭਾਵ ਪ੍ਰੇਮ ਦਾ। ਤਪ ਤੋਂ ਬਾਅਦ ਨਾਮ ਸਿਮਰਨ ਤੋਂ ਬਾਅਦ ਭਾਵ ਹੈ, ਫਿਰ ਪ੍ਰੇਮ। ਇਹ ਸਭ ਹੁੰਦੇ ਨੇ, ਹੁੰਦੇ ਹੋਏ ਵੀ ਪਰਮਾਤਮਾ ਦੀ ਗ੍ਰੇਸ ਚਾਹੀਦੀ ਹੈ। ਘੜੀਏ ਸਬਝ ਸੱਚੀ ਟਕਸਾਲ, ਜਿनको ਨਦਰ ਕਰਮ ਤਿਨਕਾਰ। ਫਿਰ ਨਦਰ ਵੀ ਚਾਹੀਦੀ ਹੈ। ਨਾਨਕ ਨਦਰੀ ਨਦਰ ਨਿਹਾਲ। ਇਹ ਕਾਰ ਕਿਹੜੀ ਹੈ? ਉਹਨਾਂ ਮਨੁੱਖਾਂ ਦੀ ਹੋ ਸਕਦੀ ਹੈ ਜਿਨ੍ਹਾਂ 'ਚ ਪਰਮਾਤਮਾ ਦੀ ਬਖਸ਼ਿਸ਼ ਹੋਵੇ। ਇਹ ਉਹੀ ਕਰ ਸਕਦਾ ਜਿਹਦੇ ਤੇ ਪਰਮਾਤਮਾ ਦੀ ਬਖਸ਼ਿਸ਼ ਹੋਵੇ। ਨਾਨਕ ਨਦਰੀ ਨਦਰ ਨਿਹਾਲ, ਇਹ ਉੱਚੀ ਆਤਮਕ ਅਵਸਥਾ ਹੋਇਆ ਭਾਵ ਸੱਚਖੰਡ ਤੱਦੇ ਬਣ ਸਕਦਾ ਹੈ ਜਦੋਂ ਇਹ ਨਾਨਕ ਨਦਰੀ ਨਦਰ ਨਿਹਾਲ ਹੋ ਜਾਏਗਾ। ਤੋ ਇਸ ਤਰ੍ਹਾਂ ਇਹ ਜਿਹੜੇ 7 ਗੁਣ ਸਕੂਲ ਆਫ ਥਾਟ ਦੀ ਗੱਲ ਕੀਤੀ ਹੈ। ਤੋ ਅੰਤ ਵਿੱਚ ਸ਼ਲੋਕ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਮਨੁੱਖ ਨੂੰ ਮਾਤਾ ਪਿਤਾ ਤੇ ਗੁਰੂ ਤਿੰਨਾਂ ਕੋਲੋਂ ਸਿੱਖਿਆ ਮਿਲਦੀ ਹੈ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਿਆਰ, ਉਸ ਨੂੰ ਗਿਆਨ ਹੋ ਜਾਂਦਾ ਹੈ। ਸ਼ਲੋਕ ਵਿੱਚ ਪਵਨ ਨੂੰ ਗੁਰੂ ਕਿਹਾ ਹੈ। ਜਿਸ ਤਰ੍ਹਾਂ ਗੁਰੂ ਦੇ ਉਪਦੇਸ਼ ਬਿਨਾਂ ਆਤਮਾ ਮੁਰਦਾ ਹੈ, ਉਸੇ ਤਰ੍ਹਾਂ ਪਵਨ ਤੋਂ ਬਿਨਾਂ ਸਰੀਰ ਸਰਵਾਈਵ ਨਹੀਂ ਕਰ ਸਕਦਾ। ਪਾਣੀ ਪਿਤਾ ਹੈ, ਪਾਣੀ ਤੇ ਤੋਂ ਸਪਰਮ ਤੇ ਖੂਨ ਬਣਦਾ ਹੈ, ਇਸ ਲਈ ਉਹ ਪਿਤਾ ਹੈ। ਤੇ ਮਹਾਨ ਧਰਤੀ ਮਾਤਾ ਹੈ। ਇਹ
ਕਿਉਂਕਿ ਇਹ ਜੀਵਾਂ ਨੂੰ ਪਾਲਦੀ ਹੈ, ਜੀਵਾਂ ਨੂੰ ਸਿਰਫ ਪਾਲਦੀ ਨਹੀਂ ਹੈ, ਜੀਵਾਂ ਦੀ ਰੱਖਿਆ ਵੀ ਕਰਦੀ ਹੈ। ਤੋ ਸਾਰਾ ਜਗਤ ਜਿਹੜਾ ਹੈ ਇਹ ਦਿਨ ਤੇ ਰਾਤ ਦੋਈ ਦਾਈ ਦਾਇਆ, ਸਾਰਾ ਜਗਤ ਇਹਨਾਂ ਦੀ ਗੋਦ ਵਿੱਚ ਖੇਲ ਰਿਹਾ ਹੈ। ਇੱਥੇ ਧਿਆਨ ਰੱਖਣਾ, ਜਦੋਂ ਦਿਨ ਰਾਤ ਦੀ ਗੱਲ ਕੀਤੀ ਹੈ, ਉੱਥੇ ਦਿਵਸ ਜਿਹੜਾ ਹੈ ਉਹ ਗਿਆਨ ਦਾ ਪ੍ਰਤੀਕ ਹੈ, ਔਰ ਜਿਹੜੀ ਰੋਸ਼ਨੀ ਦਾ ਪ੍ਰਤੀਕ ਹੈ, ਹੋਪ ਦਾ ਪ੍ਰਤੀਕ ਹੈ, ਔਰ ਰਾਤ ਜਿਹੜੀ ਹੈ ਉਹ ਅਗਿਆਨਤਾ ਦਾ ਪ੍ਰਤੀਕ ਹੈ। ਇਹ ਗੱਲ ਜ਼ਰੂਰ ਧਿਆਨ ਰੱਖਣਾ। ਹੋਪ ਜਿਹੜੀ ਹੈ ਉਹ ਰਾਤ ਜਿਹੜੀ ਅਗਿਆਨਤਾ ਦੀ, ਦੁੱਖਾਂ ਦੀ, ਕਲੇਸ਼ ਦਾ ਪ੍ਰਤੀਕ ਹੈ। ਇਹ ਜਗਤ ਗਿਆਨ ਤੇ ਅਗਿਆਨਤਾ ਵਿੱਚ ਖੇਡਾਂ ਖੇਡ ਰਿਹਾ ਹੈ। ਤੇ ਗੁਰੂ ਸਾਹਿਬ ਮਨੁੱਖ ਨੂੰ ਅਗਿਆਨਤਾ ਤੋਂ ਗਿਆਨ ਵੱਲ, ਅੰਧਕਾਰ ਤੋਂ ਰੋਸ਼ਨੀ ਵੱਲ ਲੈ ਜਾਣਾ ਚਾਹੁੰਦੇ ਨੇ। ਜਪ ਜੀ ਦਾ ਸਾਰਾ ਜਿਹੜਾ ਸਾਰ ਹੈ ਉਹ ਗੁਰੂ ਸਾਹਿਬ ਨੇ ਜਿਹੜੀ ਹੈ ਪੂਰੇ ਮਨੁੱਖ ਦੀ ਜਿਹੜੀ ਘੜੀ ਹੈ, ਜਾਂ ਮੈਂ ਕਹਿ ਲਵਾਂ ਜਿਵੇਂ ਸ਼ੁਰੂਆਤ ਵਿੱਚ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਰਹਾਉ ਨਹੀਂ ਹੈ, ਤੇ ਗੁਰੂ ਗ੍ਰੰਥ ਸਾਹਿਬ ਦਾ ਰਹਾਉ ਜਪ ਜੀ ਹੈ। ਤਾਂ ਮੇਰਾ ਦਾਅਵਾ ਹੈ, ਮੇਰੀ ਜਿੰਨੀ ਸਟੱਡੀ ਹੈ, ਜਿੰਨੇ ਜਪ ਜੀ ਨੂੰ ਸਮਝ ਲਿਆ, ਉਹਨੂੰ ਗੁਰੂ ਗ੍ਰੰਥ ਸਾਹਿਬ ਸਮਝਣ ਵਿੱਚ ਜਿਹੜੀ ਹੈ ਬਹੁਤ ਆਸਾਨੀ ਹੋਏਗੀ। ਤੇ ਜਪ ਜੀ ਬਾਣੀ ਰਾਹੀਂ ਗੁਰੂ ਨਾਨਕ ਪਾਤਸ਼ਾਹ ਹਜ਼ੂਰ ਲੁਕਾਈ ਦੀ ਆਤਮਾ ਵਿੱਚ ਇੱਕ ਨਵੀਂ ਜੋਤ ਜਗਾਉਣਾ ਚਾਹੁੰਦੇ ਨੇ। ਜਿਨ੍ਹਾਂ ਅੰਦਰ ਇਹ ਜੋਤ ਜਾਗ ਜਾਏਗੀ, ਉਹਨਾਂ ਅੰਦਰ ਸਵੈਮਾਨ ਜਾਗ ਜਾਏਗਾ। ਇਹ ਮਾਰਗ ਜਿਹੜਾ ਹੈ, ਇਹ ਜਿਹੜਾ ਗੁਰੂ ਨਾਨਕ ਸਾਹਿਬ ਨੇ ਮਾਰਗ ਦੱਸਿਆ ਹੈ ਸਵੈਮਾਨ ਵਾਲਾ, ਇਹ ਮਾਰਗ ਜਾਣਨ ਨਾਲ ਨਹੀਂ, ਚੱਲਣ ਨਾਲ ਤੈਅ ਹੋਏਗਾ। ਅਤੇ ਇਹ ਮਾਰਗ ਪਰਮਾਤਮਾ ਦੀ ਬਣਾਈ ਹੋਈ ਪਰਮ ਸੁੰਦਰ ਸ੍ਰਿਸ਼ਟੀ ਨੂੰ ਹੋਰ ਸੁੰਦਰ ਬਣਾਉਣ ਦੇ ਜਿਹੜਾ ਰਾਹ ਜਿਹੜਾ ਹੈ ਉਹ ਦੱਸਦਾ ਹੈ। ਤੋ ਇਹ ਜਪਜੀ ਸਾਹਿਬ ਦਾ ਪੂਰਾ ਜਿਹੜਾ ਸਫ਼ਰ ਹੈ, ਪਹਿਲੇ ਸਚਿਆਰ ਤੇ ਫਿਰ ਸੱਚਖੰਡ ਤੱਕ, ਇਹ ਇਸ ਤਰ੍ਹਾਂ ਮੈਨੂੰ ਜਿੰਨਾ ਮੇਰੀ ਸਮਝ ਵਿੱਚ ਆਇਆ, ਜਿੰਨੀ ਮੇਰੀ ਪੜ੍ਹਾਈ ਹੈ, ਵਿਸ਼ਾ ਬਹੁਤ ਵੱਡਾ ਸੀ। ਇਸ ਨੂੰ ਘੱਟ ਤੋਂ ਘੱਟ 2, 2.5, 3 ਘੰਟੇ 'ਚ ਪੂਰਾ ਹੋ ਸਕਦਾ ਸੀ, ਪਰ ਮੈਂ ਬੜੀ ਕੋਸ਼ਿਸ਼ ਕੀਤੀ ਇਸ ਨੂੰ, ਇਸ ਲਈ ਥੋੜਾ ਜਿਹਾ ਸ਼ਾਇਦ 10-15 ਮਿੰਟ ਫਾਲਤੂ ਵੀ ਲੱਗੇ ਨੇ। ਤੋ ਅੱਜ ਦੇ ਇਹ ਵਿਸ਼ਾ ਮੈਂ ਇੱਥੇ ਹੀ ਸਮਾਪਤ ਕਰਦਾ ਜੀ। ਜੇ ਕੋਈ ਪ੍ਰਸ਼ਨ ਹੋਏ ਤਾਂ ਪੁੱਛ ਸਕਦੇ ਹੋ, ਨਹੀਂ ਤਾਂ ਫਿਰ ਅਗਲੇ ਸੈਚਰਡੇ, ਅਗਲੇ ਸ਼ਨੀਚਰਵਾਰ ਰਾਤ 8 ਵਜੇ ਅਸੀਂ ਫਿਰ ਨਵੇਂ ਵਿਸ਼ੇ ਨਾਲ ਆਪ ਜੀ ਸਾਹਮਣੇ ਫਿਰ ਆਪ ਜੀ ਦੇ ਦਰਸ਼ਨ ਕਰਨ ਆਵਾਂਗੇ। ਤਦ ਤੱਕ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।